ਸੋਹਣ ਸਿੰਘ ਸੀਤਲ ਦਾ ਨਾਵਲ ਤੂਤਾਂ ਵਾਲਾ ਖੂਹ ਦਾ 27ਵਾਂ ਅੰਗ। ਯੂਰਪ ਜੰਗ ਦਾ ਜ਼ੋਰ ਬਹੁਤ ਵੱਧ ਗਿਆ ਸੀ। ਜਰਮਨੀ ਦੀ ਹਰ ਮੋਰਚੇ ਉੱਤੇ ਚੜ੍ਹਾਈ ਸੀ। ਸਾਰੀ ਦੁਨੀਆ ਭੈ-ਭੀਤ ਹੋ ਰਹੀ ਸੀ। ਕੋਈ ਨਹੀਂ ਸੀ ਕਹਿ ਸਕਦਾ ਕਿ ਇਸ ਭਿਆਨਕ ਲੜਾਈ ਦਾ ਅੰਤ ਕੀ ਹੋਏਗਾ। ਅੰਗਰੇਜ਼ ਤੇ ਉਹਨਾਂ ਦੇ ਪੱਖੀ ਬਹੁਤ ਘਬਰਾ ਗਏ ਸਨ। ਇਸ ਜੰਗ ਦਾ ਅਸਰ ਗੁਲਾਮ ਹਿੰਦੁਸਤਾਨ ਤੇ ਵੀ ਪਿਆ। ਇੱਥੋਂ ਦੇ ਆਗੂਆਂ ਤੋਂ ਪੁੱਛਿਆਂ ਬਿਨਾਂ ਹੀ ਵਾਇਸਰਾਏ ਨੇ ਐਲਾਨ ਕਰਤਾ ਕਿ ਹਿੰਦੁਸਤਾਨ ਵੀ ਜੰਗ 'ਚ ਸ਼ਾਮਲ ਹੈ। ਇੱਕ ਪਾਸੇ ਲੋੜੀਂਦੀਆਂ ਚੀਜ਼ਾਂ ਦੇ ਭਾਅ ਵਧ ਰਹੇ ਸਨ, ਦੂਜੇ ਪਾਸੇ ਸਰਕਾਰੀ ਕਰਮਚਾਰੀ ਧੌਂਸ ਨਾਲ ਜੰਗੀ ਚੰਦਾ ਉਗਰਾ ਰਹੇ ਸਨ। ਸ਼ਹਿਰ 'ਚ ਤਾਂ ਸਿਰਫ ਪੁੱਜਦੇ ਸਰਦੇ ਲੋਕਾਂ ਤੋਂ ਚੰਦਾ ਲਿਆ ਜਾਂਦਾ, ਪਰ ਪਿੰਡਾਂ ਦੀ ਗਰੀਬ ਜਨਤਾ ਤੇ ਭਾਅ ਦੀ ਬੜੀ ਸ਼ਾਮਤ ਬਣੀ। ਪਹਿਲਾਂ ਤਾਂ ਆਪਣੀ ਨੇਕਨਾਮੀ ਵਾਸਤੇ ਜਾਂ ਹਾਕਮਾਂ ਦੇ ਦਬਾਏ ਹੋਏ ਨੰਬਰਦਾਰ ਲੋਕਾਂ ਨੂੰ ਘਰ ਘੂਰ ਘੱਪ ਕੇ ਕੁਛ ਨਾ ਕੁਛ ਵਸੂਲ ਕਰ ਲੈਂਦੇ। ਫਿਰ ਥਾਣੇਦਾਰ ਆ ਜਾਂਦੇ। ਕਿਸੇ ਇੱਕ ਪਿੰਡ 'ਚ ਤਫਤੀਸ਼ ਤੇ ਜਾਂਦੇ ਹੋਏ ਉਹ ਰਾਹ 'ਚ 4 ਪਿੰਡ ਹੋਰ ਵੀ ਸਾਰ ਕਰਦੇ ਜਾਂਦੇ। ਫਿਰ ਵਾਰੀ ਆ ਜਾਂਦੀ ਤਹਿਸੀਲਦਾਰਾਂ ਦੀ। ਦੌਰੇ ਰੱਖਦੇ ਉਹ ਮਾਮਲੇ ਦੀ ਬਾਕੀ ਉਗਰਾਣ ਦੇ ਬਹਾਨੇ। ਸੱਥ 'ਚ ਬਹਿ ਕੇ ਪੋਲ ਰਹਿੰਦੇ ਚੰਦੇ ਦੀਆਂ ਕਾਪੀਆਂ। ਉਹ ਪਿੰਡ ਦੇ ਚੌਕੀਦਾਰਾਂ ਨੂੰ ਗਾਲਾਂ ਦੇਣ ਤੋਂ ਗੱਲ ਸ਼ੁਰੂ ਕਰਕੇ ਜੈਲਦਾਰਾਂ, ਸਫੈਦਪੋਸ਼ਾਂ, ਨੰਬਰਦਾਰਾਂ ਨੂੰ ਸਹਿੰਦੀਆਂ ਝਿੜਕਾਂ ਦਿੰਦੇ। ਬਾਕੀ ਪਤਵੰਤਿਆਂ ਨੂੰ ਸਾਊ ਅਫਸਰਾਂ ਵਾਲੀਆਂ ਧਮਕੀਆਂ ਤੇ ਲਿਆ ਮੁਕਾਉਂਦੇ। ਅੰਤ ਤਾਰ ਇੱਥੇ ਆ ਕੇ ਟੁੱਟਦੀ ਕਿ ਲਿਆਓ ਚੰਦਾ। ਕਿਸੇ ਘਰ ਖਾਣ ਨੂੰ ਹੋਵੇ ਭਾਵੇਂ ਨਾ, ਪਰ ਜੰਗੀ ਚੰਦਾ ਦੇਣਾ ਉਹਨਾਂ ਵਾਸਤੇ ਲਾਜ਼ਮੀ ਸੀ। ਤਹਿਸੀਲਦਾਰ ਜਾਂਦਾ, ਕੋਈ ਹੋਰ ਅਫਸਰ ਆ ਧਮਕਦਾ, ਕੋਈ ਨਾ ਕੋਈ ਡੰਡੇ ਨਾਲ ਖੈਰ ਲੈਣ ਵਾਲਾ ਤੁਰਿਆ ਹੀ ਰਹਿੰਦਾ। ਦੂਜੇ ਪਾਸੇ ਭਰਤੀ ਕਰਾਉਣ ਵਾਲਿਆਂ ਦਾ ਜ਼ੋਰ ਸੀ। ਅੱਧ ਭੁੱਖੇ ਕਾਮਿਆਂ ਜਾਂ ਬੇਕਾਰ ਗੱਭਰੂਆਂ ਨੂੰ ਲਾਲਚ ਦਿਖਾ ਕੇ, ਵਰਚਾ ਪੁਚਲਾ ਕੇ ਜਾਂ ਡਰਾ ਧਮਕਾ ਕੇ ਫੌਜ 'ਚ ਭਰਤੀ ਕਰਾਇਆ ਜਾਂਦਾ। ਰਾਤ ਦਿਨੇ ਢਾਂਗਿਆਂ ਵਾਸਤੇ ਸ਼ਿਕਾਰ ਹੰਢਦੇ ਫਿਰਦੇ ਆਦਮੀ ਦੇ ਕੱਦ ਦੀ ਮਿਣਤੀ ਵਾਸਤੇ ਸਿਰੋਂ ਉੱਚੀ ਬਾਂਸ ਦੀ ਸੋਟੀ, ਜਿਸ 'ਚ 1-1 ਫੁੱਟ ਤੇ ਲੰਮੀ ਫੱਟੀ ਅੜਾਈ ਹੁੰਦੀ, ਭਰਤੀ ਕਰਾਉਣ ਵਾਲੇ ਏਜੰਟਾਂ ਦੀ ਨਿਸ਼ਾਨੀ ਬਣ ਗਈ। ਸਿਰਫ ਸਰਕਾਰ ਦਾ ਝੋਲੀ ਚੁੱਕ ਤਬਕਾ ਹੀ ਭਰਤੀ ਵਾਸਤੇ ਨਹੀਂ ਸੀ ਫਿਰ ਰਿਹਾ, ਸਗੋਂ ਇੱਕ ਹੋਰ ਸ਼੍ਰੇਣੀ ਵੀ ਇਸ ਵਾਸਤੇ ਮੈਦਾਨ 'ਚ ਆ ਗਈ ਸੀ। ਮੁਸਲਿਮ ਲੀਗ ਦੇ ਜ਼ਹਿਰੀਲੇ ਪ੍ਰਚਾਰ ਨੇ ਬਾਕੀ ਧਰਮਾਂ ਦੇ ਰਖਵਾਲਿਆਂ ਦੇ ਦਿਲਾਂ 'ਚ ਵੀ ਇਹ ਖਿਆਲ ਭਰਤੇ ਕਿ ਅੰਗਰੇਜ਼ਾਂ ਦੇ ਜਾਣ ਪਿੱਛੋਂ ਹਿੰਦੁਸਤਾਨ ਤਲਵਾਰ ਨਾਲ ਵੰਡਿਆ ਜਾਏਗਾ ਤੇ ਇਹ ਕੰਮ ਸਦਾ ਫੌਜ ਦੀ ਮਦਦ ਨਾਲ ਹੀ ਸੰਭਵ ਹੁੰਦਾ ਹੈ। ਸੋ ਕੁਝ ਲੋਕ ਇਹ ਸੋਚਣ ਤੇ ਮਜਬੂਰ ਹੋ ਗਏ ਸੀ ਕਿ ਜਿੱਤ ਉਸੇ ਧਿਰ ਦੀ ਹੋਏਗੀ ਜਿਹਦਾ ਫੌਜਾਂ 'ਚ ਜ਼ੋਰ ਹੋਏਗਾ। ਇਸ ਲਈ ਵੱਖ-ਵੱਖ ਧਰਮਾਂ ਦੇ ਆਗੂ ਚਾਹੁੰਦੇ ਸੀ ਕਿ ਉਹਨਾਂ ਦੇ ਫਿਰਕੇ ਦੇ ਬਹੁਤ ਲੋਕ ਫੌਜ ਵਿੱਚ ਹੋਣ, ਪਰ ਉਹ ਲੀਡਰ ਖੁੱਲ੍ਹਮ-ਖੁੱਲ੍ਹਾ ਭਰਤੀ ਦਾ ਪ੍ਰਚਾਰ ਕਰਕੇ ਸਰਕਾਰ ਨਾਲ ਰਲੇ ਹੋਏ ਅਖਵਾਉਣ ਤੋਂ ਵੀ ਡਰਦੇ ਸੀ। ਜਿੱਥੇ ਉੱਪਰਲਾ ਕੋਈ ਮੰਤਰ ਨਾ ਚੱਲਦਾ, ਉੱਥੇ ਪੁਲਿਸ ਤੇ ਪੁਲਿਸ ਦੇ ਚਾਟੜਿਆਂ ਤੇ ਇੱਕ ਹੋਰ ਢੰਗ ਚਾਲੂ ਕਰ ਲਿਆ। ਪੁਲਿਸ ਬਿਨਾਂ ਕਾਰਨ ਹੀ ਕਿਸੇ ਭਲੇ ਮਾਨਸ ਗੱਭਰੂ ਨੂੰ ਫੜ ਕੇ ਸ਼ੁਬੇ 'ਚ ਬਿਠਾ ਲੈਂਦੀ। ਦੂਜੇ ਦਿਨ ਇਲਾਕੇ ਦਾ ਨੰਬਰਦਾਰ, ਸਫੈਦਪੋਸ਼, ਜੈਲਦਾਰ ਕਾਬੂ ਆਏ ਹੋਏ ਬੇਕਸੂਰੇ ਲਾਚਾਰ ਬੰਦੇ ਦਾ ਸਿਫਾਰਸ਼ੀ ਬਣ ਕੇ ਆ ਜਾਂਦਾ। ਉਹ ਬੜੇ ਢੰਗ ਨਾਲ ਉਹਨੂੰ ਸਮਝਾਉਂਦਾ ਵੀ ਪੁਲਿਸ ਦੇ ਸ਼ਿਕੰਜੇ 'ਚੋਂ ਬਚਣ ਦਾ ਇੱਕੋ ਢੰਗ ਹੈ ਫੌਜ 'ਚ ਭਰਤੀ ਹੋਣਾ। ਤੇ ਮਜਬੂਰ ਗਰੀਬ ਇੱਕ ਪਾਸੇ ਅੱਗ, ਇੱਕ ਪਾਸੇ ਪਾਣੀ ਵੇਖ ਕੇ ਡੋਬੂ ਪਾਣੀ 'ਚ ਛਾਲ ਮਾਰ ਦਿੰਦਾ। ਉਸ ਵੇਲੇ ਦੇਸ਼ ਦੀ ਗਰੀਬ ਤੇ ਲਾਚਾਰ ਜਨਤਾ ਦਾ ਹਰ ਪਾਸਿਓਂ ਕੜਿੱਕੀ ਜਾਈ ਸੀ। ਉਹ ਭੀੜੀ ਤੌੜੀ ਵਾਂਗ ਅੰਦਰੇ ਅੰਦਰ ਰਿੱਝ ਰਹੀ ਸੀ। ਸੰਨ 41 ਦੇ ਅੱਧ ਬੀਤਦਿਆਂ ਤੱਕ ਯੂਰਪ ਜੰਗ ਨੇ ਆਪਣਾ ਰੁਖ ਬਦਲ ਲਿਆ। 22 ਜੂਨ ਨੂੰ ਜਰਮਨੀ ਨੇ ਰੂਸ ਤੇ ਹਮਲਾ ਕਰਤਾ। ਇਸ ਨਵੇਂ ਮੋੜ ਦਾ ਅਸਰ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਤੇ ਪਿਆ। ਹਿੰਦੁਸਤਾਨ ਵੀ ਇਸ ਅਸਰ ਤੋਂ ਨਾ ਬਚ ਸਕਿਆ। ਇੱਥੋਂ ਦੇ ਕਮਿਊਨਿਸਟ ਤੇ ਉਹਨਾਂ ਨਾਲ ਹਮਦਰਦੀ ਰੱਖਣ ਵਾਲੇ ਲੋਕ ਅੰਗਰੇਜ਼ਾਂ ਦੇ ਹੱਕ 'ਚ ਹੋ ਗਏ। ਜਿਹੜੇ ਲੋਕ ਇੱਕ ਦਿਨ ਪਹਿਲਾਂ ਉਹਨੂੰ ਸਰਮਾਏਦਾਰੀ ਦੀ ਜੰਗ ਕਹਿੰਦੇ ਸੀ, 22 ਜੂਨ ਤੋਂ ਉਹਨੂੰ ਜਨਤਾ ਦੀ ਜੰਗ ਕਹਿਣ ਲੱਗੇ। 11 ਮਾਰਚ 1942 ਨੂੰ ਕ੍ਰਿਪਸ ਸਕੀਮ ਦਾ ਐਲਾਨ ਕੀਤਾ ਗਿਆ। 23 ਮਾਰਚ ਨੂੰ ਸਰ ਸਟੈਫੋਰਡ ਕ੍ਰਿਪਸ ਮਦਾਰੀ ਵਾਲਾ ਥੈਲਾ ਲੈ ਕੇ ਦਿੱਲੀ ਪਹੁੰਚ ਗਿਆ। ਲੱਗੀਆਂ ਹਿੰਦ ਦੇ ਲੀਡਰਾਂ ਨਾਲ ਕ੍ਰਿਪਸ ਦੀਆਂ ਮੁਲਾਕਾਤਾਂ ਹੋਣ। ਉਹ ਗੱਲੀ ਬਾਤੀ ਹਿੰਦੁਸਤਾਨ ਨੂੰ ਸਭ ਕੁਝ ਦਿੰਦਾ ਸੀ, ਪਰ ਉਹਦੀ ਸਕੀਮ ਦੀ ਚੀਰ ਫਾੜ ਕੀਤਿਆਂ ਪਤਾ ਲੱਗਦਾ ਸੀ ਬਰਬਾਦੀ ਤੇ ਤਬਾਹੀ ਤੋਂ ਬਿਨਾਂ ਭਾਰਤ ਨੂੰ ਕੁਝ ਵੀ ਨਹੀਂ ਸੀ ਮਿਲਦਾ। ਉਹਦੇ ਸਾਰੇ ਗੋਰਖ ਧੰਦੇ ਦਾ ਅਰਥ ਥੋੜ੍ਹੇ ਸ਼ਬਦਾਂ 'ਚ ਇਉਂ ਦੱਸਿਆ ਜਾ ਸਕਦਾ ਹੈ ਕਿ ਜੰਗ ਦੇ ਖਤਮ ਹੋਣ ਪਿੱਛੋਂ ਤੇ ਲੜਾਈ ਪਿੱਛੋਂ ਜਿਹੜੇ ਝਗੜੇ ਸਾਂਝੇ ਰਹਿ ਜਾਂਦੇ ਨੇ, ਉਹਨਾਂ ਦੇ ਨਜਿੱਠੇ ਜਾਣ ਪਿੱਛੋਂ ਛੇਤੀ ਤੋਂ ਛੇਤੀ ਹਿੰਦੁਸਤਾਨ ਨੂੰ ਦਰਜਾ 9 ਆਬਾਦੀਆਤ ਦਾ ਰਾਜ ਪ੍ਰਬੰਧ ਸੌਂਪ ਦਿੱਤਾ ਜਾਏਗਾ। ਹਿੰਦੁਸਤਾਨ ਬ੍ਰਿਟਿਸ਼ ਕਾਮਨਵੈਲਥ ਵਿੱਚ ਬਰਾਬਰ ਦਾ ਹਿੱਸੇਦਾਰ ਹੋਏਗਾ। ਰਾਜ ਸਭਾ ਵਾਸਤੇ ਹਰ ਫਿਰਕਾ ਆਪੋ ਆਪਣੇ ਹਿੱਸਿਆਂ ਦਾ ਮੈਂਬਰ ਚੁਣੇਗਾ। ਰਾਜ ਸਭਾ ਦੇ ਮੈਂਬਰ ਸੂਬਿਕ ਅਸੈਂਬਲੀਆਂ ਤੇ ਮੈਂਬਰਾਂ ਦਾ 10ਵਾਂ ਹਿੱਸਾ ਹੋਣਗੇ। ਪਰ ਜਿਹੜੇ ਹਿੱਸੇ ਸੂਬੇ ਤੇ ਦੇਸੀ ਰਿਆਸਤਾਂ ਆਪਣਾ ਵੱਖਰਾ ਸੰਘ ਫੈਡਰੇਸ਼ਨ ਬਣਾਉਣਾ ਚਾਹੁਣ,
ਬਣਾ ਕੇ ਹਿੰਦ ਨਾਲੋਂ ਵੱਖਰੇ ਹੋ ਸਕਣਗੇ। ਜਿੰਨਾ ਚਿਰ ਇਹ ਨਵਾਂ ਰਾਜ ਪ੍ਰਬੰਧ ਕਾਇਮ ਨਹੀਂ ਹੁੰਦਾ, ਉਹਨਾਂ ਚਿਰ ਹੋਣ ਵਾਲੀ ਰਾਜ ਬਣਤਰੀ ਚਾਲੂ ਰਹੇਗੀ। ਇਹ ਸੀ ਜੋ ਕ੍ਰਿਪਸ ਇੰਗਲੈਂਡ 'ਚੋਂ ਹਿੰਦੁਸਤਾਨ ਵਾਸਤੇ ਲੈ ਕੇ ਆਇਆ ਸੀ। ਮੁਲਕ ਦੀ ਕਿਸੇ ਜਥੇਬੰਦੀ ਨੇ ਵੀ ਇਹਨੂੰ ਪ੍ਰਵਾਨ ਨਾ ਕੀਤਾ। ਕਾਂਗਰਸ ਨੇ ਇਸ ਵਾਸਤੇ ਨਾ ਮੰਨਿਆ ਕਿ ਇਸ 'ਚ ਮੁਲਕ ਦੇ ਟੁਕੜੇ ਹੋਣ ਦਾ ਡਰ ਸੀ, ਤੇ ਮੁਸਲਿਮ ਲੀਗ ਨੇ ਇਸ ਲਈ ਠੁਕਰਾ ਦਿੱਤਾ ਕਿ ਇਸ ਵਿੱਚ ਖੁੱਲ੍ਹੇ ਸ਼ਬਦਾਂ ਰਾਹੀਂ ਪਾਕਿਸਤਾਨ ਨਹੀਂ ਸੀ ਮੰਨਿਆ ਗਿਆ। ਮੁਸਲਿਮ ਲੀਗ 23 ਮਾਰਚ 40 ਨੂੰ ਲਾਹੌਰ ਸੈਸ਼ਨ 'ਚ ਵੱਖਰੇ ਮੁਲਕ ਪਾਕਿਸਤਾਨ ਦਾ ਮਤਾ ਪਾਸ ਕਰ ਚੁੱਕੀ ਸੀ ਤੇ ਉਸ ਉੱਤੇ ਪੂਰੇ ਜ਼ੋਰ ਨਾਲ ਡਟੀ ਹੋਈ ਸੀ। ਸਿੱਖ ਲੀਡਰਾਂ ਨੇ ਕ੍ਰਿਪਸ ਕੋਲ ਜਾ ਕੇ ਰੌਲਾ ਪਾਇਆ ਤਾਂ ਉਹਨਾਂ ਅੱਗੋਂ ਇੰਨਾ ਭਰੋਸਾ ਦਵਾਇਆ ਕਿ ਕਿਸੇ ਸੂਬੇ ਦਾ ਕੋਈ ਹਿੱਸਾ ਉਸ ਸੂਬੇ ਨਾਲੋਂ ਵੱਖਰਾ ਹੋ ਕੇ ਪਹਿਲੀ ਜਾਂ ਨਵੀਂ ਫੈਡਰੇਸ਼ਨ 'ਚ ਸ਼ਾਮਲ ਹੋਣਾ ਚਾਹੇ ਤਾਂ ਉਹਨੂੰ ਐਸਾ ਕਰਨ ਦਾ ਅਧਿਕਾਰ ਹੋਏਗਾ। ਇਹਦਾ ਅਰਥ ਸੀ ਕਿ ਜੇ ਪੰਜਾਬ ਪਾਕਿਸਤਾਨ 'ਚ ਜਾਣਾ ਚਾਹੇ ਤਾਂ ਸਿੱਖ ਆਪਣਾ ਇਲਾਕਾ ਉਹ ਤੋਂ ਵੱਖਰਾ ਕਰ ਸਕਣਗੇ। ਮੁੱਕਦੀ ਗੱਲ, ਕ੍ਰਿਪਸ ਦੀ ਸਕੀਮ ਕਿਸੇ ਨਾ ਮੰਨੀ। ਹੁਣ ਕਾਂਗਰਸ ਕੋਲ ਸਿੱਧੀ ਟੱਕਰ ਲੈਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ ਰਹਿ ਗਿਆ। 7-8 ਅਗਸਤ 1942 ਨੂੰ ਕਾਂਗਰਸ ਦੇ ਸਾਰੇ ਲੀਡਰ ਬੰਬਈ 'ਚ ਇਕੱਠੇ ਹੋਏ। ਅੰਗਰੇਜ਼ੀ ਸਰਕਾਰ ਦੇ ਵਿਰੁੱਧ ਇੱਕ ਆਖਰੀ ਮੋਰਚਾ ਲਾਉਣ ਦਾ ਫੈਸਲਾ ਕੀਤਾ। ਨਾਲੇ ਸਾਰੇ ਅਖਤਿਆਰ ਮਹਾਤਮਾ ਗਾਂਧੀ ਨੂੰ ਸੌਂਪਤੇ। ਯੂਰਪ ਦਾ ਜੰਗ ਉਸ ਵੇਲੇ ਪੂਰੇ ਜ਼ੋਰਾਂ 'ਤੇ ਸੀ। 8 ਅਗਸਤ ਨੂੰ ਕਾਂਗਰਸ ਨੇ ਐਲਾਨ ਕੀਤਾ, ਅੰਗਰੇਜ਼ੋ, ਹਿੰਦੁਸਤਾਨ ਛੱਡ ਦਿਓ। ਅੰਗਰੇਜ਼ ਸਰਕਾਰ ਨੇ ਇਹਨੂੰ ਕਾਂਗਰਸ ਵੱਲੋਂ ਆਪਣੇ ਵਿਰੁੱਧ ਐਲਾਨੀ ਜੰਗ ਸਮਝਿਆ। ਅਗਲੇ ਦਿਨ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਕਾਂਗਰਸ ਦੇ ਸਾਰੇ ਲੀਡਰ ਗ੍ਰਿਫਤਾਰ ਕਰ ਲਏ। ਕਾਂਗਰਸ ਕਮੇਟੀਆਂ ਕਾਨੂੰਨ ਵਿਰੁੱਧ ਕਰਾਰ ਦੇ ਦਿੱਤੀਆਂ ਗਈਆਂ ਤੇ ਦਫ਼ਤਰਾਂ ਤੇ ਕਬਜ਼ਾ ਕਰ ਲਿਆ। ਇਸ ਨਾਲ ਸਾਰੇ ਦੇਸ਼ 'ਚ ਸਰਕਾਰ ਦੇ ਵਿਰੁੱਧ ਗੁੱਸੇ ਦੀ ਅੱਗ ਭੜਕ ਉੱਠੀ। ਅੰਗ 28ਵਾਂ। ਪੀਰੂਵਾਲਾ ਪਿੰਡ ਅਮਲੀ ਤੌਰ ਤੇ 2 ਹਿੱਸਿਆਂ 'ਚ ਵੰਡਿਆ ਗਿਆ ਸੀ। ਹੁਣ ਉੱਥੇ ਇੱਕ ਦੀ ਥਾਂ 2 ਪਰੇ ਜੁੜਦੀਆਂ ਸੀ। ਮੁਸਲਮਾਨ ਪਿੰਡ ਦੇ ਚੜ੍ਹਦੇ ਪਾਸੇ, ਹਿੰਦੂ ਸਿੱਖ ਲਹਿੰਦੇ ਪਾਸੇ। ਤੀਜੀ ਸ਼੍ਰੇਣੀ ਨੂੰ ਹਰੀਜਨ ਕਹਿ ਲਓ ਜਾਂ ਆਦ ਧਰਮੀ ਨਾਮ ਨਾਲ ਕੋਈ ਫਰਕ ਨਹੀਂ ਸੀ ਪਿਆ ਚੱਲਿਆ। ਉਹਨਾਂ ਉੱਤੇ ਕੋਈ ਬੰਦਸ਼ ਨਹੀਂ ਸੀ। ਉਹ ਜਿਸ ਪਰੇ 'ਚ ਚਾਹੁਣ ਜਾ ਕੇ ਬੈਠ ਸਕਦੇ ਸੀ। ਆਪਣੀ 2 ਡੰਗ ਦੀ ਰੋਟੀ ਪੈਦਾ ਕਰਨ ਵਾਸਤੇ ਉਹਨਾਂ ਨੂੰ 8 ਚੋਂ 5 ਪਹਿਰ ਧੰਦਾ ਪਿੱਟਣਾ ਪੈਂਦਾ ਸੀ। ਸੱਜਣ ਸਿੰਘ ਦੇ ਘਰ ਦੇ ਪਿਛਲੇ ਪਾਸੇ 4 ਕਨਾਲ ਵਿਹਲੀ ਰੋਡ ਪਈ ਸੀ। ਉਸ 'ਚ 5-7 ਬੇਕਾਰ ਖੁੰਡ ਤੇ 2 ਵਣ ਦੀਆਂ ਵਿੰਗ ਤੜਿੰਗੀਆਂ ਲੱਕੜੀਆਂ ਪਈਆਂ ਸੀ। ਸਿਆਲ ਦੇ ਪਿਛਲੇ ਪਹਿਰ ਨਿੱਘੀ ਨਿੱਘੀ ਧੁੱਪ ਸੇਕਣ ਵਾਸਤੇ ਕੁਝ ਲੋਕ ਉੱਥੇ ਇਕੱਠੇ ਹੋ ਜਾਂਦੇ ਸੀ। ਕਦੀ ਇਹਨਾਂ ਖੁੰਡਾਂ ਤੇ ਸਾਰੇ ਪਿੰਡ ਦੇ ਬੰਦੇ ਰਲ ਬੈਠਿਆ ਕਰਦੇ ਸੀ, ਪਰ ਨੰਬਰਦਾਰੀ ਦੇ ਝਗੜੇ ਪਿੱਛੋਂ ਕੋਈ ਵੀ ਮੁਸਲਮਾਨ ਇੱਥੇ ਆ ਕੇ ਨਹੀਂ ਸੀ ਬੈਠਦਾ। ਸਾਹਮਣੀ ਰੱਕੜ ਵਿੱਚ ਮੁੰਡੇ ਅਜੇ ਇਕੱਠੇ ਹੀ ਖੇਡਦੇ ਸੀ। ਇਸ ਛੂਤ ਦੀ ਬਿਮਾਰੀ ਦੇ ਕੀੜੇ ਉਹਨਾਂ 'ਚ ਦਾਖਲ ਤਾਂ ਹੋ ਗਏ, ਪਰ ਅਜੇ ਜ਼ੋਰ ਨਹੀਂ ਸੀ ਪਕੜ ਸਕੇ। ਪੁਰਾਣਾ ਤਾਸ਼ ਦਾ ਖਿਡਾਰੀ ਦੀਪਾ ਦਾੜੀ ਆ ਜਾਣ ਕਰਕੇ ਹੁਣ ਦੀਪ ਸਿੰਘ ਬਣ ਗਿਆ ਸੀ ਤੇ ਨਾਲ ਇੱਕ ਬੱਚੇ ਦਾ ਬਾਪ ਬਣ ਜਾਣ ਕਰਕੇ ਹੁਣ ਉਹਦਾ ਅੱਧਾ ਨਾਂ ਕੋਈ ਨਹੀਂ ਸੀ ਸੱਦਦਾ। ਨਾਲ ਦੇ ਖੁੰਡ ਤੇ ਉਹ ਬੈਠਾ ਸਣ ਕੱਢ ਰਿਹਾ ਸੀ। ਇਕੱਲਾ ਇੱਕ ਖੁੰਡ ਮੱਲੀ ਬੈਠਾ ਸੀ। ਸਣ ਕੱਢਣ ਵਾਲੇ ਦੇ ਖੱਬੇ ਹੱਥ ਬਹਿਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ, ਇਸੇ ਵਾਸਤੇ ਬਾਕੀ ਦੇ ਵਿਹਲੇ ਬੰਦੇ ਉਹ ਤੋਂ ਦੂਰ ਦੂਰ ਦੂਜੇ ਖੰਡਾਂ ਤੇ ਬੈਠੇ ਸੀ। ਦਿਸ ਹੱਦੇ ਦੇ ਪੱਲੇ ਉਹਨੇ ਮੂੰਹ ਲੁਕਾਉਣ ਵਾਸਤੇ ਸੂਰਜ ਬੜੀ ਤੇਜ਼ੀ ਨਾਲ ਦੌੜਿਆ ਜਾ ਰਿਹਾ ਸੀ। ਮਾਘ ਦਾ ਮਹੀਨਾ ਖਤਮ ਹੋਣ ਤੇ ਆ ਗਿਆ ਸੀ। ਬਸੰਤ ਭਾਵੇਂ ਲੰਘ ਚੁੱਕੀ ਸੀ, ਪਰ ਸਰਦੀ ਦਾ ਅਜੇ ਬਥੇਰਾ ਜ਼ੋਰ ਸੀ। ਰੱਸੇ ਵੱਟ ਰਿਹਾ ਹੈ ਆਪਣੇ ਪਸ਼ੂਆਂ ਨੂੰ ਜੂੜਨ ਵਾਸਤੇ। ਬਾਬੇ ਕਾਲੀ ਨੇ ਕੋਲ ਆ ਕੇ ਅਚਨਚੇਤ ਸੱਜਣ ਸਿੰਘ ਤੇ ਸਵਾਲ ਕਰਤਾ। ਉਹ ਆਪਣੇ ਕਿਸੇ ਖਿਆਲ 'ਚ ਡੁੱਬਾ ਖੇਤ ਵੱਲੋਂ ਆ ਰਿਹਾ ਸੀ। ਚੰਗੀ ਗੱਲ ਏ, ਉਹਨਾਂ ਬੇਜ਼ਬਾਨਾਂ ਨੂੰ ਅੱਛੀ ਤਰ੍ਹਾਂ ਜੂੜ ਕੇ ਰੱਖੋ। ਅੰਗਰੇਜ਼ ਦੇ ਸੰਗਲ ਤੋੜਨ ਜੋਗੇ ਤਾਂ ਅਸੀਂ ਨਹੀਂ, ਸੋ ਆਪਣਾ ਬਦਲਾ ਪਸ਼ੂਆਂ ਤੋਂ ਲੈਣ ਵਾਸਤੇ ਉਹਨਾਂ ਦੇ ਹੀ ਰੱਸੇ ਪੈੜੇ ਅਸੀਂ ਵੱਟਦੇ ਰਹੀਏ। ਬਾਬਾ ਕਾਲੀਆ, ਇਉਂ ਵਗਾਵਾਂ ਸੋਟਾ ਮਾਰਨ ਨਾਲ ਸਵਾਦ ਨਹੀਂ ਆਉਂਦਾ, ਜਰਾ ਬਹਿ ਕੇ ਗੱਲ ਸੁਣਾ। ਸੱਜਣ ਸਿੰਘ ਦੀ ਥਾਂ ਦੀਪ ਸਿੰਘ ਨੇ ਉੱਤਰ ਦਿੱਤਾ। ਆਹੋ, ਤੂੰ ਗਰਨੇ ਭੰਨ ਤੇ ਮੈਂ ਗੱਲਾਂ ਸੁਣਾਉਣਾ। ਅਖੇ ਵੀਰਾ, ਤੁਸੀਂ ਲਾਓ ਆਸਾ ਦੀ ਵਾਰ ਤੇ ਮੈਂ ਜ਼ਰਾ ਚੱਕੀ ਪੀ ਲਵਾਂ। ਇਹ ਗੱਲ ਏ ਤਾਂ ਆਲਾ ਫੜ। ਦੀਪ ਸਿੰਘ ਨੇ ਗਰਨੇ ਉੱਤੇ ਖੱਬੇ ਹੱਥ ਵਾਲੀ ਸਣ ਬਲੇਟ ਕੇ ਰੱਖਤੀ। ਛੱਡਦੇ ਹੋਏ ਸੱਜਣਾ, ਬਾਬੇ ਕਾਲੀ ਕੋਲੋਂ ਕੁਝ 2-4 ਦੇਸ਼ ਦੀਆਂ ਗੱਲਾਂ ਸੁਣ ਲਈਏ। ਸਰਕਾਰੀਆ ਦਾ ਹੋ ਗਿਆ ਹੁੰਦਾ ਤਾਂ ਪਿੰਡ ਦੇ 5-7 ਗੱਭਰੂ ਭਰਤੀ ਨਾ ਕਰਾਏ ਹੁੰਦੇ ਹੁਣ ਤੱਕ। ਆਪਾਂ ਤਾਂ ਬਾਬੇ ਕਾਲੀ ਦੇ ਚੇਲੇ ਆ। ਸੱਜਣ ਸਿੰਘ ਨੇ ਦੂਰੀ ਕੀਤੀ, ਤੰਦੂਲੀ ਇਕੱਠੀ ਕਰਦਿਆਂ ਗਿਆ। ਉਹਦੀ ਗੱਲ ਦਾ ਨਿਸ਼ਾਨਾ ਦੂਸਰਾ ਨੰਬਰਦਾਰ ਇਲਮਦੀਨ ਸੀ, ਜੋ ਹੁਣ ਤੱਕ ਪਿੰਡ ਦੇ 5 ਮੁੰਡੇ ਭਰਤੀ ਕਰਾ ਚੁੱਕਾ ਸੀ। ਇੱਛਾ ਹੈ ਤੁਹਾਡੀ ਕੁਝ ਸੁਣਨ ਦੀ? ਬਾਬੇ ਕਾਲੀ ਨੇ ਸਾਰਿਆਂ ਵੱਲ ਝਾਤੀ ਮਾਰਦਿਆਂ ਕਿਹਾ। ਉਹ ਬਹਿ ਜਾ ਘੜੀ, ਸੁਣਾ ਕੋਈ ਖਬਰ। ਰੋਜ਼ ਕੋਈ ਹਵਾੜੇ ਉੱਡਦੇ ਸੁਣਦੇ ਆ, ਕੋਈ ਪਤੇ ਦੀ ਗੱਲ ਦੱਸ। ਲਓ ਸੁਣੋ ਫਿਰ। ਸਿਰਫ 2 ਦਿਨ ਤੁਹਾਡੇ ਕੋਲ ਹੋਰ ਆ, ਤੀਜੇ ਦਿਨ ਆਪਾਂ ਤੁਰ ਜਾਵਾਂਗੇ। ਕਿੱਧਰ ਤੁਰ ਜਾਣਾ ਬਾਬਾ ਕਾਲੀਆ? ਵੇਖੀ ਕਿਤੇ ਪਿੰਡ ਰੰਡਾ ਨਾ ਕਰ ਜੀ। ਕੋਲੋਂ ਮਿਲਖਾ ਸਿੰਘ ਨੇ ਠੱਠੇ ਨਾਲ ਕਿਹਾ। ਵਾਹਿਗੁਰੂ ਬੋਲੋ ਇਹ ਕੜਵਿਆਂ, ਕਿਹੋ ਜਿਹੀਆਂ ਗੱਲਾਂ ਕੱਢਦਾ ਮੂੰਹ। ਦੀਪ ਸਿੰਘ ਨੇ ਮਿਲਖਾ ਸਿੰਘ ਨੂੰ ਝਿੜਕ ਦਿੰਦਿਆਂ ਕਿਹਾ।
ਕੋਈ ਨਹੀਂ, ਕਾਵਾਂ ਦੇ ਆਖਿਆ ਕਦੇ ਢੋਰ ਮਰ ਚਲੇ ਨੇ। ਆਪਾਂ ਹਿੰਦੁਸਤਾਨ ਆਜ਼ਾਦ ਹੋਇਆ ਵੇਖ ਕੇ ਮਰਨਾ, ਉਹ ਤੋਂ ਪਹਿਲਾਂ ਨਹੀਂ। ਬਾਬੇ ਕਾਲੀ ਨੇ ਬੜੇ ਦ੍ਰਿੜ ਭਰੋਸੇ ਨਾਲ ਕਿਹਾ। ਹਿੰਦੁਸਤਾਨ ਵੀ ਜੇ ਹੁਣ ਆਜ਼ਾਦ ਹੋ ਗਿਆ ਤਾਂ ਹੋ ਗਿਆ, ਨਹੀਂ ਤਾਂ ਫਿਰ ਨਹੀਂ ਛੱਡਦੇ ਬਿੱਲੇ। ਟਹਿਲ ਸਿਆ, ਇਹ ਤਾਂ ਆਜ਼ਾਦ ਹੋ ਕੇ ਹੀ ਰਹੂਗਾ। ਕੋਈ ਵੀ ਤਾਕਤ ਹੁਣ ਇਹਨੂੰ ਗੁਲਾਮ ਨਹੀਂ ਰੱਖ ਸਕਦੀ। ਹਾਂ, ਇਸ ਬਾਰੇ ਨਹੀਂ ਕਿਹਾ ਜਾ ਸਕਦਾ ਕਿ ਕਾਂਗਰਸ ਦੀ ਇਹ ਲੜਾਈ ਅਖੀਰੀ ਹੋਵੇ ਜਾਂ ਜੇ ਹੋਰ ਵੀ ਮੋਰਚਾ ਲੈਣਾ ਪਵੇ। ਆਹ ਜਿਹੜੇ ਰੋਜ਼ ਹਵਾੜੇ ਉੱਡਦੇ ਨੇ ਮਹਾਤਮਾ ਗਾਂਧੀ ਬਾਰੇ, ਇਹਨਾਂ 'ਚੋਂ ਸੱਚੀ ਗੱਲ ਕਿਹੜੀ ਹੈ? ਦੀਪ ਸਿੰਘ ਨੇ ਬਾਬੇ ਕਾਲੀ ਦੇ ਸਵਾਲ ਕੀਤਾ। ਵੇਖੋ ਨਾ, ਇਹ ਅੰਗਰੇਜ਼ ਅਫਸਰ ਹਨ ਤਾਂ ਬੜੇ ਸ਼ੈਤਾਨ। ਉਹ ਸ਼ੈਤਾਨ ਕੀ, ਸ਼ੈਤਾਨ ਦੀ ਟੂਟੀ। ਦੀਪ ਸਿੰਘ ਨੇ ਬਾਬੇ ਦੀ ਗੱਲ ਰਾਹੋਂ ਟੋਕ ਕੇ ਦਿਲ ਦੀ ਕੀ। ਸ਼ੈਤਾਨ ਦੀ ਟੂਟੀ ਕੀ ਹੁੰਦਾ? ਨਾ ਇੰਨਾ ਚਿਰ ਰਾਜ ਵੀ ਨਹੀਂ ਕਰ ਸਕੇ, ਨਹੀਂ ਸਨ ਕਰ ਸਕਦੇ। ਲਾਗਿਓ ਧਰਮ ਸਿੰਘ ਛੜੇ ਦੀ ਆਵਾਜ਼ ਆਈ। ਗੱਲਾਂ 'ਚ ਉਹ ਵੀ ਆਪਣੀ ਹੋਂਦ ਦਾ ਸਬੂਤ ਦੇਣਾ ਚਾਹੁੰਦਾ ਸੀ। ਭਈ ਹੁਣ ਸਾਰੇ ਭੰਤੋ ਭਾਤ ਨਾ ਬੋਲੋ, ਬਾਬੇ ਕਾਲੀ ਕੋਲੋਂ ਸੁਣਨ ਦਿਓ। ਟਹਿਲ ਸਿੰਘ ਨੇ ਅੱਧ ਚੋਂ ਗੱਲਾਂ ਟੋਕਣ ਵਾਲਿਆਂ ਨੂੰ ਇੱਕ ਲੇਖੇ ਹਦਾਇਤ ਕਰਤੀ। ਇਹ ਤਾਂ ਤੁਸੀਂ ਵਹਿੰਦੇ ਹੀ ਹੋ ਕਿ ਅੰਗਰੇਜ਼ ਬੜਾ ਕੜਕੇ 'ਚ ਫਸਿਆ ਹੈ। ਖੰਗੂਰਾ ਮਾਰ ਕੇ ਬਾਬੇ ਕਾਲੀ ਨੇ ਬੜੇ ਟਿਕਾਣਿਓਂ ਗੱਲ ਸ਼ੁਰੂ ਕੀਤੀ, ਪਰ ਫੂੰ ਫਾਂ ਜੇ ਉਹੋ ਜਿਹਾ ਹੀ ਸੀ। ਰੱਸੀ ਸੜ ਗਈ ਪਰ ਵੱਟ ਨਾ ਗਿਆ। ਇਹ ਸੌਖੇ ਸਮੇਂ ਵੀ ਉਹ ਸਾਨੂੰ ਕੁਝ ਦੇ ਦਵਾਲ ਨਹੀਂ। ਪਿੱਛੇ ਕ੍ਰਿਪਸ ਆਇਆ ਤਾਂ ਉਹ ਐਵੇਂ ਗੋਂਗਲੂਆਂ ਤੋਂ ਮਿੱਟੀ ਝਾੜ ਗਿਆ। ਇੱਕੋ ਅਖਾੜੇ ਦੇ ਤਾਂ ਘਲਾਟੀਏ ਹੋਏ ਸਾਰੇ ਬੱਤਰ ਤੇ ਆਈ ਗੱਲ ਤੋਂ ਦੀਪ ਸਿੰਘ ਚੁੱਪ ਨਹੀਂ ਸੀ ਰਹਿ ਸਕਦਾ। ਸਾਡੇ ਵੱਡੇ ਵੱਡੇ ਆਗੂਆਂ ਨੇ ਕਿਹਾ ਵੀ ਦੋ ਟੁਕ ਫੈਸਲਾ ਕਰੋ ਕਿ ਲੜਾਈ ਮੁੱਕਣ ਪਿੱਛੋਂ ਕਦੋਂ ਸਾਨੂੰ ਆਜ਼ਾਦ ਕਰੋਗੇ। ਪਰ ਅੰਗਰੇਜ਼ਾਂ ਨੇ ਉਹ ਲਾਰੇ ਲੱਪੇ ਵਾਲੀ ਪੁਰਾਣੀ ਚਾਲ ਨਹੀਂ ਛੱਡੀ। ਅਖੀਰ ਕਾਂਗਰਸ ਨੇ ਸੰਨ 40 'ਚ ਮੋਰਚਾ ਲਾਤਾ। ਉਹ ਮੋਰਚਾ ਤੁਸੀਂ ਜਾਣਦੇ ਹੋ, ਬੜਾ ਠੰਡਾ ਸੀ। ਮਹਾਤਮਾ ਗਾਂਧੀ ਅੰਗਰੇਜ਼ਾਂ ਨੂੰ ਵਧੇਰੇ ਔਖਿਆ ਨਹੀਂ ਸੀ ਕਰਨਾ ਚਾਹੁੰਦਾ ਤੇ ਅੰਗਰੇਜ਼ਾਂ ਨੇ ਸਮਝ ਲਿਆ ਵੀ ਇਹ ਸਾਤੋਂ ਡਰ ਗਏ। ਉਹੀ ਗੱਲ, ਲੱਜ ਮਰਿੰਦਾ ਅੰਦਰ ਵੜਿਆ, ਮੂਰਖ ਆਖੇ ਮੈਂ ਤੋਂ ਡਰਿਆ। ਦੀਪ ਸਿੰਘ ਦੀ ਗੱਲ ਤੇ ਕੋਈ ਸਰੋਤਿਆਂ ਨੇ ਪ੍ਰੋੜਤਾ ਵਜੋਂ ਸਿਰ ਹਿਲਾਏ। ਤੰਗ ਆ ਕੇ ਕਾਂਗਰਸ ਨੇ 8 ਅਗਸਤ 42 ਨੂੰ ਵੱਡੇ ਮੋਰਚੇ ਦਾ ਐਲਾਨ ਕਰਤਾ। ਭਈ ਬੰਦਾ ਤਾਂ ਉਹ ਮਾੜਚੂ ਜਿਹਾ ਹੈ ਮਹਾਤਮਾ ਗਾਂਧੀ, ਪਰ ਦਿਲ ਦਾ ਬੜਾ ਪੱਕਾ ਹੈ। ਟਹਿਲ ਸਿੰਘ ਨੇ ਸ਼ਰਧਾ ਨਾਲ ਸਿਰ ਹਿਲਾਉਂਦਿਆਂ ਕਿਹਾ। ਮੈਂ ਕਿਹਾ ਨਿਰਾ ਸੈਂਡ ਏ ਸੈਂਡ। ਦੀਪ ਸਿੰਘ ਨੇ ਆਪਣੀ ਠੇਠ ਬੋਲੀ 'ਚ ਮਹਾਤਮਾ ਗਾਂਧੀ ਦੇ ਨਿੱਗਰਪਣੇ ਦੀ ਤਾਰੀਫ ਕੀਤੀ। ਮਹਾਤਮਾ ਗਾਂਧੀ ਨੇ ਸਰਕਾਰ ਨੂੰ ਲਲਕਾਰ ਕੇ ਕਿਹਾ, ਅੰਗਰੇਜ਼ੋ ਹਿੰਦੁਸਤਾਨ ਛੱਡ ਜਾਓ। ਸਰਕਾਰ ਪਹਿਲਾਂ ਹੀ ਸਮੇਂ ਦੀ ਉਡੀਕ 'ਚ ਸੀ। ਅਗਲੇ ਦਿਨ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਸਰਕਾਰ ਨੇ ਸਣੇ ਮਹਾਤਮਾ ਗਾਂਧੀ ਸਾਰੇ ਵੱਡੇ ਵੱਡੇ ਲੀਡਰਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਗ੍ਰਿਫਤਾਰੀਆਂ ਬੰਬਈ 'ਚ ਹੋਈਆਂ। ਬੰਦ ਗੱਡੀਆਂ 'ਚ ਬਿਠਾ ਕੇ ਪਤਾ ਨਹੀਂ ਪੁਲਿਸ ਵਾਲੇ ਲੀਡਰਾਂ ਨੂੰ ਕਿੱਥੇ ਲੈ ਗਏ। ਨਾਲ ਹੀ ਸਰਕਾਰ ਨੇ ਸਾਰੀਆਂ ਨਿੱਕੀਆਂ ਵੱਡੀਆਂ ਕਾਂਗਰਸ ਕਮੇਟੀਆਂ ਨੂੰ ਕਾਨੂੰਨ ਵਿਰੁੱਧ ਕਰਾਰ ਦੇ ਦਿੱਤਾ। ਛਾਪੇ ਮਾਰ ਕੇ ਥਾਂ ਥਾਂ ਕਾਂਗਰਸ ਦੇ ਦਫ਼ਤਰਾਂ ਤੇ ਕਬਜ਼ਾ ਕਰ ਲਿਆ। ਉਹ ਮਾਰਸ਼ਲ ਲਾ ਤੀ ਕਿ ਟਹਿਲ ਸਿੰਘ ਦੀ ਅੱਖਾਂ ਸਾਹਮਣੇ 1919 ਵਾਲੀ ਮਾਰਸ਼ਲ ਲਾ ਦਾ ਨਜ਼ਾਰਾ ਆ ਗਿਆ। ਉਹ ਇਹਨਾਂ ਧੱਕੇਸ਼ਾਹੀਆਂ ਤੋਂ ਲੋਕ ਸਗੋਂ ਭੜਕ ਗਏ। ਉਸ ਦਿਨ ਬੰਬਈ 'ਚ ਕਾਂਗਰਸ ਵਲੰਟੀਅਰਾਂ ਦੀ ਪਰੇਡ ਹੋਈ ਸੀ। ਲੋਕ ਸੋਚ ਰਹੇ ਸੀ, ਵੇਖੀ ਕਾਂਗਰਸੀ ਪਰੇਡ ਕਰਦੇ ਨੇ ਜਾਂ ਸਰਕਾਰ ਤੋਂ ਡਰਦੇ ਰੁਕ ਜਾਂਦੇ। ਹੇਖਾਂ ਉਹ ਜਿਨ੍ਹਾਂ ਦੇ ਅੰਦਰ ਲਗਨ ਹੁੰਦੀ ਹੈ, ਉਹ ਡਰ ਕੇ ਰੁਕਦੇ ਥੋੜਾ ਨਹੀਂ। ਭਗਤ ਸਿੰਘ ਸ਼ੇਰ ਫਾਂਸੀ ਚੜ੍ਹਨੋਂ ਨਹੀਂ ਸੀ ਰੁਕਿਆ ਤੇ ਇੱਥੇ ਤਾਂ ਅਖੀਰ ਨੀਤ ਸਮੇਂ ਤੇ ਕਾਂਗਰਸੀ ਤਿਰੰਗੇ ਝੰਡੇ ਲੈ ਕੇ ਨਿਕਲੇ। ਬਾਜ਼ਾਰਾਂ 'ਚ ਲੋਕਾਂ ਦੀ ਭੀੜ ਇਕੱਠੀ ਹੋ ਗਈ, ਆਪਣੇ ਆਪ ਹੀ ਜਲੂਸ ਬਣ ਗਿਆ। ਤੇ ਜਦੋਂ ਧਮਕੀਆਂ ਸੁਣ ਕੇ ਭੀੜ ਨਾ ਖਿੰਡੀ ਤੇ ਪੁਲਿਸ ਨੇ ਟੀਅਰ ਗੈਸ ਛੱਡੀ, ਲਾਠੀ ਚਾਰਜ ਕੀਤਾ। ਸੋਨਾ ਸਰਕਾਰ ਦੇ ਨਮਕ ਹਲਾਲਾਂ ਨੇ ਅੰਨ੍ਹੇਵਾਹ ਡਾਂਗ ਭਰਾਈ। ਰਾਤ ਤੱਕ ਕਈ 100 ਲੋਕ ਫੱਟੜ ਹੋ ਗਏ। ਇਸ ਤਰ੍ਹਾਂ ਜਨਤਾ ਦਾ ਰੋਸ ਵਧੇਰੇ ਭੜਕ ਉੱਠਿਆ। ਅਗਲੇ ਦਿਨ ਸ਼ਹਿਰ 'ਚ ਹੜਤਾਲ ਹੋ ਗਈ। ਲੋਕ ਵਧੇਰੇ ਮੈਦਾਨ 'ਚ ਆ ਗਏ। ਇਉਂ ਜਾਪਦਾ ਸੀ ਜਿਵੇਂ ਸਾਰੀ ਦੁਨੀਆ ਘਰ ਛੱਡ ਕੇ ਬਾਜ਼ਾਰਾਂ 'ਚ ਆ ਗਈ ਹੋਵੇ। ਤੇ ਅਗਲੇ ਦਿਨ 13 ਵਾਰ। ਇਹ ਹਿਸਾਬ ਕੌਣ ਲੈਂਦਾ? ਪੁਲਿਸ ਦੀ ਗੋਲੀ ਨਾਲ ਕਿੰਨੇ ਮਰੇ, ਕਿੰਨੇ ਫੱਟੜ ਹੋਏ? ਇਹ ਸਿਰਫ ਇੱਕ ਸ਼ਹਿਰ ਦੀ ਗੱਲ ਹੈ। ਹੋਰ ਨਾਗਪੁਰ, ਮਦਰਾਸ, ਕਰਾਚੀ, ਲਾਹੌਰ, ਦਿੱਲੀ, ਕਾਨਪੁਰ, ਇਲਾਹਾਬਾਦ, ਪੂਨਾ, ਅਹਿਮਦਾਬਾਦ, ਲਖਨਊ, ਸਾਰੇ ਵੱਡੇ ਵੱਡੇ ਸ਼ਹਿਰਾਂ 'ਚ ਹੱਤਿਆ ਕਾਂਡ ਹੋਏ। ਨਿਰੇ ਪਿਸਤੌਲਾਂ ਤੇ ਰਫਲਾਂ ਦੀਆਂ ਗੋਲੀਆਂ ਨੇ ਪੁਲਿਸ ਨੇ ਬਸ ਨਹੀਂ ਕੀਤੀ। ਕਈ ਥਾਂ ਹਵਾਈ ਜਹਾਜ਼ਾਂ ਤੋਂ ਬੰਬ ਸੁੱਟੇ ਤੇ ਨਿਹੱਥੇ ਬੇਗਨਾਹਾਂ ਤੇ ਗੋਲੀਆਂ ਭਰਾਈਆਂ। ਫੜ ਕੇ ਦਾਣਿਆਂ ਵਾਂਗ ਲੋਕ ਭੁੰਨ ਸੁੱਟੇ। ਫਿਰ ਸੱਚੀ ਗੱਲ ਹੈ, ਕਿਤੇ ਲੋਕ ਵੀ ਗੁੱਸੇ 'ਚ ਪਾਗਲ ਹੋ ਉੱਠੇ। ਭਾਵੇਂ ਮਹਾਤਮਾ ਗਾਂਧੀ ਦਾ ਹੁਕਮ ਸੀ ਵੀ ਹਰ ਜ਼ੁਲਮ ਸਹਿ ਕੇ ਸ਼ਾਂਤ ਰਹਿਣਾ, ਪਰ ਲੀਡਰਾਂ ਤੋਂ ਸੱਖਣੇ ਲੋਕ ਸ਼ਾਂਤ ਨਾ ਰਹਿ ਸਕੇ। ਉਹਨਾਂ ਨੇ ਡਾਕਖਾਨੇ ਸਾੜ ਸੁੱਟੇ, ਰੇਲਾਂ ਉਲਟਾਤੀਆਂ, ਟੈਲੀਫੋਨ ਦੀਆਂ ਤਾਰਾਂ ਕੱਢ ਦਿੱਤੀਆਂ, ਬਾਜ਼ਾਰਾਂ 'ਚ ਰੋਕ ਕੇ ਕਾਰਾਂ ਪੰਚਰ ਕਰਤੀਆਂ। ਸਾਰੇ ਦੇਸ਼ ਵਿੱਚ ਹੜਤਾਲ ਹੋ ਗਈ। ਕਈ ਰੇਲਾਂ ਚੱਲਣੀਆਂ ਬੰਦ ਹੋ ਗਈਆਂ। ਕਿਤੇ ਸ਼ਹਿਰ ਗਿਆ ਜਿਹੜੀਆਂ ਫਵਾਵਾਂ ਸੁਣਦੀਆਂ ਸੀ, ਉਹ ਤਾਂ ਡਾਢੀਆਂ ਹੀ ਭੈੜੀਆਂ ਸੀ। ਉਹ ਮਾਰ ਲੂੰ ਕੰਡੇ ਖੜੇ ਹੋ ਜਾਂਦੇ ਸੁਣ ਕੇ। ਅੰਗਰੇਜ਼ਾਂ ਨੇ ਕੀਤੀ ਵੀ ਅਖੀਰ। ਕੋਈ ਵੀ ਸ਼ਰੀਫ ਕੌਮ ਕਿਸੇ ਅਧੀਨ ਦੇਸ਼ ਉੱਤੇ ਇੰਨਾ ਤਸ਼ੱਦਦ ਨਹੀਂ ਕਰਦੀ।
ਕਈ ਹਜ਼ਾਰ ਬੰਦੇ ਮਾਰੇ ਗਏ, ਕਈ ਘਰ ਤਬਾਹ ਹੋ ਗਏ, ਕਈ ਖਾਨਦਾਨ ਸਮੂਲ ਚੋਂ ਮਿਟ ਗਏ। ਇਸੇ ਵਾਸਤੇ ਮਹਾਤਮਾ ਗਾਂਧੀ ਨੇ ਮਰਨ ਵਰਤ ਰੱਖਿਆ? ਦੀਪ ਸਿੰਘ ਨੇ ਪੁੱਛਿਆ। ਉਹ ਵਰਤ ਰੱਖਣ ਦਾ ਕਾਰਨ ਇੱਕ ਹੋਰ ਵੀ ਹੈ। ਬਾਬੇ ਕਾਲੀ ਨੇ ਥੋੜਾ ਜਿਹਾ ਦੀਪ ਸਿੰਘ ਵੱਲ ਮੂੰਹ ਕਰਕੇ ਕਿਹਾ। ਸਰਕਾਰ ਨੇ ਦੂਸ਼ਣ ਲਾਇਆ ਕਿ ਇਹ ਸਭ ਤਸ਼ੱਦਦ ਦੀਆਂ ਕਾਰਵਾਈਆਂ ਮਹਾਤਮਾ ਗਾਂਧੀ ਦੇ ਇਸ਼ਾਰੇ ਤੇ ਹੋਈਆਂ। ਸਰਕਾਰ ਨੇ ਦੇਸਾਂ ਪ੍ਰਦੇਸਾਂ 'ਚ ਢੰਡੋਰਾ ਪਿੱਟਿਆ ਵੀ ਕਾਂਗਰਸ ਨੇ ਸਕੀਮ ਅੰਦਰਖਾਨੇ ਪਹਿਲਾਂ ਹੀ ਬਣਾਈ ਸੀ। ਪਰ ਪਿੰਡਾਂ 'ਚ ਤਾਂ ਬੜੇ ਹਵਾੜੇ ਉੱਡਦੇ ਨੇ ਬਈ ਸੁਣਿਆ ਮਹਾਤਮਾ ਗਾਂਧੀ ਦੀ ਹਾਲਤ ਬੜੀ ਮਾੜੀ ਹੋ ਗਈ ਹੈ। ਰੱਬ ਨਾ ਕਰੇ ਜੇ ਉਹਨੂੰ ਕੁਝ ਹੋ ਗਿਆ। ਹਾਂ, ਕਿਸੇ ਹੱਦ ਤੱਕ ਇਹ ਅਫਵਾਹਾਂ ਸੱਚੀਆਂ ਨੇ। ਮਹਾਤਮਾ ਗਾਂਧੀ ਨੂੰ ਕੁਝ ਹੋ ਗਿਆ ਤਾਂ ਅਜਿਹੀ ਅੱਗ ਭੜਕ ਉੱਠੇਗੀ ਜਿਹਨੂੰ ਕੋਈ ਵੀ ਬੁਝਾ ਨਹੀਂ ਸਕੇਗਾ। ਸਰਕਾਰੀ ਲੋਕਾਂ ਵਾਸਤੇ ਉਹ ਦਿਨ ਪਰਲੋ ਦਾ ਹੋਏਗਾ। ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੋ ਵੀ 21 ਦਿਨਾਂ ਦਾ ਵਰਤ ਸੁੱਖਾਂ ਨਾਲ ਨਿਭ ਜਾਏ। ਬਾਬੇ ਕਾਲੀ ਨੇ ਸਿਰ ਫੇਰਦਿਆਂ ਬੜੀ ਚਿੰਤਾ ਭਰੀ ਆਵਾਜ਼ 'ਚ ਕਿਹਾ। ਭਲਾ ਕਿੰਨੇ ਕੁ ਲੋਕ ਕੈਦ ਹੋ ਗਏ ਹੋਣਗੇ ਹੁਣ ਤੱਕ? ਮਿਲਖਾ ਸਿੰਘ ਨੇ ਗੱਲ ਜਾਰੀ ਕਰਨ ਲਈ ਪੁੱਛਿਆ। ਕੋਈ ਸਹੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਨਾਲੇ ਅੱਜ ਕਿਹੜਾ ਮੋਰਚਾ ਫਤਿਹ ਹੋ ਗਿਆ। ਸਹਿਜ ਲੋਕ ਜਾ ਹੀ ਰਹੇ ਨੇ। ਚੌਥ ਮੈਂ ਵੀ ਚਲਾ ਜਾਵਾਂਗਾ। ਬਾਬਾ ਕਾਲੀਆ, ਮੈਂ ਵੀ ਤੇਰੇ ਨਾਲ ਚੱਲਾਂਗਾ। ਕੀ ਪਤਾ ਫਿਰ ਕੋਈ ਮੋਰਚਾ ਲੱਗਣਾ ਹੈ ਕਿ ਨਹੀਂ, ਜਾਂਦੀ ਵਾਰੀ ਦਾ ਹਿੱਸਾ ਪਾ ਲਈਏ। ਟਹਿਲ ਸਿੰਘ ਨੇ ਕਿਹਾ। ਉਹ ਛੜਿਆ, ਚੱਲਣਾ ਹੈ ਤੂੰ ਵੀ? ਦੀਪ ਸਿੰਘ ਨੇ ਠੱਠੇ ਨਾਲ ਧਰਮ ਸਿੰਘ ਨੂੰ ਪੁੱਛਿਆ। ਕਿਉਂ ਨਹੀਂ? ਖਾਣ ਪੀਣ ਨੂੰ ਬਾਂਦਰੀ, ਡੰਡੇ ਸਹਿਣ ਨੂੰ ਰਿੱਛ, ਨਿੱਗੀਆਂ ਬੁੱਕਲਾਂ ਦੀਆਂ ਮੌਜਾਂ ਲੁੱਟਣ ਨੂੰ ਤੁਸੀਂ, ਜੇਲ੍ਹ ਜਾਣ ਨੂੰ ਛੜਾ। ਅੱਜ ਤੱਕ ਮੇਰੇ ਸਿਰ ਕੀ ਸਹਾਨ ਕੀਤਾ ਜੇ ਜਿਹੜੇ ਮੈਨੂੰ ਵੰਗਾਰਦੇ ਜੇ? ਧਰਮ ਸਿੰਘ ਨੇ ਅੱਗੋਂ ਫਿੱਕੀ ਜੀ ਹੱਸਦਿਆਂ ਕਿਹਾ। ਪੁੱਤ ਦੀਪ ਸਿਆਂ, ਬਾਬੇ ਕਾਲੀ ਨੇ ਬੜੇ ਠਰਮੇ ਨਾਲ ਕਿਹਾ, ਵਿਚਾਰੇ ਧਰਮ ਸਿੰਘ ਨੂੰ ਹਾਸਾ ਠੱਠਾ ਖੁਸ਼ੀ ਕਰੋ। ਸਾਰੇ ਲੋਕ ਕਿਸੇ ਵੀ ਲਹਿਰ 'ਚ ਨਹੀਂ ਜਾਇਆ ਕਰਦੇ ਤੇ ਨਾ ਹੀ ਸਾਰਿਆਂ ਦੇ ਜਾਣ ਦੀ ਲੋੜ ਹੁੰਦੀ ਹੈ, ਨਾ ਹੀ ਮੈਂ ਸਾਰਿਆਂ ਨੂੰ ਜਾਣ ਵਾਸਤੇ ਕਹਿੰਦਾ। ਹਾਂ, ਸਾਰਿਆਂ ਦੀ ਹਮਦਰਦੀ ਜ਼ਰੂਰ ਹੋਣੀ ਚਾਹੀਦੀ ਹੈ ਤੇ ਹਮਦਰਦੀ ਹੈ ਵੀ। ਜਿਹੜੇ ਦੇਸੀ ਅਫਸਰ ਇਸ ਵੇਲੇ ਸਰਕਾਰ ਦਾ ਸਾਥ ਦੇ ਰਹੇ ਨੇ, ਦਿਲੋਂ ਵੀ ਸਾਡੇ ਨਾਲ ਹੀ ਹੈ। ਤੁਹਾਨੂੰ ਪਤਾ ਹੋਏਗਾ ਵਾਇਸਰਾਏ ਦੀ ਕੌਂਸਲ ਦੇ ਮੈਂਬਰ ਇੱਕ ਵੱਡੇ ਆਦਮੀ ਸਰ CP ਰਾਧਾ ਸੁਆਮੀ ਅਈਅਰ ਨੇ ਅਸਤੀਫਾ ਦੇ ਦਿੱਤਾ ਹੈ। ਕਈ ਹੋਰ ਅਫਸਰਾਂ ਨੇ ਵੀ ਨੌਕਰੀਆਂ ਛੱਡ ਦਿੱਤੀਆਂ ਨੇ। ਇਹ ਥੋੜੀ ਕੁਰਬਾਨੀ ਹੈ। ਸਾਰੇ ਅੱਗੋਂ ਸਹਿਜ 'ਚ ਸਿਰ ਹਿਲਾ ਰਹੇ ਸੀ। ਏਡੀ ਛੇਤੀ ਹਿਸਾਬ ਲਾ ਲੈਣ ਦੀ ਸੂਝ ਕਿਸੇ 'ਚ ਨਹੀਂ ਸੀ। ਚਲੋ ਉੱਠੋ ਚੱਲੀਏ। ਸਾਡੇ ਪਿੱਛੋਂ ਇਤਫਾਕ ਨਾਲ ਰਿਓ, ਕੋਈ ਹੋਰ ਗੜਬੜ ਨਾ ਕਰਿਓ। ਅੱਗੋਂ ਸੱਜਣ ਸਿੰਘ ਮੂੰਹ ਤੇ ਇਲਮਦੀਨ ਦੇ ਝਗੜੇ ਬਾਰੇ ਸੁਣ ਕੇ ਮੇਰਾ ਦਿਲ ਦੁਖਿਆ ਸੀ। ਮੈਂ ਪਿੰਡ ਹੁੰਦਾ ਤਾਂ ਇਹੋ ਜਿਹੀ ਘਟਨਾ ਕਦੇ ਨਾ ਹੋਣ ਦਿੰਦਾ। ਹਾਂ, ਤੂੰ ਉਦੋਂ ਜੇਲ੍ਹ 'ਚ ਸੀ ਪਿਛਲੇ ਮੋਰਚੇ 'ਚ। ਟਹਿਲ ਸਿੰਘ ਨੇ ਗੱਲ ਸਪਸ਼ਟ ਕਰਦਿਆਂ ਕਿਹਾ। ਹਨੇਰਾ ਵਾਹਵਾ ਹੋ ਚੱਲਿਆ ਸੀ। ਬਾਬਾ ਕਾਲੀ ਉੱਠ ਕੇ ਘਰ ਨੂੰ ਤੁਰ ਪਿਆ। ਉਹਦੇ ਮਗਰ ਬਾਕੀ ਸੱਜਣ ਵੀ ਉੱਠ ਕੇ ਤੁਰ ਪਏ। ਉਹ ਸਾਰੀ ਰਾਤ ਬਾਬਾ ਕਾਲੀ ਆਪਣੇ ਅੰਦਰ ਟਹਿਲਦਾ ਰਿਹਾ। ਉਹ ਨਾ ਚਾਹੁੰਦਾ ਹੋਇਆ ਵੀ ਬਹੁਤ ਕੁਝ ਸੋਚ ਰਿਹਾ ਸੀ। ਬਸ ਭਲਕਦਾ ਦਿਨ ਹੋਰ। ਖੇਮਕਰ, ਮੈਂ ਕਦੇ ਦਾ ਮੋਰਚੇ 'ਚ ਚਲਾ ਜਾਂਦਾ, ਪਰ ਮੈਂ ਇਸ ਵਾਰ ਮਨ ਨੂੰ ਮਨਾ ਨਹੀਂ ਸਕਿਆ। ਭਲਕਦਾ ਦਿਨ ਤੈਨੂੰ ਚੇਤਾ ਹੈ ਨਾ ਲੈਕਾ, ਕਦੇ ਭੁੱਲ ਸਕਦਾ? ਤੂੰ ਭਾਵੇਂ ਮੇਰੀ ਕਮਜ਼ੋਰੀ ਸਮਝ, ਪਰ ਮੈਂ ਮੋਹ ਨੂੰ ਤਿਆਗ ਨਹੀਂ ਸਕਿਆ। ਭਲਕਦਾ ਦਿਨ ਮੈਂ ਤੇਰੇ ਇਸੇ ਕਮਰੇ 'ਚ ਗੁਜ਼ਾਰਨਾ ਚਾਹੁੰਦਾ। ਪਰਸੋਂ ਜ਼ਰੂਰ ਤੁਰ ਜਾਵਾਂਗਾ। ਅਗਲੀ ਰਾਤ ਵੀ ਬਾਬੇ ਕਾਲੀ ਨੇ ਇਸੇ ਤਰ੍ਹਾਂ ਗੁਜ਼ਾਰੀ। ਤਰਨਤਾਰਨ ਮੱਸਿਆ ਦਾ ਬੜਾ ਭਾਰੀ ਮੇਲਾ ਸੀ। ਸਾਰੇ ਬਾਜ਼ਾਰ ਭੀੜ ਨਾਲ ਭਰੇ ਸੀ। ਤਹਿਸੀਲ ਦੇ ਚੌਂਕ 'ਚ ਉੱਚੇ ਥਾਂ ਜਾ ਕੇ ਖਲੋ ਕੇ ਬਾਬੇ ਕਾਲੀ ਨੇ ਉੱਚੀ ਲੈਕਚਰ ਦੇਣਾ ਸ਼ੁਰੂ ਕਰਤਾ। ਓਏ ਅੰਗਰੇਜ਼ੋ ਤੇ ਅੰਗਰੇਜ਼ਾਂ ਦੇ ਚੇਲੇ ਚਾਟੜਿਓ, ਸੁਣੋ ਕੰਨ ਖੋਲ ਕੇ। ਅਸੀਂ ਸਾਰੇ ਮਹਾਤਮਾ ਗਾਂਧੀ ਦੇ ਨਾਲ ਜੇ। ਮੈਂ ਇੱਥੇ ਅੱਜ ਸੱਤਿਆਗ੍ਰਹਿ ਕਰਨ ਵਾਸਤੇ ਆਇਆ ਜੇ। ਮੈਂ ਮਹਾਤਮਾ ਗਾਂਧੀ ਦੇ ਐਲਾਨ ਨੂੰ ਦੁਹਰਾਉਣਾ ਕਿ ਅੰਗਰੇਜ਼ੋ ਹਿੰਦੁਸਤਾਨ 'ਚੋਂ ਨਿਕਲ ਜਾਓ ਭਰਾਓ। ਤੁਸੀਂ ਵੀ ਮੇਰੀ ਬੇਨਤੀ ਸੁਣ ਲਓ। ਬਾਬਾ ਕਾਲੀ ਉਹਨਾਂ ਚਿਰ ਇਸੇ ਤਰ੍ਹਾਂ ਉੱਚੀ ਸਾਹ ਕਰਕੇ ਨਾਅਰੇ ਲਾਉਂਦਾ ਰਿਹਾ ਜਿੰਨਾ ਚਿਰ ਪੁਲਿਸ ਹੱਥਕੜੀਆਂ ਲੈ ਕੇ ਨਾ ਪਹੁੰਚੀ। ਲਾਲ ਪਟਕਿਆਂ ਵਾਲਿਆਂ ਨੂੰ ਵੇਖ ਕੇ ਉਹਨੇ ਸਾਰੇ ਜ਼ੋਰ ਨਾਲ ਨਾਅਰੇ ਲਾਏ, ਅੰਗਰੇਜ਼ੋ ਹਿੰਦੁਸਤਾਨ ਛੱਡ ਦਿਓ। ਬਾਬੇ ਕਾਲੀ ਨੂੰ ਹੱਥਕੜੀ ਲਾ ਕੇ ਪੁਲਿਸ ਵਾਲੇ ਤੁਰਨ ਲੱਗੇ ਤਾਂ ਲਾਗੇ ਖੜਾ ਟਹਿਲ ਸਿੰਘ ਸਾਰੇ ਢਿੱਲ ਨਾਲ ਬੋਲ ਉੱਠਿਆ। ਓਏ ਖਲੋ ਜਾਏ ਓਏ, 1 ਮਿੰਟ, ਮੈਂ ਵੀ ਇਹਦੇ ਨਾਲ ਜੇ। ਹੱਥ ਦੇ ਇਸ਼ਾਰੇ ਨਾਲ ਪੁਲਿਸ ਨੂੰ ਰੋਕਦਾ ਹੋਇਆ ਟਹਿਲ ਸਿੰਘ ਬਾਬੇ ਕਾਲੀ ਵਾਲੀ ਥਾਂ ਤੇ ਚੜ ਗਿਆ। ਮੈਨੂੰ ਬੜਾ ਲੜਾ ਲੈਕਚਰ ਨਹੀਂ ਕਰਨਾ ਆਉਂਦਾ। ਮੈਂ ਤਾਂ ਸਿੱਧੀ ਆਖੂੰਗਾ, ਅੰਗਰੇਜ਼ੇ ਉੱਥੋਂ ਨਿਕਲ ਜਾਓ। ਸਾਰੇ ਢਿੱਲ ਨਾਲ ਉਹਨੇ ਦੋਵੇਂ ਬਾਹਾਂ ਉੱਚੀਆਂ ਕਰਕੇ ਕਿਹਾ। ਜੋਸ਼ ਨਾਲ ਉਹਦਾ ਚਿਹਰਾ ਭਾਕੇ ਲਾਲ ਹੋ ਗਿਆ ਤੇ ਰੂਹ 'ਚ ਮੁੱਠਾਂ ਮੀਟੀਆਂ ਗਈਆਂ। ਲਓ ਹੁਣ ਮਾਰ ਲਓ ਹੱਥਕੜੀ। ਉਹਨੇ ਦੋਹੀਂ ਬਾਹਾਂ ਅੱਗਾਂ ਵਧਾਤੀਆਂ। ਮਹਾਤਮਾ ਗਾਂਧੀ ਪੂਨੇ ਦੇ ਆਗਾ ਖਾਂ ਮਹਿਲ 'ਚ ਬੰਦ ਸੀ। ਉਹਦੀ ਧਰਮ ਪਤਨੀ ਕਸਤੂਰਬਾ ਬਾਈ, ਮੀਰਾ ਭੈਣ ਤੇ ਸਰੋਜਨੀ ਨਾਇਡੂ ਵੀ ਉਹਨਾਂ ਦੇ ਕੋਲ ਸਨ। ਸਰਕਾਰ ਨੇ ਖੁੱਲ੍ਹੇਆਮ ਮਹਾਤਮਾ ਗਾਂਧੀ ਸਿਰ ਦੋਸ਼ ਥੱਪੇ ਕਿ ਸਭ ਤਸ਼ੱਦਦ ਭਰੀ ਗੜਬੜ ਗਾਂਧੀ ਦੇ ਹੁਕਮ ਜਾਂ ਇਸ਼ਾਰੇ ਤੇ ਹੋਈ ਹੈ। ਗਾਂਧੀ ਜੀ ਇਸ ਦੂਸ਼ਣ ਦੇ ਵਿਰੁੱਧ ਸਖਤ ਰੋਸ ਪ੍ਰਗਟ ਕੀਤਾ ਤੇ ਜੇਲ੍ਹ ਦੇ ਅੰਦਰ 21 ਦਿਨ ਦਾ ਵਰਤ ਰੱਖਿਆ।
ਭੁੱਖ ਹੜਤਾਲ 9 ਫਰਵਰੀ 1943 ਨੂੰ ਸ਼ੁਰੂ ਹੋਈ। ਵਰਤ ਦੇ ਚੌਥੇ ਪੰਜਵੇਂ ਦਿਨ ਤੋਂ ਹੀ ਗਾਂਧੀ ਜੀ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ। 10-12 ਦਿਨ ਬੀਤਣ ਤੇ ਹਾਲਤ ਬਹੁਤ ਹੀ ਖਰਾਬ ਹੋ ਗਈ। ਡਾਕਟਰਾਂ ਨੇ ਵੇਖਭਾਲ ਕਰਕੇ ਡਾਢੀ ਚਿੰਤਾ ਪ੍ਰਗਟ ਕੀਤੀ। ਉਸ ਵੇਲੇ ਦੇਸ਼ 'ਚ ਬਹੁਤ ਹੀ ਘਬਰਾਹਟ ਤੇ ਚਿੰਤਾ ਸੀ। ਅੰਗਰੇਜ਼ਾਂ ਦੇ ਵਿਰੁੱਧ ਰੋਸ ਦਾ ਪਿਆਲਾ ਭਰਿਆ ਹੋਇਆ ਜਾਪਦਾ ਸੀ। ਕਿਹਾ ਨਹੀਂ ਜਾ ਸਕਦਾ ਕਿ ਕੋਈ ਅਬੀ-ਨਬੀ ਹੋ ਜਾਂਦੀ ਤਾਂ ਉਹਦਾ ਸਿੱਟਾ ਕੀ ਨਿਕਲਦਾ। 15ਵੇਂ-16ਵੇਂ ਦਿਨ ਗਾਂਧੀ ਜੀ ਦੀ ਹਾਲਤ ਕੁਝ ਸੁਧਰਨੀ ਆਰੰਭ ਹੋ ਗਈ। 21 ਦਿਨ ਪੂਰੇ ਹੋਣ ਤੇ 3 ਮਾਰਚ ਨੂੰ ਮਹਾਤਮਾ ਗਾਂਧੀ ਨੇ ਵਰਤ ਛੱਡਿਆ ਤਾਂ ਲੋਕਾਂ ਨੇ ਕੁਝ ਸੌਖਾ ਸਾਹ ਲਿਆ। ਅਗਲੇ ਸਾਲ 1943 ਅਪ੍ਰੈਲ 'ਚ ਮਹਾਤਮਾ ਗਾਂਧੀ ਜੀ ਬਿਮਾਰ ਪੈ ਗਏ। ਬਿਮਾਰੀ ਕਾਫੀ ਵੱਧ ਗਈ, ਇੱਥੋਂ ਤੱਕ ਕਿ ਡਾਕਟਰਾਂ ਨੇ ਬੜੀ ਭਾਰੀ ਚਿੰਤਾ ਪ੍ਰਗਟ ਕੀਤੀ। ਇਸ ਵਾਸਤੇ ਸਰਕਾਰ ਨੇ 6 ਮਈ ਨੂੰ ਗਾਂਧੀ ਨੂੰ ਬਿਮਾਰੀ ਦੇ ਕਾਰਨ ਰਿਹਾ ਕਰ ਦਿੱਤਾ। 7 ਮਈ 45 ਨੂੰ ਯੂਰਪ ਦੀ ਜੰਗ ਖਤਮ ਹੋ ਗਈ। ਅੰਗਰੇਜ਼ਾਂ ਦਾ ਧੜਾ ਯੁੱਧ ਵਿੱਚ ਜਿੱਤ ਗਿਆ। ਸਾਰੇ ਸੰਸਾਰ ਨੇ ਸੁੱਖ ਦਾ ਸਾਹ ਲਿਆ। ਅੰਗਰੇਜ਼ੀ ਸਰਕਾਰ ਨੇ ਛੇਤੀ ਹਿੰਦੁਸਤਾਨ ਨੂੰ ਕੁਝ ਦੇਣ ਦਾ ਐਲਾਨ ਕੀਤਾ ਤੇ ਸਹਿਜ ਸਾਰੇ ਕਾਂਗਰਸੀ ਰਿਹਾ ਕਰਤੇ। ਅੰਗ 29ਵਾਂ। ਧੰਨੇ ਸ਼ਾਹ ਆਪਣੇ ਮਿੱਥੇ ਟੀਚੇ ਤੇ ਅਜੇ ਨਹੀਂ ਪਹੁੰਚ ਸਕਿਆ। ਉਹਦਾ ਨਿਸ਼ਾਨਾ ਹੀ ਤੂਤਾਂ ਵਾਲੇ ਖੂਹ ਦੀ 16 ਦੀ 16 ਵਿਗੇ ਜ਼ਮੀਨ ਹਾਸਲ ਕਰਨਾ, ਪਰ ਪੱਕੀ ਤਰ੍ਹਾਂ ਉਹਦੇ ਚੋਂ ਉਹ ਅਜੇ ਇਲਮਦੀਨ ਦੇ ਹਿੱਸੇ ਦੀ 4 ਵਿਗੇ ਹੀ ਪ੍ਰਾਪਤ ਕਰ ਸਕਿਆ ਸੀ। ਕਰਮਦੀਨ ਵਾਲੀ 4 ਵਿਗੇ ਉਹਨੇ ਗਹਿਣੇ ਕਰਵਾ ਲਈ ਸੀ। ਉਹਨੂੰ ਬਹੁਤੀ ਚਿੰਤਾ ਨਹੀਂ ਸੀ। ਉਹਨੂੰ ਯਕੀਨ ਸੀ ਵੀ ਥੋੜੀ ਬਹੁਤੀ ਰਕਮ ਹੋਰ ਦੇ ਕੇ ਕਿਸੇ ਵੇਲੇ ਵੀ ਉਹ 4 ਵਿਗੇ ਬੈਕ ਕਰ ਲਏਗਾ। ਉਹ ਦਿਲ 'ਚ ਸੋਚਿਆ ਕਰਦਾ ਵੀ ਸਗੋਂ ਮੁਲਕ ਦੇ ਆਜ਼ਾਦ ਹੋਣ ਤੱਕ ਇਹ ਸੌਦਾ ਲੰਮਾ ਹੁੰਦਾ ਜਾਏ ਤਾਂ ਠੀਕ ਹੈ। ਕਾਂਗਰਸ ਲੀਡਰ ਮੂੰਹੋਂ ਆਉਂਦੇ ਨੇ ਕਿ ਰਾਜ ਸੰਭਾਲਦੇ ਉਹ ਵਿਤਕਰੇ ਵਾਲਾ ਕਾਨੂੰਨ ਖਤਮ ਕਰ ਦੇਣਗੇ ਤੇ ਇਹ ਐਲਾਨ ਅਸੀਂ ਜ਼ੋਰ ਦੇ ਕੇ ਸਭ ਤੋਂ ਪਹਿਲਾਂ ਕਰਵਾਵਾਂਗੇ। ਅਸੀਂ ਆਏ ਸਾਲ ਕਾਂਗਰਸ ਨੂੰ ਐਵੇਂ ਨਹੀਂ ਚੰਦੇ ਭਰਦੇ ਵੀ ਪਾਪੜ ਵੇਲ ਕੇ ਚੋਰੀ ਠੱਗੀ ਕਰਕੇ ਕਮਾਏ ਪੈਸੇ ਇਹਨਾਂ ਖੱਦਰ ਪੁਰਸ਼ਾਂ ਨੂੰ ਪੂਜੀ ਦੇ ਨੇ। ਖੈਰ ਸਾਨੂੰ ਕੀ, ਸਾਡਾ ਭਲਾ ਤਾਂ ਇਹਨਾਂ ਦੇ ਨਾਲ ਰਲ ਕੇ ਹੀ ਹੈ। ਅੱਜ ਅੰਗਰੇਜ਼ ਦਾ ਰਾਜ ਹੈ, ਅਸੀਂ ਉਹਨਾਂ ਦੇ ਨਾਲ ਆ। ਭਲਕੇ ਕਾਂਗਰਸ ਦਾ ਹੋਊਗਾ, ਅਸੀਂ ਵੀ ਗਾਂਧੀ ਟੋਪੀ ਪਾ ਲਾਂਗੇ। ਲੈ ਸਾਨੂੰ ਕੀ ਫਰਕ ਪੈ ਚੱਲਿਆ। ਬਾਦਸ਼ਾਹ ਦੀ ਤਸਵੀਰ ਕੰਧ ਨਾਲੋਂ ਲਾਹ ਕੇ ਉੱਤੇ ਮਹਾਤਮਾ ਗਾਂਧੀ ਦੀ ਲਾ ਦੇਵਾਂਗੇ। ਕੋਈ ਵੀ ਸਰਕਾਰ ਵਪਾਰੀ ਜਮਾਤ ਨਾਲ ਰਲ ਕੇ ਹੀ ਸਫਲ ਹੋ ਸਕਦੀ ਹੈ। ਆਖਰ ਭਰਾ ਭਾਈ ਤਾਂ ਸਾਡੇ ਹੀ ਹੋਣਗੇ ਨਾ, ਰਲ ਕੇ ਚੱਲਾਂਗੇ, ਨਾਲੇ ਉਹ ਖਾਣਗੇ ਨਾਲੇ ਅਸੀਂ। ਸੋ ਪਹਿਲਾ ਕਾਨੂੰਨ ਅਸੀਂ ਇਹ ਪਾਸ ਕਰਵਾਵਾਂਗੇ ਵੀ ਜ਼ਮੀਨ ਖਰੀਦਣ ਦਾ ਸਭ ਨੂੰ ਹੱਕ ਹੈ। ਇਹ ਜ਼ਰਾਇਤ ਪੇਸ਼ਾ ਤੇ ਗੈਰ ਜ਼ਰਾਇਤ ਪੇਸ਼ਾ ਦਾ ਸਵਾਲ ਨਹੀਂ ਰਹਿਣ ਦਿੱਤਾ ਜਾਏਗਾ। ਫਿਰ ਮੈਂ ਕਰਮਦੀਨ ਤੋਂ ਸਿੱਧੀ ਰਜਿਸਟਰੀ ਕਰਵਾ ਲਾਂਗਾ। ਜਿਵੇਂ ਲੱਖਾ ਸਿੰਘ ਵਾਲਾ ਵਿਚੋਲਾਪਣ ਵੀ ਮੁੱਕ ਜਾਊਗਾ। ਚੰਗਾ ਹੈ ਲੱਖਾ ਸਿੰਘ ਅਜੇ ਤੱਕ, ਪਰ ਬੰਦੇ ਦਾ ਮਨ ਬਦਲਦਿਆਂ ਕਿਹੜਾ ਚਿਰ ਲੱਗਦਾ ਹੈ। ਤੇ ਉਹਨਾਂ ਚਿਰ ਤਾਂ ਨੌਂ ਕਿਹਦੇ ਹੈ ਕੱਟਣੀ ਪਏਗੀ। ਪੰਚਤੰਤਰ ਵਾਲਾ ਵੀ ਲਿਖਦਾ ਹੈ ਨਾ, ਛੱਡੋ ਪੰਚਤੰਤਰ ਵਾਲੇ ਨੂੰ, ਵਧੇਰੇ ਸੋਚਣ ਵਾਲੀ ਗੱਲ ਤਾਂ ਹੈ ਸੱਜਣ ਸਿਉਂ ਦੀ। ਉਹ ਕਿਵੇਂ ਕਾਬੂ ਆਏ। ਪਿੱਛੇ ਕੜਿੱਕੀ 'ਚ ਫਸਿਆ ਸੀ ਪਰ ਇੱਕ ਤਰ੍ਹਾਂ ਸੁੱਕਾ ਹੀ ਨਿਕਲ ਗਿਆ। 12 ਸਾਲ ਵਾਸਤੇ ਮੁਸਤਾਜਰੀ ਹੋਈ ਨਾ, ਅੱਖਾਂ ਮੀਟੀਆਂ 12 ਸਾਲ ਪੁੱਜੇ ਖੜੇ ਨੇ। ਪੈਸੇ ਗਏ, ਵੱਟੇ ਖਾਤੇ ਤੇ ਪਹਿਲੀ ਫੇਰ ਉਹਦੀ। ਮੈਂ ਕੀ ਖਟਿਆ ਇਸ ਵਣਜ ਵਿੱਚੋਂ। ਆਂਦੇ ਨੇ ਪਹੁੰਚਾ ਫੜਨ ਵਾਸਤੇ ਪਹਿਲਾਂ ਉਂਗਲ ਫੜੋ। ਸੋ ਅਜੇ ਸਿਰਫ ਉਂਗਲ ਕਾਬੂ ਆਈ ਹੈ, ਹੁਣ ਪਹੁੰਚਾ ਫੜਨ ਦਾ ਕੋਈ ਢੰਗ ਸੋਚਣਾ ਪੈਣਾ। ਹਾਂ, ਇਸ ਵਾਸਤੇ ਉਹ ਬੰਦਾ ਕੰਮ ਆ ਸਕਦਾ ਹੈ। ਠੀਕ ਹੈ, ਉਦੋਂ ਖੂਹ ਤੇ ਸੂਰ ਮਾਰ ਕੇ ਚੁਆਤੀ ਲਾਈ ਤਾਂ ਸੀ, ਪਰ ਉਹ ਧੋਕੇ ਹੀ ਬੁਝ ਗਈ, ਬਲੀ ਨਾ। ਅੱਛਾ, ਐਤਕੀ ਵੇਖੀ ਜਾਊ। ਧੰਨੇ ਸ਼ਾਹ ਨੂੰ ਇਉਂ ਜਾਪਣ ਲੱਗਾ ਜਿਵੇਂ ਉਹ ਇਸ ਨਵੀਂ ਯੋਜਨਾ ਅਨੁਸਾਰ ਮੰਜ਼ਿਲ ਤੇ ਜ਼ਰੂਰ ਪਹੁੰਚ ਜਾਏਗਾ। ਮੁਸਲਿਮ ਲੀਗ ਦੇ ਜ਼ਹਿਰੀਲੇ ਪ੍ਰਚਾਰ ਦੇ ਕਾਰਨ ਹਿੰਦੂ ਸਿੱਖ ਤੇ ਮੁਸਲਮਾਨ ਆਪਸ 'ਚ ਦੂਰ ਹੁੰਦੇ ਜਾ ਰਹੇ ਸੀ। ਪਾਕਿਸਤਾਨ ਦੇ ਨਾਅਰੇ ਨੇ ਮੁਸਲਮਾਨ ਦੇ ਦਿਲ ਦਿਮਾਗ 'ਚ ਇੱਕ ਮਾਰੂ ਨਸ਼ਾ ਭਰਨਾ ਸ਼ੁਰੂ ਕਰਤਾ। ਜਿਨ੍ਹਾਂ ਲੋਕਾਂ ਨੂੰ ਮਗਰ ਲਾਉਣਾ ਚਾਹੁੰਦੇ ਹੋ ਉਹਨਾਂ ਨੂੰ ਕੋਈ ਅਜਿਹਾ ਨਾਅਰਾ ਦਿਓ ਜੋ ਸਿੱਧਾ ਉਹਨਾਂ ਦੇ ਦਿਲ ਤੇ ਅਸਰ ਕਰੇ। ਕੁਝ ਸਿਆਣੇ ਹਿੰਦੂ ਸਿੱਖ ਸਮਝਾਉਣ ਦਾ ਯਤਨ ਕਰਦੇ, ਵੇਖੋ ਬਈ ਇੱਕ ਦੇਸ਼ ਦੇ ਜੰਮਪਲ ਹੋਣ ਕਰਕੇ ਆਪਾਂ ਸਾਰੇ ਭਾਈ ਭਾਈ ਹਾਂ। ਤੇ ਅੱਗੋਂ ਪਾਕਿਸਤਾਨ ਦੇ ਪੁਜਾਰੀ ਮੁਸਲਮਾਨ ਮੂੰਹ ਤੋੜ ਜਵਾਬ ਦਿੰਦੇ, ਨਹੀਂ ਅਸੀਂ ਹਿੰਦੂਆਂ ਸਿੱਖਾਂ ਦੇ ਭਾਈ ਨਹੀਂ, ਅਸੀਂ ਇੱਕ ਵੱਖਰੀ ਕੌਮ ਆ, ਮੁਸਲਮਾਨ ਆ ਤੇ ਸਾਡਾ ਦੇਸ਼ ਪਾਕਿਸਤਾਨ ਹੈ। ਨਵਾਂ ਨਾਅਰਾ, ਨਵੇਂ ਸੁਪਨੇ, ਨਵਾਂ ਨਿਸ਼ਾਨਾ ਪਾਕਿਸਤਾਨ ਮੁਸਲਮਾਨਾਂ ਦੇ ਅੰਦਰ ਡੂੰਘਾ ਉਤਰਦਾ ਗਿਆ। ਉੱਤੋਂ ਫਜ਼ਲ ਹੱਕ ਵਰਗਿਆਂ ਨੇ ਐਸੇ ਢੰਗ ਨਾਲ ਪ੍ਰਚਾਰ ਕੀਤਾ ਕਿ ਮੁਸਲਮਾਨ ਗੈਰ ਮੁਸਲਮਾਨਾਂ ਨੂੰ ਪੱਕੇ ਦੁਸ਼ਮਣ ਸਮਝਣ ਲੱਗ ਪਏ। ਫਜ਼ਲ ਹੱਕ ਨੇ ਇੱਕ ਤੀਰ ਨਾਲ 2 ਸ਼ਿਕਾਰ ਮਾਰਨ ਦੀ ਧਾਰ ਲਈ। ਉਹਨੇ ਆਪਣਾ ਅੱਡਾ ਪੀਰੂ ਵਾਲੇ ਜਮਾ ਲਿਆ। ਇਸ ਤਰ੍ਹਾਂ ਨਾਲ ਉਹਨੇ ਆਪਣੀ ਮਿੱਥੀ ਹੋਈ ਯੋਜਨਾ ਸਿਰੇ ਚੜਾਉਣ ਦੀ ਕੋਸ਼ਿਸ਼ ਕੀਤੀ। ਤੂਤਾਂ ਵਾਲੇ ਖੂਹ ਤੇ ਸੂਰ ਮਾਰਨ ਵਾਲਾ ਪੁਰਾਣਾ ਕਿੱਸਾ ਉਹਨੇ ਫਿਰ ਲੋਕਾਂ ਦੇ ਸਾਹਮਣੇ ਲੈ ਆਂਦਾ। ਇੱਕ ਰਾਤ ਮਸੀਤ 'ਚ ਉਹਨੇ ਸਾਫ਼ ਕਹਿ ਦਿੱਤਾ ਕਿ ਸਿੱਖਾਂ ਨੇ ਕਦੇ ਸੂਰ ਮਾਰਿਆ ਸੀ ਤੇ ਅਸੀਂ ਬਕਰੀਦ ਵਾਲੇ ਦਿਨ ਉਸੇ ਖੂਹ ਤੇ ਗਾਂ ਦੀ ਕੁਰਬਾਨੀ ਦੇਵਾਂਗੇ। ਇਸ ਕੰਮ ਵਾਸਤੇ ਉਹਨੇ ਇਲਮਦੀਨ ਦੀ 2-2.5 ਸਾਲ ਦੀ ਬੱਗੀ ਵਹਿੜ ਵੀ ਚੁਣ ਲਈ।
ਪਿੰਡ ਦੇ ਸਿੱਖ ਆਏ ਸਾਲ ਸ਼ਹਿਰ 'ਚ ਭੇਡੂ ਦੇ ਦੁੰਬੇ ਇਸ ਤਰ੍ਹਾਂ ਸ਼ਿੰਗਾਰੇ ਹੋਏ ਵੇਖਿਆ ਕਰਦੇ ਸੀ। ਉਹ ਇਹ ਵੀ ਜਾਣਦੇ ਸੀ ਕਿ ਇਹ ਸਜਾਏ ਹੋਏ ਜਾਨਵਰ ਬਕਰੀਦ ਦੇ ਦਿਨ ਕੁਰਬਾਨੀ ਦੇਣ ਵਾਸਤੇ ਹੁੰਦੇ ਆ। ਇਲਮਦੀਨ ਦੀ ਸ਼ਿੰਗਾਰੀ ਹੋਈ ਵਹਿੜ ਵੇਖ ਕੇ ਵੀ ਸਿੱਖਾਂ ਨੂੰ ਇਸ ਗੱਲ ਦਾ ਪੱਕਾ ਯਕੀਨ ਹੋ ਗਿਆ ਕਿ ਇੱਥੋਂ ਦੇ ਮੁਸਲਮਾਨ ਬਕਰੀਦ ਦੇ ਦਿਨ ਗਾਂ ਹਲਾਲ ਕਰਨ ਤੇ ਤੁਲੇ ਹੋਏ ਆ। ਸਹਿਜੇ ਸਹਿਜੇ ਖਬਰ ਲੱਗਦੇ ਪਿੰਡਾਂ 'ਚ ਖਿਲਰਨੀ ਸ਼ੁਰੂ ਹੋ ਗਈ। ਸਮਾਚਾਰ ਪਾ ਕੇ ਜਥੇਦਾਰ ਸੁੰਦਰ ਸਿੰਘ ਦੀ ਟੋਲੀ ਮੈਦਾਨ 'ਚ ਆ ਗਈ। ਆਖਰ ਪੰਥ ਦੀ ਭੀੜ ਬਣੀ ਵੇਖ ਕੇ ਉਹ ਕਿਵੇਂ ਚੁੱਪ ਰਹਿ ਸਕਦੇ ਸੀ। ਆ ਪਿੰਡਾਂ 'ਚ ਧੂਆਂ ਧਾਰ ਤਕਰੀਰਾਂ ਹੋਣ ਲੱਗ ਪਈਆਂ। ਉਹਦੇ ਵਿਹੜੇ 'ਚ ਬਹਿ ਕੇ ਚਾਹ ਪੀਂਦਿਆਂ ਜਥੇਦਾਰ ਸੁੰਦਰ ਸਿੰਘ ਨੇ ਬੜੇ ਤਾਨੇ ਭਰੇ ਢੰਗ ਨਾਲ ਕਿਹਾ, ਵੇਖੋ ਸੱਜਣ ਸਿਆਂ, ਸਾਰੀ ਕੱਲੇ ਦਾ ਮੁੱਢ ਤੂੰ ਏ। ਤੂੰ ਹੁਣ ਮਰਦ ਬਣ ਕੇ ਅੱਗੇ ਲੱਗ, ਐਵੇਂ ਗਿੱਦੀਪੁਣਾ ਨਾ ਵਿਖਾ। ਗੁਰੂ ਸਾਹਿਬ ਨੇ ਆਖਿਆ ਸੀ ਤੇਲ 'ਚ ਬਾਂਹ ਭਿਉਂ ਕੇ ਤਿਲਾਂ ਦੇ ਢੇਰ 'ਚ ਖੁਬਾ ਦਈਏ। ਜਿੰਨੇ ਤਿਲ ਬਾਹਰ ਨਾਲ ਲੱਗ ਜਾਣ ਉਨੀਆਂ ਕਸਮਾਂ ਵੀ ਮੁਸਲਮਾਨ ਖਾਏ ਤਾਂ ਉਹਦੇ ਤੇ ਇਤਬਾਰ ਨਾ ਕਰੀਏ। ਦੋਹਾਂ ਖਿਡਾਰੀਆਂ ਨੇ ਦੋ ਮੋਹਰੇ ਅੱਗੇ ਲਾ ਲਏ। ਫਜ਼ਲ ਹੱਕ ਦੇ ਅੱਗੇ ਇਲਮਦੀਨ, ਸੁੰਦਰ ਸਿੰਘ ਦੇ ਅੱਗੇ ਸੱਜਣ ਸਿੰਘ। ਸਾਰਾ ਦਿਨ ਉਹ ਆਸ-ਪਾਸ ਦੇ ਪਿੰਡਾਂ 'ਚ ਧਰਮ ਤੇ ਦੀਨ ਦੀ ਦੁਹਾਈ ਦਿੰਦੇ ਫਿਰਦੇ। ਰਾਤ ਨੂੰ ਉਹਨਾਂ ਦੀ ਤੌਣ ਉੱਤੇ ਆ ਹੱਥ ਸਾਫ਼ ਕਰਦੇ। ਤੇ ਤੀਜਾ ਚਾਤਰ ਖਿਡਾਰੀ ਬਹੁਤ ਪਿੱਛੇ ਬੈਠਾ ਸੀ, ਪਰਦੇ ਉੱਲੇ। ਬਕਰੀਦ ਦਾ ਦਿਨ ਆ ਗਿਆ। ਦੋਹਾਂ ਧਿਰਾਂ ਨੇ ਦੀਨ ਧਰਮ ਦੇ ਨਾਂ ਤੇ ਪੱਲੂ ਫੇਰ ਕੇ 20,000 ਪੱਗ ਬੰਨ ਬੰਦੇ ਇਕੱਠੇ ਕਰ ਲਏ। ਅੱਧੇ ਇੱਕ ਪਾਸੇ ਅੱਧੇ ਇੱਕ ਪਾਸੇ। ਲੱਗੀਆਂ ਛਵੀਆਂ, ਕਿਰਪਾਨਾਂ ਤੇ ਬਰਛੀਆਂ ਚਮਕਣ। ਖਬਰ ਪਾ ਕੇ ਪੁਲਿਸ ਆ ਗਈ। SI ਜਰਨੈਲ ਸਿੰਘ ਦੇ ਮਾਤਹਿਤ ਤੇ 2 ASI ਸ਼ਫੀ ਮੁਹੰਮਦ ਦੇ ਰੂਪਚੰਦ 10 ਸਿਪਾਹੀਆਂ ਦੀ ਗਾਰਦ ਲੈ ਕੇ ਆ ਧਮਕੇ ਉਹਨਾਂ ਤੂਤਾਂ ਵਾਲੇ ਖੂਹ ਤੇ ਮੋਰਚੇ ਜਮਾ ਲਏ। ਪੁਲਿਸ ਦੇ ਮੁਸਲਮਾਨ ਕਰਮਚਾਰੀਆਂ ਵਾਸਤੇ ਇਲਮਦੀਨ ਦੇ ਘਰ ਤੇ ਹਿੰਦੂ ਸਿੱਖਾਂ ਵਾਸਤੇ ਸੱਜਣ ਸਿੰਘ ਦੇ ਘਰ ਬੇਬਾਂਗੇ ਕੁੱਕੜ ਰਿੱਝਣੇ ਸ਼ੁਰੂ ਧਰੇ ਗਏ। ਉਹਨਾਂ ਦਾ ਫਰਜ਼ ਵੀ ਸੀ ਆਈ ਪੁਲਿਸ ਦੀ ਸੇਵਾ ਕਰਨੀ। ਖੂਹੋਂ ਲਹਿੰਦੇ ਪਾਸੇ ਸਿੱਖ ਤੇ ਚੜ੍ਹਦੇ ਪਾਸੇ ਮੁਸਲਮਾਨ ਸ਼ਹੀਦੀਆਂ ਪ੍ਰਾਪਤ ਕਰਨ ਵਾਸਤੇ ਪਿੜ ਮੱਲੀ ਖੜੇ ਸੀ। ਦੋਹਾਂ ਦਲਾਂ ਦੇ ਵਿੱਚ ਮਸਾਂ 80-100 ਕਰਮ ਦੀ ਵਿੱਚ ਸੀ। ਵਿਚਕਾਰ ਅਮਨ ਦੀ ਰਖਵਾਲੀ ਪੁਲਿਸ ਬੜੀ ਬੇਫਿਕਰੀ ਨਾਲ ਬੈਠੀ ਹੋਈ ਸੀ। ਕਦੇ ਰੂਪਚੰਦ ਸੱਜਣ ਸਿੰਘ ਨੂੰ ਇਸ਼ਾਰਾ ਕਰਕੇ ਇੱਕ ਪਾਸੇ ਲੈ ਜਾਂਦਾ। 10-15 ਮਿੰਟ ਨਵੇਕਲੇ ਖਲੋਲ ਕੇ ਘੁਸਰ ਮੁਸਰ ਕਰਦੇ ਰਹਿੰਦੇ। ਰੂਪਚੰਦ ਹੋਈ ਗੱਲਬਾਤ ਦਾ ਨਿਚੋੜ ਜਰਨੈਲ ਸਿੰਘ ਦੇ ਕੰਨ 'ਚ ਫੂਕਦਾ, ਫਿਰ ਸ਼ਫੀ ਮੁਹੰਮਦ ਇਲਮਦੀਨ ਨੂੰ ਇਕਲਵਾਂਝੇ ਲੈ ਜਾਂਦਾ। ਲੋਕਾਂ ਤੱਕ ਇਹਨਾਂ 'ਚ ਹੋ ਰਹੀਆਂ ਗੱਲਾਂ ਤਾਂ ਨਾ ਪਹੁੰਚਦੀਆਂ, ਪਰ ਸਿਰ ਹਿਲਦੇ ਜ਼ਰੂਰ ਦਿਸਦੇ। ਪੇਸ਼ੀ ਦੀ ਨਮਾਜ਼ ਦਾ ਸਮਾਂ ਹੋ ਗਿਆ। ਮੌਲਵੀ ਦਾ ਇਸ਼ਾਰਾ ਪਾ ਕੇ ਮੁਸਲਮਾਨ ਅੱਧੀ ਪੈਲੀ ਹੋਰ ਪਿੱਛੇ ਹਟ ਕੇ ਪਾਲਾਂ ਬੰਨ ਕੇ ਖਲੋ ਗਏ। ਜਿਹਨੇ ਉਮਰ ਭਰ ਨਮਾਜ਼ ਕਦੇ ਨਹੀਂ ਸੀ ਪੜ੍ਹੀ, ਅੱਜ ਉਹ ਵੀ ਮੌਲਵੀ ਦੇ ਪਿੱਛੇ ਹੱਥ ਬੰਨ ਕੇ ਖਲੋ ਗਿਆ। ਦਿਨ ਢਲਦਾ ਵੇਖ ਕੇ ਖਿਡਾਰੀਆਂ ਨੂੰ ਬੜਾ ਫਿਕਰ ਬਣਿਆ। ਆਪਣੀ ਫੌਜ ਦੇ ਪਿਛਲੇ ਪਾਸੇ ਲੁੱਕ ਕੇ ਬੈਠਾ ਹੋਇਆ ਫਜ਼ਲ ਹੱਕ ਲੋਕਾਂ ਸਾਹਮਣੇ ਪ੍ਰਗਟ ਹੋਇਆ। ਅੱਗੋਂ ਆ ਕੇ ਉਹਨੇ ਸ਼ਫੀ ਮੁਹੰਮਦ ਨੂੰ ਇਸ਼ਾਰਾ ਕਰਕੇ ਇੱਕ ਪਾਸੇ ਬੁਲਾਇਆ। 1 ਮਿੰਟ ਕੰਨ 'ਚ ਫੂਕ ਮਾਰ ਕੇ ਉਹ ਫੇਰ ਆਪਣੀ ਸੁਰੱਖਿਅਤ ਥਾਂ ਤੇ ਚਲਾ ਗਿਆ। 15 ਮਿੰਟ ਬੀਤਦਿਆਂ ਤੱਕ ਉਹ ਸ਼ਿੰਗਾਰੀ ਹੋਈ ਵਹਿੜ ਮੁਸਲਮਾਨ ਦਲ ਦੇ ਸਾਹਮਣੇ ਪਿੜ 'ਚ ਆ ਗਈ। ਸਾਰੇ ਸਮਝ ਗਏ ਵੀ ਹੁਣ ਕੀ ਹੋਣ ਵਾਲਾ। ਚੜ੍ਹਦੇ ਪਾਸਿਓਂ ਕਿਸੇ ਦੀ ਖੜਕਵੀਂ ਆਵਾਜ਼ ਆਈ, ਨਾਰਾਏ ਤਕਬੀਰ, ਅੱਲਾਹੂ ਅਕਬਰ। 10,000 ਮੁਸਲਮਾਨਾਂ ਦੀ ਮਿਲਵੀਂ ਆਵਾਜ਼ ਨਾਲ ਪਿੰਡ ਦੀਆਂ ਕੰਧਾਂ ਗੂੰਜ ਉੱਠੀਆਂ। ਗਾਜ਼ੀਆਂ ਦਾ ਲਲਕਾਰਾ ਸੁਣ ਕੇ ਧਰਮ ਦੇ ਪੁਜਾਰੀ ਕਦੋਂ ਚੁੱਪ ਰਹਿਣ ਵਾਲੇ ਸੀ। ਦੂਜੇ ਪਾਸਿਓਂ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਧਰਤੀ ਕੰਬਣ ਲੱਗ ਪਈ। ਪਿੰਡ ਦੀਆਂ ਇਸਤਰੀਆਂ ਜੋ ਸਵੇਰ ਦੀਆਂ ਭੁੱਖਣ ਭਾਣੀਆਂ ਕੋਠਿਆਂ ਦੇ ਬਨੇਰੇ ਮੱਲੀ ਬੈਠੀਆਂ ਸੀ, ਉੱਠ ਕੇ ਖੜੋ ਗਈਆਂ। ਉਹਨਾਂ ਦੀਆਂ ਛਾਤੀਆਂ ਧੜਕ ਰਹੀਆਂ ਸੀ, ਦਿਲ ਘਬਰਾ ਰਹੇ ਸੀ। ਉਹਨਾਂ ਦੀਆਂ ਆਂਦਰਾਂ ਨੂੰ ਵਲੇਟ ਫਿਰ ਰਹੇ ਸੀ। ਉੱਜੜਨਾ ਉਹਨਾਂ ਹੀ ਸੀ। ਕਿਸੇ ਦਾ ਸੁਹਾਗ, ਕਿਸੇ ਦਾ ਵੀਰ, ਕਿਸੇ ਦਾ ਪੁੱਤਰ। ਧਰਮ ਯੁੱਧ ਦੀ ਭੇਟਾ ਹੋ ਜਾਣਾ ਸੀ। ਯਾ ਅਲੀ, ਨਾਰਾਏ ਤਕਬੀਰ, ਅੱਲਾਹੂ ਅਕਬਰ ਬੋਲੇ ਸੋਨਿਹਾਲ, ਸਤਿ ਸ੍ਰੀ ਅਕਾਲ। ਲਹੂ ਪੀਣੀਆਂ ਬਰਛੀਆਂ, ਕਿਰਪਾਨਾਂ ਤੇ ਛਵੀਆਂ ਚਮਕੀਆਂ। ਕੁਝ ਲੱਥੀ ਚੜੀ ਬੇਫਿਕਰ ਤੇ ਕੁਝ ਸਹਿਮੇ ਹੋਏ ਕਦਮ ਅੱਗੇ ਵਧੇ। ਦੋਹਾਂ ਦਲਾਂ ਦੇ ਵਿਚਲੀ ਵਿੱਥ ਘਟਣ ਲੱਗੀ। ਪੁਲਿਸ ਵਾਲੇ ਆਪਣੀ ਥਾਂ ਮਸਤ ਬੈਠੇ ਸੀ। ਉਹ ਸਾਨਾ ਮਨ ਦੇ ਰਾਖੇ, ਉਹਨਾਂ ਨੂੰ ਕੀ ਲੋੜ ਸੀ ਬਈ ਇਹਨਾਂ ਜਨਤਾ ਦੇ ਲੜਾਈ ਝਗੜੇ 'ਚ ਦਖਲ ਦਿੰਦੇ। ਐਨ ਉਸੇ ਵੇਲੇ ਵਰਨਾ ਵਾਲੇ ਪਾਸਿਓਂ ਭੱਜਾ ਆਉਂਦਾ ਬਾਬਾ ਕਾਲੀ ਨਜ਼ਰੀ ਪਿਆ। ਉਹ ਮੋਢੇ ਵਾਲਾ 2 ਕੁ ਗਜ ਦਾ ਖੱਦਰ ਦਾ ਖੱਟਾ ਪਰਨਾ ਸੱਜੇ ਹੱਥ 'ਚ ਫੜੀ ਉੱਚੀ ਬਾਂਹ ਕਰਕੇ ਹਿਲਾਉਂਦਾ ਆ ਰਿਹਾ ਸੀ, ਜਿਵੇਂ ਉਹ ਕਿਸੇ ਮੂਰਖ ਨੂੰ ਆਪਣੇ ਹੀ ਘਰ ਨੂੰ ਅੱਗ ਲਾਉਣੋਂ ਰੋਕ ਰਿਹਾ ਹੋਵੇ। ਦੋਹਾਂ ਦਲਾਂ ਦੀ ਵਿੱਥ ਮਸਾਂ 20-25 ਕਰਮਾਂ ਦੀ ਰਹਿ ਗਈ ਸੀ ਜਦ ਬਾਬਾ ਕਾਲੀ ਦੋਹਾਂ ਦੇ ਵਿਚਕਾਰ ਪਹੁੰਚ ਕੇ ਛਾਤੀ ਤਾਣ ਖੜਾ। ਓਏ ਸੱਜਣਾ, ਓਏ ਇਲਮੀਆਂ, ਸਾਹੋ ਸਾਹ ਹੋਇਆ। ਬਾਬਾ ਕਾਲੀ ਦੋਵੇਂ ਬਾਹਾਂ ਖਿਲਾਰ ਕੇ ਗਰਜਿਆ, ਕੀ ਹੋ ਗਿਆ ਤੁਹਾਡੀ ਮੱਤ ਨੂੰ? ਕਿਉਂ ਅਕਲ ਤੇ ਪਰਦਾ ਪੈ ਗਿਆ? ਉਹ ਤੁਸੀਂ ਇੱਕ ਵੱਡੇ ਵਡੇਰੇ ਯਾਤਰੀ ਦੀ ਔਲਾਦ, ਇੱਕੋ ਲਹੂ। ਕਿਉਂ ਲੱਗੇ ਜੇ ਕੌਰਵਾਂ ਪਾਂਡਵਾਂ ਵਾਂਗ ਆਪਸ 'ਚ ਲੜ ਕੇ ਕੁਲ ਦਾ ਨਾਸ ਕਰਨ? ਪਸ਼ੂਆਂ ਤੋਂ ਝਿੜ ਕੇ ਕਦੇ ਗਾਈ ਕਦੇ ਸੂਰ ਆਪਸ 'ਚ ਲੜਦੇ ਵੇਖੇ ਜੇ? ਕਦੇ ਗਾਂ ਨੇ ਇਸ ਤਰ੍ਹਾਂ ਦਲ ਇਕੱਠਾ ਕਰਕੇ ਸੂਰਾਂ ਤੇ ਹਮਲਾ ਕੀਤਾ ਹੋਵੇ ਜਾਂ ਸੂਰਾਂ ਦੀ ਫੌਜ ਨੇ ਗਾਵਾਂ ਤੇ ਧਾਵਾ ਬੋਲਿਆ?
ਪਸ਼ੂ ਆਪਸ 'ਚ ਕਦੇ ਨਹੀਂ ਲੜੇ ਤੇ ਪਸ਼ੂਆਂ ਤੋਂ ਚਿੜ ਕੇ ਲੜਨ ਵਾਲੇ ਤੁਸੀਂ ਹੋਏ। ਹਟ ਜਾਓ ਪਿੱਛੇ। ਬਾਬਾ ਕਾਲੀ ਦੋਵਾਂ ਪਾਸਿਆਂ ਨੂੰ ਪਿਛਾਂ ਕਰਨ ਵਾਸਤੇ ਹੱਥ ਦੇ ਇਸ਼ਾਰੇ ਕਰਨ ਲੱਗਾ। ਇਹ ਕੌਣ ਆ ਓਏ? ਜਰਨੈਲ ਸਿੰਘ ਨੇ ਕੁਰਸੀ ਤੋਂ ਉੱਠ ਕੇ ਆਪਣੇ ਮਾਤੇ-ਪਿਤਾ ਨੂੰ ਪੁੱਛਿਆ। ਉਹ ਨਵਾਂ ਕਸੂਰ ਦੇ ਥਾਣੇ 'ਚ ਆਇਆ ਸੀ। ਇਸ ਵਾਸਤੇ ਬਾਬੇ ਕਾਲੀ ਨੂੰ ਨਹੀਂ ਸੀ ਜਾਣਦਾ ਕਿ ਜੰਜ ਪਰਾਈ ਤੇ ਅਹਿਮਕ ਨੱਚੇ। ਕੱਢੋ ਇਸ ਬੁੱਢੇ ਨੂੰ ਬਾਹਰ, ਉਹਨੇ ਥਾਣੇਦਾਰੀ ਰੂਪ 'ਚ ਗਰਜ ਕੇ। ਪਰਾਈ ਜੰਜ? ਮੇਰੇ ਵਾਸਤੇ ਇਹ ਪਰਾਈ, ਮੇਰਾ ਤਾਂ ਲਹੂ ਤੇ ਮਾਸ ਨੇ। ਬਾਬੇ ਕਾਲੀ ਨੇ 2 ਕਦਮ ਥਾਣੇਦਾਰ ਵੱਲ ਅੱਗੇ ਵੱਧ ਕੇ ਕਿਹਾ। ਅਹਿਮਕ ਮੈਂ ਨਹੀਂ, ਅਹਿਮਕ ਤੁਸੀਂ ਹੋ, ਤੁਸੀਂ ਜਿਹੜੇ ਇਹਨਾਂ ਨੂੰ ਲੜਾ ਕੇ ਤਮਾਸ਼ਾ ਵੇਖਣਾ ਚਾਹੁੰਦੇ ਹੋ। ਫੜ ਲਓ ਇਸ ਬੁੱਢੇ ਨੂੰ। ਥਾਣੇਦਾਰ ਸੱਜੀ ਬਾਂਹ ਉੱਚੀ ਕਰਕੇ ਗਰਜਿਆ। ਕੋਲੋਂ ਰੂਪਚੰਦ ਨੇ ਨੇੜੇ ਹੋ ਕੇ ਜਰਨੈਲ ਸਿੰਘ ਨੂੰ ਸਮਝਾ ਦਿੱਤਾ ਵੀ ਬਾਬਾ ਕਾਲੀ ਕੌਣ ਹੈ। ਉਹਦੇ ਨਾਲ ਖੈਬੜਨਾ ਪੁਲਿਸ ਨੂੰ ਬਹੁਤ ਮਹਿੰਗਾ ਪੈ ਸਕਦਾ। ਸੋ ਸਮੇਂ ਦੀ ਨਜ਼ਾਕਤ ਨੂੰ ਵੇਖ ਕੇ ਜਰਨੈਲ ਸਿੰਘ ਸਾਰਾ ਗੁੱਸਾ ਵਿੱਚ ਪੀ ਗਿਆ ਤੇ ਇਹ ਗੱਲ ਅਹਿਮਕਾਂ ਨਾਲੋਂ ਘੱਟ ਏ। ਬਾਬੇ ਕਾਲੀ ਨੇ ਵਧੇਰੇ ਰੋਹ 'ਚ ਆ ਕੇ ਕਿਹਾ, ਬਗਾਨੇ ਘਰ ਅੱਗ ਲਾ ਕੇ ਤਮਾਸ਼ਾ ਵੇਖਣਾ ਨਿਰਾ ਅਹਿਮਕ ਦਾ ਨਹੀਂ, ਸ਼ੈਤਾਨ ਦਾ ਕੰਮ ਹੈ ਤੇ ਸਭ ਤੋਂ ਵੱਡੇ ਅਹਿਮਕ ਨੇ ਆ। ਬਾਬੇ ਕਾਲੀ ਨੇ ਦੋਹਾਂ ਦਲਾਂ ਵੱਲ ਹੱਥ ਕਰਕੇ ਕਿਹਾ, ਓਏ ਸੱਜਣਾ, ਓਏ ਇਲਮਿਆਂ, ਲੜੋ। ਪੁਲਿਸ ਆਂਦੀ ਹੈ, ਛੇਤੀ ਲੜੋ, ਤੁਹਾਡਾ ਲਹੂ ਡੁੱਲੇਗਾ। ਇਹਨਾਂ ਘਰੀ ਮਾਸ ਨੂੰ ਤੜਕੇ ਲੱਗਣਗੇ, ਤੁਹਾਡੀਆਂ ਜ਼ਮੀਨਾਂ ਵਿਕਣਗੀਆਂ, ਘਰ ਕੁਰਕ ਹੋਣਗੇ, ਇਹਨਾਂ ਦੀਆਂ ਕੋਠੀਆਂ ਉਸਰਨਗੀਆਂ, ਤੁਹਾਡੀਆਂ ਪਿੱਛੇ ਵਿਧਵਾ ਰੋਣਗੀਆਂ, ਇਹਨਾਂ ਘਰੀ ਰੇਡੀਓ ਵੱਜਣਗੇ। ਸੁਣ ਲਿਆ ਜੀ? ਕੋਈ ਤੁਹਾਨੂੰ ਸ਼ਰਮ ਨਹੀਂ ਆਉਂਦੀ? ਆਪਸ 'ਚ ਲੜਦੇ ਆ ਤੁਸੀਂ। ਇਕੱਠੇ ਜੰਮੇ ਪਲੇ, ਇਕੱਠੇ ਖੇਡੇ, ਇਕੱਠਿਆਂ ਖਾਧਾ ਪੀਤਾ, ਅੱਜ ਬਰਛੀਆਂ ਫੜ ਕੇ ਆਮੋ ਸਾਹਮਣੇ ਆ ਖੜੇ ਜੇ। ਕਿਉਂ? ਤੁਹਾਡਾ ਲਹੂ ਬੱਗਾ ਹੋ ਗਿਆ। ਨਹੀਂ ਹਟਣਾ ਤਾਂ ਪਹਿਲਾਂ ਮੈਨੂੰ ਮਾਰੋ। ਮਾਰੋ ਸੱਜਣਾ, ਮੇਰੀ ਹਿੱਕ 'ਚ ਬਰਛੀ ਮਾਰ। ਫਿਰ ਮੇਰੀ ਲੋਥ ਉੱਤੇ ਪੈਰ ਧਰ ਕੇ ਅੱਗੇ ਵਧੀ। ਦੂਜੇ ਪਾਸੇ ਤੂੰ ਮਾਰੋ ਇਲਮਿਆਂ, ਸਭ ਤੋਂ ਵੱਡਾ ਕਾਫਰ ਮੈਂ ਜੇ, ਜਿਹੜਾ ਤੁਹਾਨੂੰ ਲੜ ਕੇ ਮਰਨ ਨਹੀਂ ਦਿੰਦਾ। ਕਿਵੇਂ ਲੜਨ ਦਿਆਂ ਮੈਂ? ਕੌਣ ਹੈ ਜਿਹੜਾ ਆਪਣੇ ਭਰਾਵਾਂ ਭਤੀਜਿਆਂ ਤੇ ਬੱਚਿਆਂ ਦਾ ਲਹੂ ਡੁੱਲਦਾ ਵੇਖ ਕੇ ਸਹਾਰ ਲਏ? ਥਾਂ ਜੋਸ਼ ਵਿੱਚ ਬੋਲਦਾ ਬਾਬਾ ਕਾਲੀ ਹੱਫ ਗਿਆ। ਉਹਦੀ ਖੱਲ 'ਚ ਸਾਹ ਨਹੀਂ ਸੀ ਮਿਓ ਰਿਹਾ। ਦੋਹੀਂ ਪਾਸੀ ਮੌਤ ਵਰਗੀ ਚੁੱਪ ਵਰਤੀ ਹੋਈ ਸੀ। ਸੱਜਣ ਸਿਆਂ, ਕਰ ਲੈ ਬਰਛੀ ਨੀਵੀਂ, ਤੂੰ ਮੇਰਾ ਪੁੱਤਰ ਹੈ। ਇਸ ਵੇਲੇ ਤੁਸੀਂ ਮੇਰੇ ਬੱਚੇ ਹੋ, ਮੇਰੇ ਪ੍ਰਾਣ ਹੋ। ਹਟ ਜਾਓ ਪਿੱਛੇ। ਸੱਜਣ ਸਿੰਘ ਨੇ ਬਰਛੀ ਨੀਵੀਂ ਕਰ ਲਈ। ਉਹਨੇ ਆਸੇ ਪਾਸੇ ਝਾਤੀ ਮਾਰ ਕੇ ਤੱਕਿਆ, ਜਿਵੇਂ ਸਾਥੀਆਂ ਦੀ ਸਲਾਹ ਪੁੱਛ ਰਿਹਾ ਹੋਵੇ। ਬਾਬਾ ਕਾਲੀ ਆਏ ਧਰਮ ਦਾ ਜਥੇਦਾਰ ਸੁੰਦਰ ਸਿੰਘ ਨੇ ਪਹਿਲੀ ਪਾਲ ਤੋਂ ਅੱਗੇ ਵੱਧ ਕੇ ਕਿਹਾ, ਢਕਿਆ ਰਾ ਓਏ, ਕੁਛ ਲੱਗਦਾ ਧਰਮ ਦਾ। ਬਾਬੇ ਕਾਲੀ ਨੇ ਸੁੰਦਰ ਸਿੰਘ ਦੀ ਗੱਲ ਰਾਹੋਂ ਟੋਕ ਕੇ ਕਿਹਾ, ਮੈਂ ਤਾਂ ਤੇਰੇ ਪੋਤੜਿਆਂ ਦਾ ਜਾਣੂ ਆ, ਵੱਡਾ ਧਰਮੀ। ਆਪਣਾ ਪਿੰਡ ਉਜਾੜ ਕੇ ਸਬਰ ਨਹੀਂ ਆਇਆ, ਹੁਣ ਮੇਰਾ ਉਜਾੜਨ ਆ ਗਿਆ। ਨਿਕਲ ਇੱਥੋਂ, ਨਹੀਂ ਤਾਂ ਮੈਂ ਤੇਰੀਆਂ ਸਾਰੀਆਂ ਕਰਤੂਤਾਂ ਨਸ਼ਰ ਕਰ ਦੇਵਾਂਗਾ। ਬਾਬੇ ਕਾਲੀ ਦੀ ਇੱਕੋ ਫਟਕਾਰ ਸੁਣ ਕੇ ਸੁੰਦਰ ਸਿੰਘ ਪਿੱਛੇ ਭੀੜ 'ਚ ਲੋਪ ਹੋ ਗਿਆ। ਬਾਬਾ ਕਾਲੀਆ, ਅੱਛਾ। ਇਲਮਦੀਨ ਵਾਕ ਪੂਰਾ ਨਾ ਕਰ ਸਕਿਆ, ਬਰਛੀ ਨੀਵੀਂ ਕਰਕੇ ਪਿਛਾਂ ਮੁੜ ਗਿਆ। ਸ਼ਾਬਾ ਮੇਰੇ ਬੱਚਿਓ, ਬੁੱਢੇ ਵਾਰੀ ਮੇਰੀ ਪੱਗ ਦੀ ਲਾਜ ਰੱਖ ਲਈ। ਇੱਕ ਆਦਮੀ ਨੇ ਇਲਾਕਾ ਉਜੜਨ ਤੋਂ ਬਚਾ ਲਿਆ। ਲੋਕੀ ਹਥਿਆਰ ਕੱਛਾਂ 'ਚ ਦੇ ਕੇ ਆਪੋ ਆਪਣੇ ਰਾਹੀਂ ਪੈ ਗਏ। 15 ਮਿੰਟ 'ਚ ਮੈਦਾਨ ਖਾਲੀ ਹੋ ਗਿਆ। ਧੰਨੇ ਸ਼ਾਹ ਦਾ ਇਹ ਭਰਪੂਰ ਵਾਰ ਖਾਲੀ ਗਿਆ। ਫਿਰ ਵੀ ਉਹ ਨਿਰਾਸ਼ ਨਹੀਂ ਸੀ। ਸੱਜਣ ਸਿੰਘ ਦੇ ਸਿਰ ਉਹਦਾ ਨਵਾਂ ਕਰਜ਼ਾ 500 ਦੇ ਲਗਭਗ ਹੋ ਗਿਆ ਸੀ। ਅੰਗ 30ਵਾਂ। ਇਲਮਦੀਨਾ ਘਰੇ? ਬਾਬੇ ਕਾਲੀ ਨੇ ਬੂਹੇ 'ਚ ਖਲੋ ਕੇ ਆਵਾਜ਼ ਮਾਰੀ। ਆ ਬਾਬਾ ਕਾਲੀਆ, ਲੰਘਾ। ਇਲਮਦੀਨ ਨੇ ਆਵਾਜ਼ ਪਛਾਣ ਕੇ ਸਵਾਗਤ ਵਜੋਂ ਕਿਹਾ। ਅਲੀਆ, ਬਾਬੇ ਵਾਸਤੇ ਮੰਜਾ ਡਾ ਓਏ। ਅਲੀਏ ਨੇ ਵਿਹੜੇ 'ਚ ਮੰਜਾ ਡਾ ਦਿੱਤਾ। ਬਾਬਾ ਕਾਲੀ ਰਵਾਂ ਰਵੀ ਆਪਣਿਆਂ ਵਾਂਗ ਮੰਜੇ ਤੇ ਆ ਬੈਠਾ। ਆ ਬਾਬਾ ਕਾਲੀਆ, ਆ ਮੇਰੇ ਕੋਲ ਬਹਿ ਜਾ। ਬਾਬੇ ਕਾਲੀ ਨੇ ਇਲਮਦੀਨ ਦਾ ਹੱਥ ਫੜ ਕੇ ਉਹਨੂੰ ਆਪਣੇ ਨਾਲ ਮੰਜੇ ਤੇ ਬਹਾ ਲਿਆ। ਪੁੱਤ ਇਲਮਦੀਨਾ, ਕੱਲ ਤੂੰ ਮੇਰੇ ਚਿੱਟੇ ਦਾੜੇ ਦੀ ਲਾਜ ਰੱਖ ਲਈ। ਬਾਬੇ ਨੇ ਪਿਆਰ ਨਾਲ ਉਹਦੀ ਕੰਡ ਪਲੋਸਦਿਆਂ ਕਿਹਾ, ਮੈਂ ਤੇਰਾ ਧੰਨਵਾਦ ਕਰਨਾ ਆ। ਮੈਂ ਪਿਛਲੇ 4-5 ਦਿਨ ਪਿੰਡੋਂ ਬਾਹਰ ਗਿਆ ਸੀ, ਨਹੀਂ ਤਾਂ ਸ਼ਾਇਦ ਇਹ ਗੱਲ ਇੱਥੋਂ ਤੱਕ ਨਾ ਹੀ ਪਹੁੰਚਦੀ। ਫਿਰ ਵੀ ਪਰਮਾਤਮਾ ਨੇ ਮੇਰੀ ਪੱਤ ਰੱਖ ਲਈ। ਇਲਮਦੀਨ ਧਰਤੀ ਵੱਲ ਅੱਖਾਂ ਝੁਕਾਈ ਪੈਰ ਨਾਲ ਭੋਏ ਤੇ ਲਕੀਰਾਂ ਪਾ ਰਿਹਾ ਸੀ। ਇੰਨੇ ਚਿਰ ਤੱਕ ਜੈਨਾ ਨੇ ਆ ਕੇ ਬਾਬੇ ਕਾਲੀ ਦੇ ਪੈਰੀਂ ਹੱਥ ਲਾਇਆ। ਰਾਜੀ ਰਹੋ ਧੀਏ, ਰੱਬ ਤੈਨੂੰ ਸੁਖੀ ਰੱਖੇ। ਬਾਬਾ ਜੀ, ਸਾਡੇ ਵਾਸਤੇ ਤਾਂ ਤੁਸੀਂ ਉਹ ਰੱਬ ਹੋ। ਕੱਲ ਤੁਸੀਂ ਸਾਨੂੰ ਉੱਜੜਨੋਂ ਬਚਾ ਲਿਆ, ਨਹੀਂ ਤਾਂ ਅੱਲਾ ਜਾਣੇ ਕੀ ਕਾਰੇ ਵਰਤ ਜਾਂਦੇ। ਪੁੱਤਰਾ, ਮੈਂ ਆਪਣੇ ਬੱਚਿਆਂ ਨੂੰ ਆਪਸ 'ਚ ਲੜਦਿਆਂ ਵੇਖ ਕੇ ਕਿਵੇਂ ਸਹਾਰ ਲੈਂਦਾ? ਕੋਈ ਵੀ ਪਿਤਾ ਨਹੀਂ ਸਹਿ ਸਕਦਾ। ਪੁੱਤਰ ਦਾ ਲਹੂ ਡੁੱਲਦਾ ਵੇਖਣ ਤੋਂ ਡਰ ਤੋਂ ਤਾਂ ਆਂਦੇ ਨੇ ਹਜ਼ਰਤ ਇਬਰਾਹੀਮ ਨੇ ਵੀ ਅੱਖਾਂ ਤੇ ਪੱਟੀ ਬੰਨ੍ਹ ਲਈ ਸੀ। ਬਾਬੇ ਕਾਲੀ ਨੇ ਪਹਿਲਾਂ ਜੈਨਾ ਵੱਲ, ਫਿਰ ਕੋਲ ਬੈਠੇ ਇਲਮਦੀਨ ਵੱਲ ਤੱਕਿਆ। ਜੈਨਾ ਵੱਲ ਵੇਖ ਕੇ ਫਤਿਹ ਬੀਬੀ ਤੇ ਸਰਾਜ ਬੀਬੀ ਨੇ ਵੀ ਆ ਕੇ ਬਾਬੇ ਕਾਲੀ ਦੇ ਪੈਰੀਂ ਹੱਥ ਲਾਇਆ। ਇੰਨੇ ਚਿਰ ਤੱਕ ਪੱਤੀ ਦੇ 5-7 ਬੰਦੇ ਹੋਰ ਵੀ ਆ ਗਏ। ਉਹਨਾਂ ਬਾਬੇ ਕਾਲੀ ਨੂੰ ਇਲਮਦੀਨ ਦੇ ਘਰ ਵੜਦਿਆਂ ਵੇਖਿਆ ਸੀ। ਅਲੀਏ ਤੇ ਕਰਮਦੀਨ ਨੇ 3-4 ਮੰਜੇ ਹੋਰ ਲਾਗੇ ਡਾਹ ਤੇ ਆਉਣ ਵਾਲੇ ਹੱਥ ਉਠਾ ਕੇ ਬਾਬੇ ਕਾਲੀ ਨੂੰ ਸਲਾਮ ਕਰਕੇ ਮੰਜਿਆਂ ਤੇ ਬਹਿੰਦੇ ਗਏ। ਉੱਥੇ ਹੀ ਪਰੇ ਲੱਗ ਗਈ। ਬਾਬਾ ਕਾਲੀਆ, ਇਲਮਦੀਨ ਨੇ ਖੰਗੂਰਾ ਮਾਰ ਕੇ ਗਲਾ ਸਾਫ਼ ਕਰਦਿਆਂ ਕਹਿਣਾ ਸ਼ੁਰੂ ਕੀਤਾ, ਅਸੀਂ ਤੇਰਾ ਲਿਹਾਜ਼ ਕਰਕੇ ਪਿੱਛੇ ਹਟ ਗਏ। ਤੇਰੀ ਕੀਤੀ ਅਸੀਂ ਸਿਰ ਮੱਥੇ ਮੰਨ ਲਈ,
ਪਰ ਸੱਜਣ ਸਿੰਘ ਨੇ ਸਾਡੇ ਨਾਲ ਬੰਦਿਆਂ ਵਾਲੀ ਨਹੀਂ ਸੀ ਕੀਤੀ। ਖੂਹ ਸਾਡਾ ਦੋਹਾਂ ਦਾ ਸਾਂਝਾ ਹੈ। ਪਿਛਲੇਰੇ ਸਾਲ ਦਾ ਚੇਤਾ ਹੀ ਨਾ, ਉਹਨੂੰ ਇੱਥੋਂ ਤੱਕ ਨਹੀਂ ਸੀ ਅੱਪੜਨਾ ਚਾਹੀਦਾ। ਇਲਮਦੀਨਾ ਪੁੱਤ ਮੇਰੇ ਤੇ ਇਤਬਾਰ ਕਰ, ਉਹ ਕੰਮ ਸੱਜਣ ਸਿੰਘ ਦਾ ਨਹੀਂ ਸੀ। ਉਹ ਮੇਰੇ ਪਿੰਡੇ ਤੇ ਹੱਥ ਲਾ ਕੇ ਸਹੁੰ ਖਾ ਗਿਆ। ਉਹਦਾ ਗੁਨਾਹ ਹੁੰਦਾ ਤਾਂ ਉਹ ਮੇਰੇ ਅੱਗੇ ਮੁੱਕਰਦਾ ਨਹੀਂ ਸੀ। ਮੇਰਾ ਖਿਆਲ ਹੈ ਉਹ ਕਰਤੂਤ ਤੁਹਾਡੇ ਕਿਸੇ ਸਾਂਝੇ ਦੁਸ਼ਮਣ ਦੀ ਸੀ। ਮੈਨੂੰ ਧੰਨੇ ਸ਼ਾਹ ਤੇ ਸ਼ੱਕ ਹੈ, ਬਾਬੇ ਕਾਲੀ ਨੇ ਕੋਲ ਬੈਠੇ ਬਾਕੀਆਂ ਵੱਲ ਝਾਤੀ ਮਾਰਦਿਆਂ ਕਿਹਾ। ਹੋ ਸਕਦਾ ਬਈ, ਕੋਲੋਂ ਉਮਰਦੀਨ ਨੇ ਸਿਰ ਹਿਲਾਉਂਦਿਆਂ ਕਿਹਾ। ਧੰਨੇ ਸ਼ਾਹ ਦੀ ਇਸ ਖੂਹ ਤੇ ਚਰੋਕਣੀ ਅੱਖ ਹੈ। ਉਹਨੇ ਗਿਣੀ ਮਿੱਥੀ ਚਾਲ ਨਾਲ ਇਹਨਾਂ ਦੋਹਾਂ ਨੂੰ ਕਰਜ਼ਾ ਦੇਣਾ ਸ਼ੁਰੂ ਕੀਤਾ। ਅੱਧਾ ਖੂਹ ਤਾਂ ਉਹ ਇੱਕ ਲੇਖੇ ਲੈ ਗਿਆ, ਬਾਕੀ ਦਾ ਅੱਧ ਉਹ ਹਰ ਕੀਮਤ ਤੇ ਹਾਸਲ ਕਰਨਾ ਚਾਹੁੰਦਾ। ਬਾਬਾ ਕਾਲੀਆ, ਤੇਰੀ ਇਹ ਦਲੀਲ ਤਾਂ ਸਾਰਿਆਂ ਦੇ ਦਿਲ ਲੱਗਦੀ ਹੈ। ਕੋਲੋਂ ਪੀਰ ਬਖਸ਼ ਨੇ ਪ੍ਰੋੜਤਾ ਕੀਤੀ। ਮੂੰਹ ਤੇ ਤਾਰੀਫ ਨਹੀਂ ਕਰਦੇ। ਕੱਲ ਤਾਂ ਬਾਬਾ ਕਾਲੀਆ ਤੂੰ ਬਚਾ ਲਿਆ, ਨਹੀਂ ਤਾਂ ਸਾਰਾ ਪਿੰਡ ਉੱਜੜ ਜਾਣਾ ਸੀ। ਉਹ ਭਈ ਚੁੱਕਣ ਵਾਲਿਆਂ ਦਾ ਕੀ ਜਾਣਾ ਸੀ, ਮਰਨਾ ਤਾਂ ਅਸੀਂ ਸੀ। ਚੌਥੀ ਲਾਉਣ ਵਾਲੇ ਤਾਂ ਆਖੇ ਅੱਗ ਲਾਈ ਕੁੱਤਾ ਕੰਧ ਤੇ। ਲਾਗੇ ਬੈਠਿਆਂ ਚੋਂ ਕਈਆਂ ਦੀਆਂ ਆਵਾਜ਼ਾਂ ਆਈਆਂ। ਵਧੇਰੇ ਹੈਰਾਨੀ ਇਸ ਗੱਲ ਦੀ ਹੈ ਕਿ ਦੋਵੇਂ ਇੰਨੇ ਮਿੱਤਰ ਹੁੰਦੇ ਹੋਏ ਦੁਸ਼ਮਣ ਕਿਵੇਂ ਬਣ ਗਏ। ਚੰਦਾ ਸਿੰਘ ਤੇ ਚਿਰਾਗਦੀਨ ਦੀ ਸਾਰੀ ਉਮਰ ਸਕੇ ਭਰਾਵਾਂ ਵਾਂਗ ਨਿਭ ਗਈ। ਬਸ, ਬਾਬੇ ਕਾਲੀ ਨੇ ਅਫਸੋਸ 'ਚ ਸਿਰ ਧੁਣਦਿਆਂ ਕਿਹਾ। ਨੰਬਰਦਾਰੀ ਲੈ ਕੇ ਬਹਿ ਗਈ। ਉਮਰਦੀਨ ਦੀ ਗੱਲ ਸੁਣ ਕੇ ਇਲਮਦੀਨ ਨੇ ਉਹਦੇ ਵੱਲ ਝਾਕਿਆ। ਉਹਦੇ ਜੀ ਚਾਈ ਕਹਿ ਦੇਵੇ ਉਹ ਵੀ ਧੰਨੇ ਸ਼ਾਹ ਨੇ ਚੁੱਕ ਕੇ ਉਹ ਤੋਂ ਦਰਖਾਸਤ ਦਵਾਈ ਸੀ। ਹਾਂ, ਤੇਰੀ ਰਾਏ ਠੀਕ ਹੈ ਉਮਰਦੀਨਾ, ਬਾਬੇ ਕਾਲੀ ਨੇ ਹਾਂ 'ਚ ਸਿਰ ਹਿਲਾਉਂਦਿਆਂ ਕਿਹਾ। ਉੱਤੋਂ ਧਰਮ ਤੇ ਦੀਨ ਦੀ ਦੁਹਾਈ ਦੇਣ ਵਾਲਿਆਂ ਨੇ ਧੁਖਦੀ ਨੂੰ ਫੂਕਾ ਮਾਰ ਮਾਰ ਕੇ ਮਚਾਤਾ। ਇਹ ਇਤਫਾਕ ਦੇ ਵੈਰੀ ਕਿਤੇ ਸਿੱਖ ਤੇ ਮੁਸਲਮਾਨ ਦਾ, ਕਿਤੇ ਹਿੰਦੂ ਤੇ ਮੁਸਲਮਾਨ ਦਾ ਵਿਤਕਰਾ ਪਵਾ ਕੇ ਲੋਕਾਂ ਦੇ ਲਹੂ ਨਹਾਉਂਦੇ ਨੇ। ਆਪਾਂ ਸਾਰੇ ਬਾਬੇ ਯਾਤਰੀ ਦੀ ਔਲਾਦ ਆ, ਫਿਰ ਆਪਾਂ ਆਪਸ 'ਚ ਛਵੀਆਂ ਗੰਡਾਸੇ ਫੜ ਕੇ ਕਿਉਂ ਲੜੀਏ? ਬਾਬੇ ਕਾਲੀ ਨੇ ਸਾਰਿਆਂ ਵੱਲ ਪ੍ਰਸ਼ਨ ਭਰੀਆਂ ਅੱਖਾਂ ਨਾਲ ਤੱਕਦਿਆਂ ਪੁੱਛਿਆ। ਗਦਰ ਲਹਿਰ 'ਚ ਅਸੀਂ ਕੋਈ ਕਿਤੋਂ ਦਾ ਸੀ, ਕੋਈ ਕਿਤੋਂ ਦਾ, ਅਸੀਂ ਸਾਰੇ ਇਕੱਠੇ ਖਾਂਦੇ ਪੀਂਦੇ ਸੀ। ਸਾਡੇ 'ਚ ਹਿੰਦੂ ਸਿੱਖ ਮੁਸਲਮਾਨ ਦਾ ਕੋਈ ਵਿਤਕਰਾ ਨਹੀਂ ਸੀ। ਬਾਬਾ ਕਾਲੀਆ, ਅਸੀਂ ਆਪਸ 'ਚ ਲੜਨਾ ਝਗੜਨਾ ਛੱਡਿਆ। ਉਮਰਦੀਨ ਨੇ ਸਾਰਿਆਂ ਵੱਲੋਂ ਹਾਮੀ ਭਰਦਿਆਂ ਕਿਹਾ। ਸਾਥੋਂ ਭਾਵੇਂ ਕਸਮ ਚੁਕਾ ਲੈ, ਤੂੰ ਆਜ਼ਾਦ ਹਿੰਦ ਫੌਜ ਦੀ ਗੱਲ ਸੁਣਿਆ ਸੂਰਮਿਆਂ ਨੇ ਮਲਾਇਆ ਤੇ ਬਰਮਾ 'ਚ ਹੱਦ ਮੁਕਾਤੀ। ਉਹਨਾਂ ਲੋਕਾਂ ਦੀ ਕੁਰਬਾਨੀ ਲਸਾਨੀ ਹੈ ਉਮਰਦੀਨਾ। ਬਾਬੇ ਕਾਲੀ ਨੇ ਆਵਾਜ਼ 'ਚ ਥਾਂ ਸ਼ਰਧਾ ਸੀ। ਸੱਚ ਪੁੱਛਦੇ ਹੋ ਤਾਂ ਉਹਨਾਂ ਦੀਆਂ ਕੁਰਬਾਨੀਆਂ ਦਾ ਸਦਕਾ ਹੀ ਸਾਡਾ ਦੇਸ਼ ਆਜ਼ਾਦ ਹੋ ਜਾਣਾ। ਹੁਣ ਅੰਗਰੇਜ਼ ਸਾਨੂੰ ਬਹੁਤਾ ਚਿਰ ਗੁਲਾਮੀ 'ਚ ਜਕੜ ਕੇ ਨਹੀਂ ਰੱਖ ਸਕਦਾ। ਮੈਂ ਥੋੜ੍ਹੀ ਬਹੁਤ ਗੱਲ ਸੁਣਾਉਂਦਾ। ਸੁਭਾਸ਼ ਚੰਦਰ ਬੋਸ ਦਾ ਨਾਂ ਤਾਂ ਤੁਹਾਨੂੰ ਪਤਾ ਹੀ ਹੈ, ਉਹ ਬੰਗਾਲੀ ਹੈ। ਉਹਦੇ ਪਿਤਾ ਜਾਨਕੀ ਨਾਥ ਬਹੁਤ ਵੱਡਾ ਵਕੀਲ ਸੀ। ਉਹਦੀ ਰੀਝ ਸੀ ਸੁਭਾਸ਼ ਪੜ੍ਹ ਲਿਖ ਕੇ ਬਹੁਤ ਵੱਡਾ ਅਫਸਰ ਬਣੇ। ਸੁਭਾਸ਼ ਨੇ ਵਲਾਇਤ ਜਾ ਕੇ ICS ਦਾ ਇਮਤਿਹਾਨ ਪਾਸ ਕੀਤਾ, ਪਰ ਵਾਪਸ ਦੇਸ਼ ਆ ਕੇ ਅੰਗਰੇਜ਼ੀ ਸਰਕਾਰ ਦਾ ਅਫਸਰ ਬਣਨ ਦੀ ਥਾਂ ਕਾਂਗਰਸ ਦਾ ਲੀਡਰ ਬਣ ਗਿਆ। ਉਹ ਕਈ ਵਾਰ ਜੇਲ੍ਹ 'ਚ ਗਿਆ। ਆਖਰੀ ਵਾਰ ਉਹ ਸਨ 40 ਦੇ ਮੁੱਕਣ ਤੋਂ ਥੋੜ੍ਹਾ ਚਿਰ ਪਹਿਲਾਂ ਜੇਲ੍ਹ 'ਚ ਰਿਹਾ ਹੋ ਕੇ ਆਇਆ। ਉਦੋਂ ਜਰਮਨ ਜੰਗ ਕਾਫੀ ਜ਼ੋਰਾਂ 'ਤੇ ਸੀ ਤੇ ਅਗਲਾ ਸਾਲ ਚੜ੍ਹਦਿਆਂ 23 ਜਨਵਰੀ 1941 ਉਹ ਘਰੋਂ ਲੋਪ ਹੋ ਗਿਆ। ਪਿੱਛੋਂ ਪਤਾ ਲੱਗਾ ਸੁਭਾਸ਼ ਬਾਬੂ ਤੇ ਸੋਢੀ ਹਰਮਿੰਦਰ ਸਿੰਘ ਪਠਾਣਾ ਦਾ ਭੇਸ ਕਰਕੇ ਕਾਬਲ ਜਾ ਪੁੱਜੇ। ਉੱਥੋਂ ਸੁਭਾਸ਼ ਜਰਮਨੀ 'ਚ ਬਰਲਿਨ ਜਾ ਪੜਿਆ, ਰੇਲ ਰਾਹੀਂ। ਉਮਰਦੀਨ ਨੇ ਹੁੰਗਾਰਾ ਭਰਨ ਵਜੋਂ ਸਵਾਲ ਕਰਤਾ। ਨਹੀਂ, ਕਾਬਲ ਤੇ ਬਰਲਿਨ 'ਚ ਰੇਲ ਨਹੀਂ, ਉਦੋਂ ਹਵਾਈ ਜਹਾਜ਼ ਰਾਹੀਂ ਗਿਆ ਸੀ। ਉੱਥੇ ਉਹਦੀ ਹਿਟਲਰ ਨਾਲ ਮੁਲਾਕਾਤ ਹੋਈ। ਹਿਟਲਰ ਨੇ ਹਿੰਦ 'ਚ ਆਜ਼ਾਦੀ ਦੀ ਲੜਾਈ ਲੜਨ ਵਾਲਿਆਂ ਦੀ ਮਦਦ ਦਾ ਭਰੋਸਾ ਦਵਾਇਆ। ਫਿਰ ਸੁਭਾਸ਼ ਇਟਲੀ ਜਾ ਕੇ ਉੱਥੋਂ ਦੇ ਆਗੂਆਂ ਨੂੰ ਮਿਲਿਆ। ਇਟਲੀ 'ਚ ਹੀ ਉਹਨੇ ਪਹਿਲ ਆਜ਼ਾਦੀ ਲੀਗ ਬਣਾਈ। ਕੁਝ ਚਿਰ ਉੱਥੇ ਰਹਿ ਕੇ ਉਹ ਫਿਰ ਜਰਮਨ ਵਾਪਸ ਚਲਾ ਗਿਆ। ਸਨ 42 ਦੇ ਸ਼ਾਇਦ ਫਰਵਰੀ 'ਚ 15 ਫਰਵਰੀ ਜਾਪਾਨੀਆਂ ਦਾ ਸਿੰਗਾਪੁਰ ਤੇ ਕਬਜ਼ਾ ਹੋ ਗਿਆ। ਚੜ੍ਹਦੇ ਜੁਲਾਈ ਨਾਲ ਸੁਭਾਸ਼ ਸਿੰਗਾਪੁਰ ਆ ਗਿਆ। ਉਹ ਜਰਮਨੀ ਵਾਲੀ ਫੌਜ ਲੈ ਕੇ? ਉਮਰਦੀਨ ਨੇ ਸ਼ੰਕਾ ਨਿਵਰਤ ਵੱਲੀ ਪੁੱਛੀ। ਨਹੀਂ, ਸਿੰਗਾਪੁਰ 'ਚ ਵੱਖਰੀ ਆਜ਼ਾਦ ਹਿੰਦ ਲੀਗ ਸੀ। ਮਾਰਚ 42 'ਚ ਉਹਦਾ ਪ੍ਰਧਾਨ ਰਾਸ ਬਿਹਾਰੀ ਬੋਸ ਸੀ। ਨਾਲ ਹੀ ਆਜ਼ਾਦ ਹਿੰਦ ਫੌਜ ਵੀ ਬਣੀ, ਜਿਹਦਾ ਸੈਨਾਪਤੀ ਜਰਨੈਲ ਮੋਹਨ ਸਿੰਘ ਬਣਿਆ। ਅਗਲੇ ਮਹੀਨੇ ਸਿੰਗਾਪੁਰ 'ਚ ਆਜ਼ਾਦ ਹਿੰਦ ਲੀਗ ਦੇ ਸਾਰੇ ਡੈਲੀਗੇਟਾਂ ਦੀ ਕਾਨਫਰੰਸ ਹੋਈ। ਰਾਸ ਬਿਹਾਰੀ ਬੋਸ ਨੇ ਕਾਨਫਰੰਸ 'ਚ ਫੈਸਲਾ ਕੀਤਾ ਵੀ ਹੁਣ ਉਹਦੀ ਥਾਂ ਸੁਭਾਸ਼ ਚੰਦਰ ਬੋਸ ਲੀਗ ਦੇ ਪ੍ਰਧਾਨ ਹੋਣਗੇ ਤੇ ਸੁਭਾਸ਼ ਨੇ ਆ ਕੇ ਪ੍ਰਧਾਨਗੀ ਸੰਭਾਲ ਲਈ ਤੇ ਜਾਪਾਨੀਆਂ ਨੇ ਬਰਮਾ ਫਤਿਹ ਕਰ ਲਿਆ। ਸੁਭਾਸ਼ ਆਜ਼ਾਦ ਹਿੰਦ ਫੌਜ ਦਾ ਹੈੱਡਕੁਆਟਰ ਸਿੰਗਾਪੁਰ ਤੋਂ ਰੰਗੂਨ ਲੈ ਆਇਆ। ਸੁਭਾਸ਼ ਨੂੰ ਸਾਰੇ ਨੇਤਾ ਜੀ ਕਿਹਾ ਕਰਦੇ ਸੀ। ਉਹਨਾਂ ਲੋਕਾਂ ਨੇ ਲਲਕਾਰ ਕੇ ਕਿਹਾ, ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ। ਇੰਨਾ ਅਸਰ ਪਿਆ ਲੋਕਾਂ ਤੇ ਇਸ ਗੱਲ ਦਾ। ਲੋਕਾਂ ਨੇ ਆਪਣੇ ਲਹੂ ਨਾਲ ਦਸਖਤ ਕਰਕੇ ਦਿੱਤੇ। ਹਰ ਜਵਾਨ ਹਿੰਦੀ ਬੜੇ ਚਾਅ ਨਾਲ ਆਜ਼ਾਦ ਹਿੰਦ ਫੌਜ 'ਚ ਭਰਤੀ ਹੋਇਆ। ਵਾਹ, ਆਜ਼ਾਦੀ ਦੀ ਲਗਨ ਹੈ ਨਾ। ਨੇਤਾ ਜੀ ਨੇ ਜਾਪਾਨੀਆਂ ਨਾਲ ਮਾਇਦਾ ਕੀਤਾ ਕਿ
ਤੁਸੀਂ ਸਾਨੂੰ ਹਥਿਆਰਾਂ ਤੇ ਰਾਸ਼ਨ ਦੀ ਮਦਦ ਦਿਓ, ਮਗਰ ਹਿੰਦ ਵਿੱਚ ਅੱਗੇ ਵੱਧ ਕੇ ਲੜਾਂਗੇ ਸਿਰਫ ਅਸੀਂ। ਉਹਨਾਂ ਦੀ ਸਲਾਹ ਹੋਣੀ ਹੈ ਅੰਗਰੇਜ਼ਾਂ ਦੀ ਥਾਂ ਅਸੀਂ ਮੁਲਕ ਮੱਲ ਲਈਏ। ਬਈ ਕਮਜ਼ੋਰ ਤੇ ਪਾਟੇ ਹੋਏ ਘਰ ਤੇ ਕਬਜ਼ਾ ਕਰਨ ਨੂੰ ਹਰ ਇੱਕ ਦਾ ਦਿਲ ਲਲਚਾ ਜਾਂਦਾ ਹੈ। ਜਾਪਾਨੀਆਂ ਦੇ ਦਿਲ ਦੀ ਚਾਲ ਨੇਤਾ ਜੀ ਤਾੜ ਗਿਆ, ਪਰ ਸੁਗੜ ਨੀਤੀਵਾਨ ਵਾਂਗ ਉਹਨੇ ਮੂੰਹੋਂ ਕੋਈ ਗੱਲ ਨਾ ਕੱਢੀ। ਉਹਨੇ ਆਪਣੇ ਜਰਨੈਲਾਂ ਨੂੰ ਹਿੰਦ ਤੇ ਹਮਲਾ ਕਰਨ ਦਾ ਹੁਕਮ ਦੇ ਦਿੱਤਾ ਤੇ ਕਰਨਲ ਸ਼ਾਹਨਵਾਜ਼ ਤੇ ਕਰਨਲ ਸਹਿਗਲ 60-70 ਹਜ਼ਾਰ ਫੌਜ ਲੈ ਕੇ ਅੱਗੇ ਵਧੇ। ਉਹਨਾਂ ਮਰਦਿਆਂ ਅੱਗੇ ਵੱਧ ਕੇ ਇੰਫਲ ਸ਼ਹਿਰ ਨੂੰ ਘੇਰਾ ਪਾ ਲਿਆ। ਉੱਥੇ ਅੰਗਰੇਜ਼ਾਂ ਦੀ ਫੌਜ 2 ਲੱਖ ਦੱਸਦੇ ਨੇ। ਕਈ ਥਾਈਂ ਡਟ ਕੇ ਲੜਾਈ ਹੋਈ, ਜਿਸ ਵੇਲੇ ਨੇਤਾ ਜੀ ਨੇ ਜਰਨੈਲ ਜੈ ਹਿੰਦ ਦਾ ਨਾਅਰਾ ਲਾਉਂਦੇ ਜਵਾਨਾਂ ਦੇ ਜੋਸ਼ 'ਚ ਡੋਲੇ ਫਰਕਣ ਲੱਗ ਪੈਂਦੇ ਸੀ ਤੇ ਜਾਪਾਨੀਆਂ ਨੇ ਪਿੱਛੋਂ ਰਾਸ਼ਨ ਤੇ ਹਥਿਆਰ ਭੇਜਣੇ ਬੰਦ ਕਰਤੇ। ਉਹ ਮਿੱਤਰ ਮਾਰ ਕੀਤੇ ਉਹਨੇ, ਮੱਖ ਬਨੇਰੇ ਤੇ ਚੜਾ ਕੇ ਪੌੜੀ ਖਿੱਚ ਲਈ ਹੈ। ਕੁਝ ਸਰੋਤਿਆਂ ਦੀਆਂ ਅਫਸੋਸ ਭਰੀਆਂ ਆਵਾਜ਼ਾਂ ਆਈਆਂ ਤੇ ਇਸ ਹਾਲ ਵੀ ਸੂਰਮੇ ਸਾਲ ਭਰ ਲੜਦੇ ਰਹੇ। ਇੱਧਰੋਂ ਅੰਗਰੇਜ਼ਾਂ ਨੇ ਆਪਣੇ ਮੋਰਚੇ ਪੱਕੇ ਕਰ ਲਏ। ਢਿੱਡੋਂ ਭੁੱਖੇ ਜਵਾਨ ਕਿੰਨਾ ਕੁ ਚਿਰ ਲੜ ਸਕਦੇ ਸੀ। ਨਾਲੇ ਜਾਪਾਨ ਆਪਣੀ ਹਾਰ ਨੇੜੇ ਸਮਝ ਕੇ ਬਰਮਾ 'ਚੋਂ ਨੱਸਣੇ ਸ਼ੁਰੂ ਹੋ ਗਏ ਤੇ ਨੇਤਾ ਜੀ ਦੀ ਫੌਜ ਬੜੀ ਕੁਥਾਂ ਫਸੀ, ਕੋਈ ਪੇਸ਼ ਨਾ ਗਈ। ਅੰਤ ਕਰਨਲ ਸਹਿਗਲ ਦੀ ਫੌਜ ਨੇ ਅਪ੍ਰੈਲ 45 'ਚ ਹਥਿਆਰ ਸੁੱਟਦੇ। ਭੁੱਖੇ ਤਿਹਾਏ ਸੂਰਮੇ ਅੰਗਰੇਜ਼ਾਂ ਦੇ ਕੈਦੀ ਬਣ ਗਏ। ਇਸੇ ਮਹੀਨੇ ਜਾਪਾਨੀ ਰੰਗੂਨ ਖਾਲੀ ਕਰਕੇ ਨਿਕਲ ਗਏ ਤੇ ਰਾਹ 'ਚ ਜਹਾਜ਼ ਨੂੰ ਅੱਗ ਲੱਗ ਜਾਣ ਕਰਕੇ ਉਹ ਵਿੱਚੇ ਸੜ ਕੇ ਸ਼ਹੀਦ ਹੋ ਗਏ। 16 ਅਗਸਤ 45 ਦੀ ਗੱਲ ਹੈ। ਪਰ ਕਈ ਲੋਕਾਂ ਦਾ ਵਿਸ਼ਵਾਸ ਹੈ ਵੀ ਨੇਤਾ ਜੀ ਜਿਉਂਦੇ ਹੈ, ਹਿੰਦੁਸਤਾਨ ਆਜ਼ਾਦ ਹੋ ਜਾਣ ਪਿੱਛੋਂ ਦੇਸ਼ 'ਚ ਵਾਪਸ ਆ ਜਾਣਗੇ। ਅਸਲ 'ਚ ਅੱਜ ਮੈਂ ਗੱਲਾਂ ਕਰਨ ਦੇ ਰੌਣ 'ਚ ਨਹੀਂ ਸੀ, ਕਿਸੇ ਹੋਰ ਦਿਨ ਇਹ ਕਥਾ ਸੁਣ ਲਿਓ। ਸਾਰੀ ਰਾਤ ਮੈਨੂੰ ਨੀਂਦ ਨਹੀਂ ਸੀ ਆਈ। ਮੈਂ ਇੱਕੋ ਗੱਲ ਸੋਚਦਾ ਰਿਹਾ ਕਿ ਜੇ ਫਸਾਦ ਹੋ ਜਾਂਦਾ, ਪਰ ਰੱਬ ਨੇ ਰੱਖ ਲਿਆ। ਅਜੇ ਵੀ ਦਿਲ ਡਰਦਾ ਹੈ ਕੁਝ। ਆਖਰੀ ਗੱਲ ਕਹਿ ਕੇ ਬਾਬਾ ਕਾਲੀ ਨੇ ਸਾਰਿਆਂ ਵੱਲ ਝਾਤੀ ਮਾਰ ਕੇ ਤੱਕਿਆ। ਬਾਬਾ ਕਾਲੀਆ, ਤੂੰ ਸਾਡੀਆਂ ਅੱਖਾਂ ਖੋਲ੍ਹਤੀਆਂ। ਹੁਣ ਭਾਵੇਂ ਕੋਈ ਸਾਨੂੰ ਕਿੰਨਾ ਪਿਆ ਚੁੱਕੇ, ਅਸੀਂ ਆਪਸ 'ਚ ਨਹੀਂ ਲੜਾਂਗੇ। ਕਿਉਂ ਪੁੱਤ ਇਲਮਦੀਨਾ? ਬਾਬੇ ਕਾਲੀ ਨੇ ਇਲਮਦੀਨ ਵੱਲ ਤੱਕ ਕੇ ਕਿਹਾ। ਉਹਦੀ ਪ੍ਰਵਾਨਗੀ ਬਾਬਾ ਬਹੁਤ ਜ਼ਰੂਰੀ ਸਮਝਦਾ ਸੀ। ਬਾਬਾ ਕਾਲੀਆ, ਇਲਮਦੀਨ ਨੇ ਖੰਗੂਰਾ ਮਾਰ ਕੇ ਕਿਹਾ, ਮੇਰੇ ਵੱਲੋਂ ਯਕੀਨ ਰੱਖ, ਮੈਂ ਹੁਣ ਕਿਸੇ ਗੱਲ 'ਚ ਨਹੀਂ ਆਵਾਂਗਾ। ਸੱਜਣ ਸਿੰਘ ਦੇ ਮੱਥੇ ਤਾਂ ਮੈਂ ਲੱਗਣਾ ਹੀ ਨਹੀਂ। ਮੈਂ ਆਪਣੀ ਸ਼ਰਮ 'ਚ ਮਰ ਰਿਹਾ। ਕਿਹੜਾ ਮੂੰਹ ਲੈ ਕੇ ਮੈਂ ਉਹਦੇ ਸਾਹਮਣੇ ਜਾਵਾਂ? ਹੋਰ ਮੈਂ ਸਭ ਵੈਰ ਵਿਰੋਧ ਛੱਡਿਆ। ਰੱਬ ਤੇਰਾ ਭਲਾ ਕਰੇ ਪੁੱਤ ਇਲਮਦੀਨਾ। ਇਸ ਵੇਲੇ ਮੇਰੀ ਆਤਮਾ ਤੈਨੂੰ ਹਜ਼ਾਰਾਂ ਅਸੀਸਾਂ ਦੇ ਰਹੀ ਹੈ। ਜਿਹੜੀ ਸੱਜਣ ਸਿੰਘ ਦੇ ਮੱਥੇ ਨਾ ਲੱਗਣ ਦੀ ਗੱਲ ਆ ਨਾ, ਅੱਜ ਨਾ ਸਹੀ ਸਮਾਂ ਪਾ ਕੇ ਤੁਸੀਂ ਪਹਿਲਾਂ ਵਾਂਗ ਹੀ ਭਰਾਵਾਂ ਵਾਂਗ ਜੱਫੀਆਂ ਪਾ ਕੇ ਮਿਲੋਗੇ। ਤੁਸੀਂ ਬਹੁਤਾ ਚਿਰ ਦੂਰ ਨਹੀਂ ਰਹਿ ਸਕਦੇ। ਅੱਛਾ, ਮੈਂ ਬੜਾ ਖੁਸ਼ ਜਾ ਰਿਹਾ। ਮੇਰਾ ਆਏ ਦਾ ਮਾਨ ਰੱਖਿਆ। ਅੱਲਾ ਤੁਹਾਨੂੰ ਖੁਸ਼ ਰੱਖੇ, ਕਹਿੰਦਾ ਬਾਬਾ ਕਾਲੀ ਮੰਜੇ ਤੋਂ ਉੱਠ ਬੈਠਾ। ਅੰਗ 31ਵਾਂ। 1946 ਦੇ ਮਾਰਚ ਮਹੀਨੇ 'ਚ ਸਾਰੇ ਦੇਸ਼ ਅੰਦਰ ਅਸੈਂਬਲੀਆਂ ਦੀਆਂ ਚੋਣਾਂ ਹੋਈਆਂ। ਉਸ ਚੋਣ 'ਚ ਹਰ ਫਿਰਕੇ ਨੇ ਆਪੋ ਆਪਣੇ ਹਿੱਸੇ ਆਉਂਦੇ ਮੈਂਬਰ ਵੱਖੋ ਵੱਖਰੇ ਚੁਣਨੇ ਸੀ। ਸੋ ਚੋਣਾਂ ਦਾ ਬਹਾਨਾ ਪੰਥ, ਧਰਮ ਤੇ ਦੀਨ ਦਾ ਬਹੁਤ ਪ੍ਰਚਾਰ ਹੋਇਆ। ਪਰ ਇਸ ਧਰਮ ਪ੍ਰਚਾਰ 'ਚ ਜੋ ਸਫਲਤਾ ਮੁਸਲਿਮ ਲੀਗ ਨੂੰ ਪ੍ਰਾਪਤ ਹੋਈ, ਹੋਰ ਕਿਸੇ ਫਿਰਕੇ ਨੂੰ ਨਹੀਂ ਹੋਈ। ਇਸ ਚੋਣ ਘਮਸਾਨ ਦਾ ਅਸਲੀ ਸਿੱਟਾ ਇਹ ਨਿਕਲਿਆ ਕਿ ਮੁਸਲਮਾਨ ਬਾਕੀ ਹਿੰਦੂਆਂ ਨਾਲੋਂ ਬਹੁਤ ਦੂਰ ਹੋ ਗਏ। ਜ਼ਿੰਮੇਵਾਰ ਅੰਗਰੇਜ਼ ਆਗੂਆਂ ਦੇ ਬਿਆਨਾਂ ਤੋਂ ਸਿੱਧ ਹੋ ਗਿਆ ਸੀ ਕਿ ਉਹ ਬਹੁਤ ਛੇਤੀ ਹਿੰਦੁਸਤਾਨ ਨੂੰ ਛੱਡ ਜਾਣਾ ਚਾਹੁੰਦੇ ਹੈ। ਚੋਣਾਂ ਤੋਂ ਪਿੱਛੋਂ ਸਰਕਾਰ ਬਰਤਾਨੀਆ ਨੇ ਇੱਕ ਮੰਤਰੀ ਮਿਸ਼ਨ, ਕੈਬਨਿਟ ਮਿਸ਼ਨ ਭਾਰਤ ਭੇਜਿਆ। ਉਹਦੇ 3 ਮੈਂਬਰ ਸੀ, ਲਾਰਡ ਪੈਥਿਕ, ਲਾਰੈਂਸ, ਸਰ ਸਟੈਫਰਡ ਕ੍ਰਿਪਸ ਤੇ HV ਅਲੈਗਜ਼ੈਂਡਰ। ਉਹ 23 ਮਾਰਚ 1946 ਨੂੰ ਭਾਰਤ ਪਹੁੰਚੇ। ਉਹਨਾਂ ਨੇ ਜੋ ਰਾਜ ਬਣਤਰ ਭਾਰਤੀ ਆਗੂਆਂ ਸਾਹਮਣੇ ਪੇਸ਼ ਕੀਤੀ, ਉਹਨੂੰ ਕੈਬਨਿਟ ਮਿਸ਼ਨ ਸਕੀਮ ਦਾ ਨਾਮ ਦਿੱਤਾ ਗਿਆ। ਉਸ ਸਕੀਮ ਦੁਆਰਾ ਹਿੰਦੁਸਤਾਨ 'ਚ ਧਰਮ ਦੇ ਆਧਾਰ ਤੇ 3 ਵੱਡੇ ਫਿਰਕੇ ਮੰਨੇ ਗਏ, ਮੁਸਲਮਾਨ, ਸਿੱਖ ਤੇ ਬਾਕੀ ਸਾਰੇ ਹਿੰਦੂ ਸ਼ਾਮਲ। ਨਾਲ ਹੀ ਸਕੀਮ 'ਚ ਭਾਰਤ ਨੂੰ 3 ਹਿੱਸਿਆਂ 'ਚ ਵੰਡਿਆ ਗਿਆ। ਪਹਿਲਾ A ਗਰੁੱਪ, ਜਿਸ 'ਚ ਮਦਰਾਸ, ਬੰਬਈ, ਬਿਹਾਰ, ਉੜੀਸਾ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ 6 ਸੂਬੇ। ਦੂਜਾ B ਗਰੁੱਪ, ਜਿਸ 'ਚ ਪੱਛਮੀ ਭਾਰਤ ਦੇ 4 ਸੂਬੇ, ਪੰਜਾਬ, ਸਿੰਧ, ਬਲੋਚਿਸਤਾਨ ਤੇ ਸਰਹੱਦੀ ਸੂਬਾ। ਤੀਜੇ C ਗਰੁੱਪ 'ਚ ਬੰਗਾਲ ਤੇ ਅਸਾਮ ਦੇ ਸੂਬੇ। ਇਸ ਤਰ੍ਹਾਂ ਪਹਿਲਾ ਹਿੱਸਾ ਹਿੰਦੂਆਂ ਦੇ ਤੇ ਤੀਜਾ ਮੁਸਲਮਾਨਾਂ ਦੇ ਅਧੀਨ ਹੋ ਜਾਂਦਾ ਸੀ। ਦੂਜੇ 'ਚ 22 ਮੁਸਲਮਾਨ, 4 ਸਿੱਖ ਤੇ 9 ਹਿੰਦੂ। ਤੀਜੇ 'ਚ 36 ਮੁਸਲਮਾਨ, 34 ਹਿੰਦੂ। 92 ਮੈਂਬਰ ਦੇਸੀ ਰਿਆਸਤਾਂ ਦੇ ਹੋਣਗੇ। ਕੁੱਲ ਮੈਂਬਰ ਦਿੱਲੀ, ਅਜਮੇਰ, ਮਾਰਵਾੜ ਆਦਿ ਦੇ ਹੋਰ ਹੋਣਗੇ। ਵਿਚਲੇ ਸਮੇਂ ਵਾਸਤੇ, ਜਿੰਨਾ ਚਿਰ ਇਹ ਨਵੀਂ ਕੌਂਸਲ ਰਾਜ ਪ੍ਰਬੰਧ ਨਹੀਂ ਸੰਭਾਲਦੀ, ਇੱਕ ਕੰਮ ਚਲਾਊ ਸਰਕਾਰ ਬਣਨੀ ਸੀ। ਉਸ 'ਚ 5 ਮੈਂਬਰ ਕਾਂਗਰਸ ਦੇ, 5 ਮੁਸਲਿਮ ਲੀਗ ਦੇ, 1 ਸਿੱਖ ਤੇ 1 ਅਛੂਤ ਬਣਨਾ ਸੀ। ਮੁਸਲਿਮ ਲੀਗ ਨੇ ਸਾਰੀ ਸਕੀਮ ਮੰਨ ਲਈ। ਕਾਂਗਰਸ ਨੇ ਕੰਮ ਚਲਾਊ ਸਰਕਾਰ 'ਚ ਹਿੱਸਾ ਲੈਣਾ ਨਾ ਮੰਨਿਆ ਤੇ ਬਾਕੀ ਸਕੀਮ ਮੰਨ ਲਈ।
ਸਿੱਖਾਂ ਨੇ ਸਾਰੀ ਸਕੀਮ ਰੱਦ ਕਰਤੀ। ਕੰਮ ਚਲਾਊ ਸਰਕਾਰ 'ਚ ਸ਼ਾਮਲ ਹੋਣਾ ਕਾਂਗਰਸ ਨਹੀਂ ਸੀ ਮੰਨਦੀ। 16 ਅਗਸਤ ਦਾ ਚੰਦਰਾ ਦਿਨ ਆ ਗਿਆ। ਮੁਸਲਿਮ ਲੀਗ ਨੇ ਮਾਰੂ ਹਥਿਆਰ ਲੈ ਕੇ ਕਲਕੱਤੇ 'ਚ ਜਲੂਸ ਕੱਢਿਆ। ਅੱਲਾਹੂ ਅਕਬਰ, ਯਾ ਅਲੀ ਦੇ ਨਾਅਰਿਆਂ ਦੇ ਨਾਲ ਮੁਸਲਿਮ ਲੀਗ ਗਾਜ਼ੀ लेके रहेंगे पाकिस्तान जैसे लिया था हिंदुस्तान वैसे लेंगे पाकिस्तान ਭੜਕਾਊ ਨਾਰੇ ਵੀ ਲਾ ਰਹੇ ਸੀ। ਕਲਕੱਤੇ ਤੋਂ ਬਾਅਦ ਨਵਾਖੜੀ ਦੇ ਉਸ ਤੋਂ ਪਿੱਛੋਂ ਬਿਹਾਰ ਦੀ ਵਾਰੀ ਆ ਗਈ। ਇਨਸਾਨ ਨੇ ਸ਼ੈਤਾਨ ਦਾ ਰੂਪ ਧਾਰ ਲਿਆ। ਭਰਾ ਭਰਾ ਦਾ ਵੈਰੀ ਬਣ ਗਿਆ। ਚੜ੍ਹਦੇ 'ਚ ਲੱਗੀ ਅੱਗ ਪ੍ਰਚਾਰ ਰੂਪੀ ਹਵਾ ਨਾਲ ਲਹਿੰਦੇ ਪਾਸੇ ਵੀ ਅੱਪੜ ਗਈ। ਦਸੰਬਰ 'ਚ ਹਜ਼ਾਰੇ ਸੂਬਾ ਸਰਹੱਦ ਅੰਦਰ ਫਸਾਦ ਸ਼ੁਰੂ ਹੋ ਗਏ। ਜਦ ਦੋਵੇਂ ਪਾਸੇ ਸੜ ਰਹੇ ਹੋਣ, ਵਿਚਲਾ ਹਿੱਸਾ ਸੇਕ ਤੋਂ ਕਿਵੇਂ ਬਚ ਸਕਦਾ ਹੈ। ਮਾਰਚ 47 'ਚ ਸਾਰੇ ਪੰਜਾਬ ਅੰਦਰ ਭਾਂਬੜ ਬਲ ਉੱਠੇ। ਲਾਹੌਰ, ਅੰਮ੍ਰਿਤਸਰ, ਰਾਵਲਪਿੰਡੀ, ਕੈਮਲਪੁਰ, ਜੇਲ੍ਹ, ਮੁਲਤਾਨ, ਜਲੰਧਰ, ਗੁੜਗਾਉਂ ਆਦਿ ਸਾਰੇ ਥਾਵਾਂ ਤੇ ਭਰਾਵਾਂ ਦੇ ਲਹੂ ਨਾਲ ਹੋਲੀ ਖੇਡਣੀ ਸ਼ੁਰੂ ਹੋ ਗਈ। ਖੂਨ ਦੇ ਰਿਸ਼ਤੇ ਮੁੱਕ ਗਏ। ਸਾਲਾਂ ਦੀ ਦੋਸਤੀ ਵਹਿੰਦਿਆਂ ਵਹਿੰਦਿਆਂ ਦੁਸ਼ਮਣੀ 'ਚ ਬਦਲ ਗਈ। ਅੰਤ ਇਸ ਖੂਨ ਖਰਾਬੇ ਤੋਂ ਤੰਗ ਆ ਕੇ ਸਾਡੇ ਲੀਡਰਾਂ ਨੇ ਦੇਸ਼ ਦੇ ਟੁਕੜੇ ਕਰਨੇ ਮੰਨ ਲਏ। 3 ਜੂਨ 1947 ਨੂੰ ਹਿੰਦੁਸਤਾਨ ਦੇ ਵਾਇਸਰਾਏ ਲਾਰਡ ਮਾਊਂਟਬੈਟਨ ਨੇ ਪਾਕਿਸਤਾਨ ਬਣਾਏ ਜਾਣ ਦਾ ਐਲਾਨ ਕਰ ਦਿੱਤਾ। ਅਖੀਰਲਾ ਅੰਗ 32ਵਾਂ ਪਾਕਿਸਤਾਨ ਬਣਨ ਦਾ ਐਲਾਨ ਹੋ ਗਿਆ। ਬੰਗਾਲ ਦੇ ਪੰਜਾਬ ਦੇ ਟੁਕੜੇ ਕਰਨੇ ਵੀ ਮੰਨ ਲਏ। ਲਹਿੰਦਾ ਪੰਜਾਬ ਪਾਕਿਸਤਾਨ 'ਚ, ਚੜ੍ਹਦਾ ਪੰਜਾਬ ਭਾਰਤ 'ਚ ਜਾਏਗਾ। ਇਸ ਬਾਰੇ ਕਿਸੇ ਨੂੰ ਭੁਲੇਖਾ ਨਹੀਂ ਸੀ। ਬਾਕੀ ਸ਼ੱਕ ਸੀ ਵਿਚਲੇ 3 ਜ਼ਿਲ੍ਹੇ ਗੁਰਦਾਸਪੁਰ, ਅੰਮ੍ਰਿਤਸਰ ਤੇ ਲਾਹੌਰ ਦੀ ਕਿਸਮਤ ਬਾਰੇ। ਇਹਨਾਂ ਦਾ ਕਿਹੜਾ ਹਿੱਸਾ ਕਿਸ ਪਾਸੇ ਜਾਵੇ, ਇਹਦਾ ਫੈਸਲਾ ਇੱਕ ਨਾਮ ਤਰੀਕ ਹੱਦਬੰਦੀ ਕਮਿਸ਼ਨ ਨੇ ਕਰਨਾ ਸੀ। ਸਾਰਾ ਪੰਜਾਬ ਬਲ ਰਿਹਾ ਸੀ, ਪਰ ਸ਼ਹਿਰ ਕਸੂਰ ਤੇ ਉਹਦੇ ਉਦਾਲੇ ਦੇ ਇਲਾਕੇ 'ਚ ਅਮਨ ਸੀ। ਪੀਰੂ ਵਾਲੇ ਪਿੰਡ ਦਾ ਵਾਤਾਵਰਨ ਵੀ ਉੱਪਰੋਂ ਸ਼ਾਂਤ ਮਾਲੂਮ ਹੁੰਦਾ ਸੀ। ਫਿਰ ਵੀ ਅੰਦਰੋਂ ਦਿਲ ਦੂਰ ਹੁੰਦੇ ਜਾ ਰਹੇ ਸੀ। ਮੁਸਲਮਾਨਾਂ ਤੇ ਸਿੱਖਾਂ ਨੂੰ ਆਪਸ ਵਿੱਚ ਵਿਸ਼ਵਾਸ ਨਹੀਂ ਸੀ ਹੋ ਰਿਹਾ। ਉੱਪਰੋਂ ਇੱਕ ਦੂਜੇ ਨਾਲ ਹੱਸ ਕੇ ਬੋਲਦੇ ਤੇ ਵਿਹਾਰੀ ਗੱਲਾਂ ਕਰਦੇ ਸੀ। ਕਿਤੇ 4 ਸਿੱਖ ਖੜੇ ਵਿਚਾਰਾਂ ਕਰਦੇ ਹੁੰਦੇ, ਇੱਕ ਮੁਸਲਮਾਨ ਦੇ ਆ ਜਾਣ ਨਾਲ ਉਹ ਆਪਣੀਆਂ ਗੱਲਾਂ ਦਾ ਰੁੱਖ ਬਦਲ ਲੈਂਦੇ। ਮੁਸਲਮਾਨ ਬੈਠੇ ਆਪਣੀਆਂ ਸਲਾਹਾਂ 'ਚ ਰੁੱਝੇ ਹੁੰਦੇ, ਕਿਸੇ ਇੱਕ ਓਪਰੇ ਦੇ ਆ ਜਾਣ ਨਾਲ ਵਿਘਨ ਪੈ ਜਾਂਦਾ। ਸਾਂਝਾ ਕੁਝ ਵੀ ਨਹੀਂ ਸੀ ਰਹਿ ਗਿਆ। ਇੱਕ ਦਿਨ ਜਥੇਦਾਰ ਸੁੰਦਰ ਸਿੰਘ ਇੱਕ ਨਿਹੰਗ ਸਿੰਘ ਨੂੰ ਨਾਲ ਲੈ ਕੇ ਆਇਆ। ਉਹਨੇ ਰਾਤ ਨੂੰ ਲਗਾਤਾਰ ਸਾਰੇ ਸਿੱਖਾਂ ਨੂੰ ਗੁਰਦੁਆਰੇ ਸੱਦ ਕੇ ਸਮੇਂ ਦੀ ਨਜ਼ਾਕਤ ਬਾਰੇ ਸਮਝਾਇਆ। ਕੁਝ ਉਹਦੀਆਂ ਗੱਲਾਂ ਨਾਲ ਪ੍ਰੇਰੇ ਗਏ, ਬਾਕੀ ਵੇਖੋ ਵੇਖੀ ਉਹਨਾਂ ਦੇ ਮਗਰ ਲੱਗ ਗਏ। ਅਗਲੇ ਦਿਨ ਹੀ ਪਿੰਡ ਦੇ ਲਹਿੰਦੇ ਪਾਸੇ ਦੀ ਰੱਕੜ 'ਚ ਅਖਾੜਾ ਬਣ ਗਿਆ। ਉਹ ਨਿਹੰਗ ਸਿੰਘ ਪਿੰਡ ਦੇ ਅੱਧਖੜ ਤੇ ਗੱਭਰੂਆਂ ਨੂੰ ਗੱਤਕਾ ਤੇ ਨੇਜ਼ਾ ਚਲਾਉਣਾ ਸਿਖਾਉਣ ਲੱਗ ਪਿਆ। ਦੂਜਾ ਮਸਲਾ ਸੀ ਹਥਿਆਰ, ਟਕੂਏ, ਬਰਛੀਆਂ, ਕਿਰਪਾਨਾਂ ਬਣਾਉਣ ਦਾ। ਉਹ ਕਿਸੇ ਸਿਆਣੇ ਲੋਹਾਰ ਦੀ ਸਹਾਇਤਾ ਨਾਲ ਹੀ ਨੇਪਰੇ ਚੜ੍ਹ ਸਕਦਾ ਸੀ। ਸਿੱਖਾਂ ਵੱਲ ਵੇਖ ਕੇ ਭਲਾ ਮੁਸਲਮਾਨ ਕਿਵੇਂ ਪਿੱਛੇ ਰਹਿੰਦੇ। ਉਹਨਾਂ ਪਿੰਡੋਂ ਚੜ੍ਹਦੇ ਪਾਸੇ ਵੱਖਰਾ ਅਖਾੜਾ ਬਣਾ ਲਿਆ। ਐਟਮ ਬੰਬ ਦੇ ਜ਼ਮਾਨੇ 'ਚ ਗੁਆਂਢੀਆਂ ਉੱਤੇ ਛੁਰੇ ਚਲਾਉਣ ਦੀ ਜਾਚ ਸਿੱਖਣ ਲੱਗੇ। ਰਾਤ ਨੂੰ ਨਮਾਜ਼ ਪੜ੍ਹਨ ਦੇ ਬਹਾਨੇ ਉਹ ਨੇਮ ਨਾਲ ਮਸੀਤ 'ਚ ਇਕੱਠੇ ਹੁੰਦੇ। ਅੱਧੀ ਰਾਤ ਤੱਕ ਸਲਾਹਾਂ ਹੁੰਦੀਆਂ ਰਹਿੰਦੀਆਂ। ਸੁਣੋ ਭਈ, ਇਸ 'ਚ ਤਾਂ ਹੁਣ ਕੋਈ ਸ਼ੱਕ ਹੀ ਨਹੀਂ ਵੀ 15 ਅਗਸਤ ਨੂੰ ਪਾਕਿਸਤਾਨ ਬਣ ਜਾਣਾ ਤੇ ਆਪਣਾ ਪਿੰਡ ਜ਼ਰੂਰੀ ਪਾਕਿਸਤਾਨ 'ਚ ਰਹੇਗਾ। ਆਪਣਾ ਪਿੰਡ ਕੀ, ਕਸੂਰ ਦੀ ਸਾਰੀ ਤਹਿਸੀਲ। ਫਿਰ ਜਿਵੇਂ ਲੀਡਰ ਆਂਦੇ ਨੇ, ਸਾਰੇ ਪਾਕਿਸਤਾਨ 'ਚ ਇੱਕ ਵੀ ਹਿੰਦੂ ਸਿੱਖ ਨਹੀਂ ਰਹਿਣ ਤਾਂ ਜਾਏਗਾ। ਉਹਨਾਂ ਦੀਆਂ ਜ਼ਮੀਨਾਂ ਤੇ ਘਰ ਸਭ ਆਪਣੀ ਮਾਲਕੀ ਹੋਣਗੇ, ਪਰ ਕੋਈ ਘਰ ਤੇ ਜਾਇਦਾਦ ਛੱਡ ਕੇ ਪੋਲੇ ਪੈਰੀ ਤਾਂ ਜਾਣ ਨਹੀਂ ਲੱਗਾ। ਆਹ ਛੁਰੇ ਤੇ ਬਰਚੀਆਂ ਕਾਹਦੇ ਵਾਸਤੇ ਨੇ? ਜਿਨ੍ਹਾਂ ਜਾਇਦਾਦ ਸਾਂਭਣੀ ਹੈ ਉਹ ਇੰਨਾ ਵੀ ਨਾ ਕਰਨਗੇ। ਫਿਰ ਧੰਨੇ ਸ਼ਾਹ ਦਾ ਤਾਂ ਇਲਮਦੀਨ ਦੇ ਪੇਟੇ ਰਿਹਾ। ਕੱਲਾ ਧੰਨੇ ਸ਼ਾਹ ਕਿਉਂ, ਸੱਜਣ ਸੋਂ ਵੀ, ਨਾਲੇ ਇਹ ਦੋਵੇਂ ਯਾਰ ਬੇਲੀ ਨੇ, ਆਪੇ ਨਿਬੜ ਲੈਣਗੇ। ਬਈ ਪਹਿਲਾਂ ਫੈਸਲਾ ਕਰ ਲਓ ਕਿਹੜਾ ਘਰ ਤੇ ਕਿਹੜੀ ਪੈਲੀ ਕਿਹਦੇ ਹਿੱਸੇ ਆਉਣੀ ਹੈ, ਪਿੱਛੋਂ ਆਪਸ 'ਚ ਝਗੜਾ ਨਾ ਹੋ। ਫਿਰ ਅੱਧੀ ਰਾਤ ਤੱਕ ਸਿੱਖਾਂ ਦੀ ਜਾਇਦਾਦ ਦੀਆਂ ਵੱਡੀਆਂ ਪੈਂਦੀਆਂ ਰਹਿੰਦੀਆਂ। ਮਸੀਤ 'ਚ ਨਿੱਤ ਇਹੋ ਜਿਹੀਆਂ ਸਲਾਹਾਂ ਹੁੰਦੀਆਂ। ਸੁਣ ਕੇ ਵਿਚਾਰਾ ਖੁਦਾ ਨੱਸ ਕੇ ਗਹਿਣੇ ਲੋਹਾਰ ਦੀ ਝੁੱਗੀ 'ਚ ਜਾ ਵੜਿਆ। ਇੱਕ ਦਿਨ ਇਸਲਾਮ ਦੇ ਗਾਜ਼ੀ ਉੱਥੇ ਵੀ ਆ ਧਮਕੇ, ਮੀਆਂ ਗਹਿਣਿਆਂ, ਇਹ ਦੀਨ ਮਜ਼ਹਬ ਦਾ ਕੰਮ ਏ, ਮਰਨ ਕਿਨਾਰੇ ਪਹੁੰਚਿਆ ਹੋਇਆ, ਕੁਝ ਸਵਾਬ ਖੱਟ ਲੈ, ਮੁੰਡਿਆਂ ਨੂੰ ਕੁਝ ਛੁਰੇ ਤੇ ਬਰਚੀਆਂ ਬਣਾ ਦੇ। ਗਹਿਣੇ ਨੇ ਅੱਖਾਂ ਬੰਦ ਕਰਕੇ ਸਹਿਮੇ ਖੁਦਾ ਵੱਲ ਤੱਕਿਆ ਤਾਂ ਉਹਦਾ ਦਿਲ ਕੰਬ ਗਿਆ। ਉਹਨੇ ਬੜੀ ਆਜ਼ੀ ਨਾਲ ਹੱਥ ਬੰਨ੍ਹ ਕੇ ਸੇਵਾ ਤੋਂ ਨਾ ਕਰਤੀ। ਉਹ ਇਹ ਤਾਂ ਮੁੱਢਾਂ ਦਾ ਕਾਫਰ ਏ, ਕਦੇ ਮਸੀਤੇ ਗਿਆ ਵੇਖਿਆ ਜੀ? ਅੱਛਾ, ਬਣ ਲੈਣ ਦੇ ਪਾਕਿਸਤਾਨ। ਗਰੀਬ ਗਹਿਣੇ ਦੇ ਕੰਨਾਂ 'ਚ ਸਾਰੀ ਰਾਤ ਇਹ ਧਮਕੀਆਂ ਗੂੰਜਦੀਆਂ ਰਹਿੰਦੀਆਂ। ਮਸੀਤ 'ਚ ਹੀ ਨਹੀਂ, ਗੁਰਦੁਆਰੇ 'ਚ ਵੀ ਰੌਣਕ ਵੱਧ ਗਈ ਸੀ। 1:30 ਪਹਿਰ ਰਾਤ ਤੱਕ ਤਾਂ ਢੋਲਕੀ ਛੈਣੇ ਖੜਕਦੇ ਰਹਿੰਦੇ। ਗ੍ਰੰਥੀ ਅਮਰ ਸਿੰਘ ਦੇ ਪਿੱਛੇ ਲੱਗ ਕੇ ਸਾਰੇ ਸਿੰਘ ਸ਼ਬਦ ਪੜ੍ਹਦੇ, ਨਾ ਕੋ ਬੈਰੀ ਨਾ ਹੈ ਬੇਗਾਨਾ। ਤੇ ਫਿਰ ਵੰਡੀਆਂ ਪੈਣ ਲੱਗ ਗਈਆਂ। ਕਿਉਂ ਬਈ, ਦਿਨ ਤਾਂ ਨੇੜੇ ਆ ਰਹੇ ਨੇ, ਪਹਿਲਾਂ ਹੀ ਫੈਸਲਾ ਕਰ ਛੱਡੋ ਕਿਹੜਾ ਬੰਦਾ ਕਿਹਦੇ ਪੇਟੇ ਆ। ਕੱਲੇ ਨਾਲ ਕੱਲਾ ਤਾਂ ਪੂਰਾ ਨਹੀਂ ਆਉਣਾ, ਉਹ ਆਪਣੇ ਨਾਲੋਂ ਦੂਣੇ ਹੋਣੇ ਆ। ਓਏ ਸਿੰਘ ਤਾਂ ਕੱਲਾ ਹੀ 1.25 ਲੱਖ ਹੁੰਦਾ। ਗੁਰੂ ਮਹਾਰਾਜ ਦੀਆਂ ਫੌਜਾਂ ਅੱਗੇ ਕੋਈ ਅੜਨ ਲੱਗੇ?
ਗੁਰਮੁਖੋ ਇਹੋ ਜਿਹੀ ਭੀੜ ਦੇ ਸਮੇਂ ਗੁਰੂ ਮਹਾਰਾਜ ਦੀਆਂ ਸ਼ਹੀਦੀ ਫੌਜਾਂ ਸਿੰਘਾਂ ਦੀ ਮਦਦ ਵਾਸਤੇ ਆ ਜਾਂਦੀਆਂ ਨੇ। ਸਿੱਖ ਨੂੰ ਅਕਾਲ ਪੁਰਖ ਦਾ ਆਸਰਾ ਲੈ ਕੇ ਸ਼ੁਰੂ ਕਰ ਦੇਣਾ ਚਾਹੀਦਾ। ਅੱਛਾ ਬਈ, ਉਸੇ ਦਾ ਆਸਰਾ ਹੈ ਕਿ ਜਿਸ ਪੱਤ ਰੱਖੇ ਸਾਈਆਂ। ਤੇ ਸਾਈਂ ਉਸੇ ਵੇਲੇ ਬਾਬੇ ਕਾਲੀ ਦੇ ਭੀੜੇ ਹੋਏ ਬੂਹੇ ਅੱਗੇ ਕੰਨ ਲਾ ਕੇ ਖੜਾ ਉਹਦੇ ਹੌਕੇ ਸੁਣ ਰਿਹਾ ਸੀ। ਬਾਬਾ ਕਾਲੀ ਸਾਰਾ ਦਿਨ ਘਰ ਘਰ ਫਿਰ ਕੇ ਗਾਜੀਆਂ ਤੇ ਧਰਮੀਆਂ ਨੂੰ ਸਮਝਾਉਂਦਾ ਰਹਿੰਦਾ। ਰਾਤ ਸਾਰੀ ਆਪਣੇ ਅੰਦਰ ਸੋਚਾਂ ਸੋਚਦਾ ਗੁਜ਼ਾਰ ਦਿੰਦਾ। ਉਹਦਾ ਸਭ ਅੱਗੇ ਇੱਕੋ ਵਾਸਤਾ ਹੁੰਦਾ, ਵੇਖੀ ਪੁੱਤ ਸੱਜਣ ਸਿਆਂ, ਬੱਚੂ ਫਤਿਆ ਮਿਲਖਾ ਸਿਆਂ, ਇਲਮ ਦੀਨਾ ਪੀਰ ਬਖਸ਼ਾ ਸ਼ਰਮ ਸਿਆਂ, ਆਪਾਂ ਸਾਰੇ ਭਰਾ ਬਣ ਕੇ ਰਹਿਓ, ਕਿਸੇ ਦਾ ਬੁਰਾ ਨਾ ਤੱਕਿਓ। ਕਬੀਰ ਨੇ ਆਖਿਆ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਕਬੀਰ ਦੀ ਬਾਣੀ ਹੈ, ਜਿਹੜਾ ਨਾ ਹਿੰਦੂ ਨਾ ਮੋਮਨ ਨਾ ਸਿੱਖ, ਸਗੋਂ ਇੱਕ ਨੇਕ ਇਨਸਾਨ ਸੀ। ਤੇ ਰਾਤ ਲੰਮਾ ਪਿਆ ਵੀ ਉਹ ਇਸ ਕਿਤੇ ਦੇ ਗੇੜ 'ਚ ਨਾ ਨਿਕਲ ਸਕਦਾ। ਅੰਤ ਭਾਰਤ ਦੀ ਆਜ਼ਾਦੀ ਤੇ ਪਾਕਿਸਤਾਨ ਦੇ ਜਨਮ ਦਾ ਦਿਨ ਆ ਗਿਆ। 15 ਅਗਸਤ ਨੂੰ ਦੋਹਾਂ ਮੁਲਕਾਂ ਦੇ ਸੁਤੰਤਰ ਹੋਣ ਦਾ ਐਲਾਨ ਹੋ ਗਿਆ, ਪਰ ਪੰਜਾਬ ਦੀ ਹੱਦਬੰਦੀ ਦਾ ਫੈਸਲਾ ਨਾ ਹੋਇਆ। ਪੀਰੂ ਵਾਲੇ ਦੇ ਵਸਣ ਵਾਲੇ ਆਪਣੀ ਕਿਸਮਤ ਬਾਰੇ ਨਾ ਜਾਣ ਸਕੇ ਕਿ ਉਹ ਪਾਕਿਸਤਾਨ ਦੀ ਪ੍ਰਜਾ ਹਨ ਜਾਂ ਭਾਰਤ ਦੀ। ਸਾਰਾ ਦਿਨ ਉਹਨਾਂ ਬੜੀ ਉਦਾਸੀ 'ਚ ਕੱਟਿਆ। ਉਹ ਕਸੂਰ ਵੱਲੋਂ ਆਉਣ ਵਾਲੇ ਹਰ ਆਦਮੀ ਦੇ ਮੂੰਹ ਵੱਲ ਵੇਖਦੇ। ਅਗਲੇ ਦੋਵੇਂ ਦਿਨ ਵੀ ਉਸੇ ਤਰ੍ਹਾਂ ਚਿੰਤਾ 'ਚ ਬੀਤ ਗਏ। ਅੰਤ 17 ਅਗਸਤ ਦੀ ਸ਼ਾਮ ਨੂੰ ਰੇਡੀਓ ਤੇ ਐਲਾਨ ਹੋਇਆ, ਕਸੂਰ ਦੀ ਤਹਿਸੀਲ ਵੰਡ ਦਿੱਤੀ ਗਈ ਹੈ। ਕਸੂਰ ਪਾਕਿਸਤਾਨ 'ਚ ਤੇ ਖੇਮਕਰਨ ਭਾਰਤ ਵਿੱਚ ਹੈ। ਪੀਰੂ ਵਾਲੇ ਦੀ ਚਿੰਤਾ ਅਜੇ ਵੀ ਨਾ ਮਿਟੀ। ਉਹ ਤਸੱਲੀ ਨਾਲ ਨਾ ਜਾਣ ਸਕੇ ਕਿ ਉਹਨਾਂ ਦਾ ਪਿੰਡ ਕਿਹੜੇ ਪਾਸੇ ਹੈ। ਅਗਲੇ ਦਿਨ ਸਵੇਰੇ 10 ਵਜੇ ਕਸੂਰ 'ਚ ਫਸਾਦ ਹੋ ਗਿਆ। ਹਿੰਦੂ ਤੇ ਸਿੱਖ ਘਰ ਘਰ ਛੱਡ ਕੇ ਨੱਸਣ ਲੱਗ ਪਏ। ਸ਼ਾਮ ਹੁੰਦਿਆਂ ਤੱਕ ਹਾਲਤ ਬਹੁਤ ਹੀ ਵਿਗੜ ਗਈ। ਧੰਨੇ ਸ਼ਾਹ ਦਾ ਇੱਕੋ ਇੱਕ ਪੁੱਤਰ ਮਾਰਿਆ ਗਿਆ। ਧੰਨੇ ਸ਼ਾਹ ਦੀ ਨੂੰਹ ਫਜ਼ਲ ਹੱਕ ਦੀ ਟੋਲੀ ਨੇ ਚੁੱਕ ਲਈ। ਧੰਨੇ ਸ਼ਾਹ ਦੀ ਲੜਕੀ ਨਾਨਕੇ ਗਈ ਹੋਣ ਕਰਕੇ ਬਚ ਗਈ। ਧੰਨੇ ਸ਼ਾਹ ਤੇ ਉਹਦੀ ਘਰ ਵਾਲੀ ਸਿਰਫ ਤਨ ਦੇ ਕੱਪੜਿਆਂ ਨਾਲ ਮਿਲਟਰੀ ਦੇ ਟਰੱਕ 'ਚ ਬਹਿ ਕੇ ਫਿਰੋਜ਼ਪੁਰ ਨੂੰ ਤੁਰ ਪਏ। ਧੰਨੇ ਸ਼ਾਹ ਪਾਗਲਾਂ ਵਾਂਗ ਸਿਰ ਪਿੱਟਦਾ ਤੇ ਬੁੜਬੁੜਾਉਂਦਾ ਜਾ ਰਿਹਾ ਸੀ, ਉੱਜੜ ਗਏ ਓਏ ਲੋਕੋ, ਸਾਡੇ ਨਾਲ ਤਾਂ ਉਹ ਹੋਈ ਅਖੇ ਨਾ ਜਰ ਰਿਹਾ ਨਾ ਯਾਰੀ। ਜਿਸ ਪੁੱਤਰ ਬਦਲੇ ਧੋਖਾ ਫਰੇਬ ਕਰਕੇ ਜੋੜੀ ਸੀ, ਉਹ ਪੁੱਤਰ ਅੱਖਾਂ ਦੇ ਸਾਹਮਣੇ ਮਾਰਿਆ ਗਿਆ। ਤੇ ਜਿਹੜਾ ਤੂਤਾਂ ਵਾਲਾ ਖੂਹ ਹਾਸਲ ਕਰਨ ਵਾਸਤੇ ਧੀਆਂ ਪੁੱਤਰਾਂ ਨੂੰ ਖਾਣ ਹੰਡਾਉਣ ਤੋਂ ਤਰਸਦਾ ਰੱਖਿਆ ਸੀ, ਉਹ ਖੂਹ ਵੀ ਸਾਡਾ ਨਾ ਰਿਹਾ। ਹਾਏ ਮੇਰਾ ਮਦਨ, ਹਾਏ ਸਾਡਾ ਤੂਤਾਂ ਵਾਲਾ ਖੂਹ। ਪੀਰੂ ਵਾਲਾ ਅਜੇ ਵੀ ਉਸੇ ਚਿੰਤਾ 'ਚ ਡੁੱਬਾ ਹੋਇਆ ਸੀ। ਉਹਨਾਂ 19 ਦੀ ਸਵੇਰ ਨੂੰ 2 ਸਿੱਖ ਖੇਮਕਰਨ ਪਤਾ ਲੈਣ ਗਏ। ਮੁਸਲਮਾਨ ਕਸੂਰ। ਦੁਪਹਿਰ ਤੱਕ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਵੀ ਪੀਰੂ ਵਾਲਾ ਪਾਕਿਸਤਾਨ 'ਚ ਹੈ। ਸ਼ਾਮ ਤੱਕ ਇੱਕ ਬਹੁਤ ਭਿਆਨਕ ਖਬਰ ਪਹੁੰਚੀ, ਜਿਸ ਨਾਲ ਹਿੰਦੂ ਸਿੱਖਾਂ ਦੇ ਦਿਲ ਰਹਿ ਗਏ। ਪਤਾ ਲੱਗਾ ਉਸ ਦਿਨ ਕਈ ਹਜ਼ਾਰ ਮੁਸਲਮਾਨ ਕਸੂਰ 'ਚ ਉੱਠ ਕੇ ਹਠਾੜ ਦੇ ਪਿੰਡਾਂ ਤੇ ਪਏ ਹਨ। ਉਹਨਾਂ ਪਿੰਡ ਬੁਗਰੀ ਤੇ ਭਾਲਾ ਅਸਲੋਂ ਉਜਾੜ ਕੇ ਥੇ ਕਰ ਦਿੱਤੇ। ਅਗਲੇ ਦਿਨ ਉਹਨਾਂ ਬਲਵਈ ਮੁਸਲਮਾਨਾਂ ਦਾ ਪ੍ਰੋਗਰਾਮ ਪੀਰੂ ਵਾਲਾ, ਨੱਥੂ ਵਾਲਾ ਤੇ ਬਲਾਦ ਛੋਟੇ ਛੋਟੇ ਪਿੰਡ ਲੁੱਟਣ ਦਾ। ਹੁਣ ਤਾਂ ਹਿੰਦੂਆਂ ਸਿੱਖਾਂ ਦੇ ਅਸਲੋਂ ਥੰਮ ਥਿੜਕ ਗਏ। ਕੁਝ ਸਿਆਣਿਆਂ ਬੰਦਿਆਂ ਰਲ ਕੇ ਮਤਾ ਪਕਾਇਆ ਵੀ ਰਾਤੋਂ ਰਾਤ ਸਾਰੇ ਹਿੰਦੂ ਸਿੱਖ ਪਿੰਡ ਛੱਡ ਚੱਲੀਏ। ਕੁਝ ਸਿਆਣੇ ਮੁਸਲਮਾਨ ਵੀ ਆ ਕੇ ਉਹਨਾਂ ਨੂੰ ਇਹੀ ਸਲਾਹ ਦਿੱਤੀ, ਵੇਖੋ ਭਰਾਓ, ਸਾਡਾ ਤੁਹਾਡਾ ਲਹੂ ਸਾਂਝਾ ਹੈ, ਸਾਡੇ 'ਚੋਂ ਕੋਈ ਤੁਹਾਡੇ ਵੱਲ ਕੈਰੀ ਅੱਖ ਕਰਕੇ ਨਹੀਂ ਵੇਖੇਗਾ। ਪਰ ਜੇ ਅੰਮ੍ਰਿਤਸਰ ਪੱਟੀ ਵਰਗੇ ਸ਼ਹਿਰਾਂ ਤੋਂ ਉੱਜੜ ਕੇ ਆਏ ਹੋਏ ਮੁਸਲਮਾਨ ਤੇ ਕਸੂਰ ਦੇ ਲੁਟੇਰੇ ਚੜ੍ਹ ਕੇ ਆ ਜਾਣ, ਫਿਰ ਅਸੀਂ ਕੀ ਕਰ ਸਕਾਂਗੇ। ਹੋਰ ਕੋਈ ਚਾਰਾ ਰਹਿ ਵੀ ਨਹੀਂ ਸੀ ਗਿਆ। ਮਜਬੂਰ ਹੋ ਕੇ ਹਿੰਦੂ ਸਿੱਖ ਆਪਣਾ ਅੱਤ ਲੋੜੀਂਦਾ ਸਮਾਨ ਬੰਨਣ ਲੱਗ ਪਏ। ਜਿਹਦੇ ਕੋਲ ਗੱਡ ਜਾਂ ਕੋਈ ਹੋਰ ਸਵਾਰੀ ਦਾ ਪ੍ਰਬੰਧ ਸੀ, ਉਹਨੇ ਵਧੇਰੇ ਸਮਾਨ ਲੱਦ ਲਿਆ। ਬਾਕੀਆਂ ਨੇ ਸਿਰਾਂ ਤੇ ਚੁੱਕਣ ਜੋਗਾ ਹੀ ਅੱਧੀ ਰਾਤ ਤੱਕ ਸਾਰੇ ਤੁਰਨ ਵਾਸਤੇ ਤਿਆਰ ਹੋ ਗਏ। ਇਸ ਵੇਲੇ 10-12 ਮੁੰਡਿਆਂ ਨੇ ਇਲਮਦੀਨ ਦੇ ਬੂਹੇ ਅੱਗੇ ਆ ਆਵਾਜ਼ ਮਾਰੀ। ਉਹਨਾਂ 'ਚੋਂ ਕੁਝ ਪੀਰੂ ਵਾਲੇ ਦੇ ਤੇ ਕੁਝ ਲਾਗਲੇ ਪਿੰਡ ਰੰਗਪੁਰ ਦੇ ਸੀ। ਅੱਗੇ ਇਲਮਦੀਨ ਸੱਜੇ ਹੱਥ ਬਰਛੀ ਫੜੀ ਵਿਹੜੇ 'ਚ ਟਹਿਲ ਰਿਹਾ ਸੀ। ਉਹਦੇ ਅੰਦਰ ਉਸ ਵੇਲੇ ਤੂਫਾਨ ਮੱਚ ਰਿਹਾ ਸੀ, ਪਰ ਅਜੇ ਕਿਸੇ ਫੈਸਲੇ ਤੇ ਨਹੀਂ ਸੀ ਪੁੱਜਿਆ। ਲੰਬੜਦਾਰਾ, ਆ ਨਿਜ਼ਾਮੀ ਖਬਰ ਲਿਆਇਆ ਹੈ ਕਿ 2000 ਕਸੂਰੀਏ ਰਲ ਕੇ ਰੋਈਓਂ ਪਾਰ ਰਾਹ ਮੱਲੀ ਬੈਠੇ ਨੇ। ਉਹਨਾਂ ਤੇਰੇ ਪਿੰਡ ਦਾ ਇੱਕ ਵੀ ਸੁੱਕਾ ਨਹੀਂ ਜਾਣ ਦੇਣਾ। ਖਾਸ ਕਰਕੇ ਸੱਜਣ ਸਿਓ ਲੰਬੜਦਾਰ ਨੂੰ ਤਾਂ ਸਹੁੰ ਖਾ ਕੇ ਵੀ ਨਹੀਂ ਛੱਡਣ ਲੱਗੇ। 1 ਮਿੰਟ ਇਲਮਦੀਨ ਚੁੱਪਚਾਪ ਖੜਾ ਸੋਚਦਾ ਰਿਹਾ। ਇੰਨੇ ਥੋੜੇ ਸਮੇਂ 'ਚ ਹੀ ਉਹਦੇ ਦਿਲ 'ਚ ਕਈ ਖਿਆਲ ਗੁਜ਼ਰ ਗਏ। ਅੰਤ ਉਹਨੇ ਫੈਸਲਾ ਕਰ ਲਿਆ, ਅੱਛਾ ਬਈ, ਤੁਸੀਂ ਚੱਲ ਕੇ ਮਸੀਤੇ ਬੈਠੋ ਤੇ ਮੈਂ ਆਪਣੇ ਬੰਦੇ ਲੈ ਕੇ ਆਉਣਾ। ਕਹਿ ਕੇ ਇਲਮਦੀਨ ਆਪਣੇ ਭਰਾ ਤੇ ਪੁੱਤਰ ਨੂੰ ਉਠਾਉਣ ਤੁਰ ਪਿਆ। ਸੱਜਣ ਸਿੰਘ ਗੱਡ ਤੇ ਸਮਾਨ ਵਧੇਰੇ ਲੱਦ ਬੈਠਾ ਸੀ। ਉੱਤੋਂ ਭਜਨ ਕੌਰ ਨੇਹੀ ਤੇ ਮਧਾਣੀ ਚੁੱਕੀ ਆ ਗਈ। ਉਹਦੀਆਂ ਅੱਖਾਂ 'ਚੋਂ ਹੰਝੂ ਪਰਲ ਵਹਿ ਰਹੇ ਸੀ। ਮੈਂ ਅਗਲੇ ਵਿੱਚੋਂ ਵੀ ਕੁਝ ਸਮਾਨ ਲਾਉਣ ਦੀ ਸੋਚ ਰਿਹਾ ਤੇ ਇੱਕ ਹੋਰ ਚੁੱਕੀ ਆਉਂਦੀ ਹੈ। 2 ਟੱਗੇ ਇੰਨਾ ਭਾਰ ਖਿੱਚ ਲੈਣਗੇ, ਸੁੱਟ ਪਰ। ਉਹ ਸੱਜਣ ਸਿਆਂ, ਬੂਹਾ ਖੋਲ। ਨਾਲ ਹੀ ਬਾਹਰਲਾ ਬੂਹਾ ਖੜਕਿਆ। ਕੌਣ? ਚੌਧਰੀ ਇਲਮਦੀਨ।
ਆਵਾਜ਼ ਪਛਾਣ ਕੇ ਸੱਜਣ ਸਿੰਘ ਦਾ ਕਲੇਜਾ ਧੜਕਣ ਲੱਗਿਆ। ਸੂਰਮਿਆਂ ਦਾ ਇਹੀ ਕੰਮ ਹੁੰਦਾ ਹੈ, ਵਾਹਵਾ ਵੇਲਾ ਤਾੜੇ ਆਈ ਖੋ ਕੱਢਣ ਦਾ। ਨਹੀਂ ਓਏ ਸੱਜਣਾ, ਇਲਮਦੀਨ ਵਿੱਚੋਂ ਹੀ ਬੋਲ ਉੱਠਿਆ। ਚੌਧਰੀ ਇਲਮਦੀਨ ਨਹੀਂ, ਮੈਂ ਇਲਮਾ, ਤੇਰੇ ਮੁੱਢ ਕਦੀਮ ਦਾ ਯਾਰ, ਤੇਰਾ ਖੇਡਾਂ ਦਾ ਹਾਣੀ। ਖੋਲ ਦੇ ਚਾਚਾ ਬੂਆ, ਮੈਨੂੰ ਆਖਰੀ ਵਾਰ ਆਪਣੀ ਸਹੇਲੀ ਨੂੰ ਮਿਲ ਲੈਣ ਦੇ। ਨਹੀਂ ਦੀਪੋ, ਮੈਂ ਜੰਤੇ ਆ। ਸੱਜਣ ਸਿਆਂ ਡਰ ਨਾ, ਬੂਆ ਖੋਲ ਦੇ, ਇਸ ਨਿਕਰਮਨ ਜੈਨਾ ਨੂੰ ਇੱਕ ਵਾਰ ਭੈਣ ਨੂੰ ਮਿਲ ਲੈਣ ਦੇ। ਇਉਂ ਜਾਪਦਾ ਸੀ ਜਿਵੇਂ ਜੈਨਾ ਰੋ ਰਹੀ ਹੋਵੇ। ਗੁਰਦੀਪ ਖੋਲ ਦੇ ਬੂਆ, ਸੱਜਣ ਸਿੰਘ ਨੇ ਕੁਝ ਸੋਚ ਕੇ ਛੋਟੇ ਪੁੱਤਰ ਨੂੰ ਹੁਕਮ ਦਿੱਤਾ। ਡਰਦੇ ਝਿਜਕਦੇ ਗੁਰਦੀਪ ਨੇ ਅੱਗੇ ਵੱਧ ਕੇ ਬੂਹਾ ਖੋਲ੍ਹਤਾ। ਸਭ ਤੋਂ ਪਹਿਲਾਂ ਜੰਤੇ ਹਵੇਲੀ 'ਚ ਦਾਖਲ ਹੋਈ। ਇੱਕੋ ਵਾਰੀ ਡਡਿਆ ਕੇ ਗੁਰਦੀਪ ਦੇ ਗਲ ਨੂੰ ਚੰਬੜ ਗਈ। ਉਹਨੂੰ ਇੰਨੀ ਸੁੱਧ ਵੀ ਨਾ ਰਹੀ ਕਿ ਹੁਣ ਉਹ 15-16 ਸਾਲ ਦੀ ਮੁਟਿਆਰ ਹੈ। ਵੇ ਪੱਪੂ, ਉਹ ਹਟਕੋਰੇ ਲੈਂਦੀ ਬੋਲੀ, ਆਪਾਂ ਕਿਉਂ ਵੱਡੇ ਹੋ ਕੇ ਰੋ ਕੇ ਵਿਛੜਨ ਵਾਸਤੇ? ਆਪਾਂ ਹਾਏ ਅੱਲਾ। ਇੰਨੇ ਤੱਕ ਇਲਮਦੀਨ ਵੀ ਅੰਦਰ ਲੰਘ ਆਇਆ। ਹੱਥ ਵਾਲੀ ਬਰਛੀ ਉਹਨੇ ਅੰਦਰ ਵਾਰ ਕੰਧ ਨਾਲ ਖੜੀ ਕਰਤੀ। ਦੀਪੋ ਕਿੱਥੇ ਆ? ਮੇਰੇ ਗੁੱਡੀਆਂ ਪਟੋਲਿਆਂ ਦੀ ਸਹੇਲੀ ਜੰਤੇ ਗੁਰਦੀਪ ਨੂੰ ਛੱਡ ਕੇ ਦੀਪੂ ਦੇ ਗਲ ਨਾਲ ਜਾ ਚਿੰਬੜੀ। ਸੱਜਣਾ ਕੀ ਬਣ ਗਿਆ ਓਏ, ਆਪਾਂ ਜਿਉਂਦੇ ਹੀ ਵਿਛੜ ਗਏ, ਮਾਰ ਲਿਆ ਸਾਨੂੰ ਲੀਡਰਾਂ ਨੇ। ਹੌਸਲਾ ਕਰ ਇਲਮਦੀਨਾ, ਆਪਣੇ ਕੁਛ ਵਾਸੇ। ਅਸਲ 'ਚ ਸੱਜਣ ਸਿੰਘ ਆਪਣੇ ਆਪ ਨੂੰ ਹੌਸਲਾ ਦੇ ਰਿਹਾ ਸੀ। ਇਲਮਾ ਆਖੋਏ ਪਾਪੀਆ, ਇਲਮਦੀਨ ਤਾਂ ਤੇਰੇ ਨਾਲ ਬੇਵਫਾਈ ਕਰ ਗਿਆ। ਉਹਦਾ ਨਾਂ ਨਾ ਲੈ। ਇਲਮਦੀਨ ਨੇ ਸਾਰੇ ਜ਼ੋਰ ਨਾਲ ਮਿੱਤਰ ਨੂੰ ਬਾਹਾਂ 'ਚ ਘੁੱਟ ਲਿਆ। ਤੀਜੇ ਪਾਸੇ ਭਜਨ ਕੌਰ ਤੇ ਜੈਨਾ ਗਲਵੱਕੜੀ ਪਾਈ ਰੋ ਰਹੀਆਂ ਸੀ। ਉਹ ਮੂੰਹੋਂ ਚੁੱਪ ਸਨ, ਪਰ ਉਹਨਾਂ ਦੇ ਦਿਲਾਂ ਦੀ ਸਾਂਝੀ ਧੜਕਣ ਇੱਕ ਦੂਜੀ ਨੂੰ ਬਹੁਤ ਕੁਝ ਕਹਿ ਰਹੀ ਸੀ। ਸਭ ਤੋਂ ਵਧੇਰੇ ਜਜ਼ਬਾਤ 'ਚ ਰੁੜੀ ਜਾ ਰਹੀ ਸੀ ਜੰਤੇ। ਇਲਮਦੀਨ ਨੇ ਸੱਜਣ ਸਿੰਘ ਨੂੰ ਜੱਫੀ 'ਚੋਂ ਛੱਡਿਆ। ਜੰਤੇ ਉਹਦੇ ਗਲ ਨੂੰ ਚੰਬੜ ਗਈ। ਵੇ ਚਾਚਾ, ਕਿੱਧਰ ਤੁਰ ਚੱਲੀਆਂ ਏ? ਰੋਂਦੀ ਧੀ ਨੂੰ ਛੱਡ ਕੇ। ਮੈਨੂੰ ਉਹ ਦਿਨ ਨਹੀਂ ਭੁੱਲਦਾ ਜਿੱਦਣ ਕੰਧਾੜਿਆਂ ਤੇ ਚੁੱਕ ਕੇ ਸ਼ਹਿਰੋਂ ਲੈ ਆਇਆ ਸੀ। ਮਾਂ ਨੇ ਮੈਨੂੰ ਮਾਰਿਆ ਸੀ, ਤੂੰ ਮੈਨੂੰ ਚੁੱਕ ਕੇ ਆਖਿਆ ਸੀ ਚੱਲ ਤੈਨੂੰ ਮੈਂ ਆਪਣੀ ਧੀ ਬਣਾ ਲੈਣਾ, ਤੇ ਉਦਣ ਦਾ ਚੇਤਾ ਹੀ? ਨਿੱਕੇ ਹੁੰਦੇ ਮੈਂ ਤੇ ਪੱਪੂ ਖੇਡਦੇ ਸਾਂ ਤੇ ਤੂੰ ਮੇਰੀ ਮਾਂ ਨੂੰ ਕਹਿੰਦਾ ਸੀ ਮੈਨੂੰ ਆਪਣੇ ਨਾਲ ਲੈ ਚੱਲ, ਹਾਏ ਲੈ ਚੱਲ। ਜੰਤੇ ਦੀਆਂ ਵਿਰੜੀਆਂ ਤੇ ਸਾਰਿਆਂ ਦੀਆਂ ਅੱਖਾਂ 'ਚ ਹੰਝੂ ਲੈ ਆਉਂਦੇ। ਕਮਲੀ ਨਾ ਹੋਵੇ, ਇਹ ਕਿੱਥੇ ਚੱਲੇ ਨੇ? ਆ 2 ਦਿਨ ਗੜਬੜਦੇ ਹੈਗੇ ਆ, ਹੱਦੋਂ ਪਾਰ ਕਿਸੇ ਸਾਕ ਸੰਬੰਧੀ ਦੇ ਘਰ ਕੱਟ ਕੇ ਫੇਰ ਆ ਜਾਣਗੇ। ਇਲਮਦੀਨ ਨੇ ਜੰਤੇ ਨੂੰ ਬਾਹੋਂ ਫੜ ਕੇ ਪਛਾਣ ਖਿੱਚਦਿਆਂ ਕਿਹਾ। ਸੱਜਣ ਸਿਆਂ ਛੇਤੀ ਕਰੋ, ਬੜੀ ਭੈੜੀ ਖਬਰ ਸੁਣ ਕੇ ਆਇਆ। ਉਹਨੇ ਸਾਰੀ ਗੱਲ ਕਹਿ ਸੁਣਾਈ। ਅਸੀਂ ਇੱਥੋਂ ਸਿੱਧੇ ਵਰਨਾ ਨੂੰ ਚੱਲਾਂਗੇ, ਅਗਲੇ ਕਾਦੀਵਿੰਡ ਵਾਲੇ ਰਾਹ ਤੋਂ ਬੱਲਾਂ ਵਾਲੇ ਨੂੰ ਮੁੜਾਂਗੇ, ਸਮਝ ਲਿਆ? ਛੇਤੀ ਕਰੋ। ਜੰਤੇ ਤੇ ਜੈਨਾ ਇੱਕ ਵਾਰ ਫੇਰ ਸਹੇਲੀਆਂ ਦੇ ਗਲ ਮਿਲੀਆਂ। ਜੈਨਾ ਨੇ ਆਖਰੀ ਵਾਰ ਛੋਟਾ ਜਿਹਾ ਵਾਕਿਆ ਭਜਨ ਕੁਰੇ, ਕਦੇ ਕਦੇ ਇਸ ਨਿਮਾਣੀ ਨੂੰ ਯਾਦ ਕਰ ਲਿਆ ਕਰੀ। ਉਹਦਾ ਸੀਨਾ ਪਾੜ ਕੇ ਨਿਕਲੇ ਸਾਨੇ 4 ਸ਼ਬਦ। ਉਹ ਦੋਵੇਂ ਮਾਵਾਂ ਧੀਆਂ ਘਰ ਨੂੰ ਮੁੜ ਪਈਆਂ। ਵਤਨ ਛੋੜਾਂ ਦਾ ਕਾਫਲਾ ਵਰਨਾ ਵਾਲੇ ਰਾਹ ਪੈ ਗਿਆ। ਇਲਮਦੀਨ ਬਰਛੀ ਤਾਣ ਕੇ ਸੱਜਣ ਸਿੰਘ ਦੀ ਗੱਡ ਦੇ ਅੱਗੇ ਲੱਗ ਪਿਆ। ਉਹਦਾ ਭਰਾ ਪੁੱਤਰ ਤੇ ਭਤੀਜਾ ਤਿੰਨੇ ਪਹਿਰੇਦਾਰਾਂ ਵਾਂਗ ਪਿੱਛੇ ਪਿੱਛੇ ਤੁਰ ਪਏ। ਬਖਸ਼ੀਸ਼ ਸਿੰਘ ਮੁੱਢ ਤੇ ਬੈਠਾ ਗੱਡ ਹਿੱਕ ਰਿਹਾ ਸੀ। ਸੱਜਣ ਸਿੰਘ, ਭਜਨ ਕੌਰ, ਦੀਪੋ ਤੇ ਗੁਰਦੀਪ ਗੱਡ ਦੇ ਮਗਰ ਜਾ ਰਹੇ ਸੀ। ਤੂਤਾਂ ਵਾਲੇ ਖੂਹ ਦੇ ਕੋਲ ਦੀ ਲੰਘਦਿਆਂ ਸੱਜਣ ਸਿੰਘ ਨੇ ਦਿਲ 'ਚ ਬੜੇ ਹਿਰਖ ਨਾਲ ਕਿਹਾ, ਲੈ ਓਏ ਧੰਨੇ ਸ਼ਾਹ, ਸਾਂਭ ਲੈ ਖੂਹ। ਪਰ ਉਹ ਮੂੰਹੋਂ ਕੁਛ ਨਾ ਬੋਲ ਸਕਿਆ। ਉਹ 2 ਪੈਲੀਆਂ ਅੱਗੇ ਗਏ ਤਾਂ ਉਹਨਾਂ ਦੇ ਕੰਨੀ ਗਹਿਣੇ ਲੁਹਾਰ ਦੀ ਉਦਾਸੀ ਹੋਈ ਆਵਾਜ਼ ਪਈ। ਬਾਬਾ ਕਾਲੀਆ, ਤੁਸੀਂ ਹਿੰਦੂ ਸਿੱਖ ਹਿੰਦੁਸਤਾਨ ਵਿੱਚ ਚਲੇ ਜਾਓਗੇ, ਮੋਮਨਾਂ ਵਾਸਤੇ ਪਾਕਿਸਤਾਨ ਬਣ ਗਿਆ ਤੇ ਮੇਰੇ ਵਰਗੇ ਕਾਫਰ ਵਾਸਤੇ ਕਿਹੜੀ ਥਾਂ ਹੈ? ਮੈਨੂੰ ਵੀ ਕੁਛ ਦੱਸ ਜਾ। ਮੀਆਂ ਗਹਿਣਿਆ, ਸਬਰ ਕਰ, ਕਰਤਾਰ ਦੇ ਰੰਗ ਵੇਖ, ਜੋ ਉਹਨੂੰ ਭਾਵੇ। ਅੱਛਾ ਫੇਰ ਮਿਲਾਂਗੇ, ਜ਼ਰੂਰ ਮਿਲਾਂਗੇ। ਬਾਬੇ ਕਾਲੀ ਨੇ ਉਹਨੂੰ ਧੀਰਜ ਦੇ ਕੇ ਪਿਛਾਂਹ ਨੂੰ ਮੋੜਤਾ। ਬਾਬਾ ਕਾਲੀਆ, ਲਿਆ ਟਰੰਕ ਗੱਡ ਤੇ ਰੱਖ ਦੇ। ਸੱਜਣ ਸਿੰਘ ਨੇ ਕੋਲ ਪਹੁੰਚ ਕੇ ਹਮਦਰਦੀ ਨਾਲ ਕਿਹਾ। ਨਹੀਂ ਪੁੱਤ, ਇਹ ਕਿਸੇ ਦੀ ਅਮਾਨਤ ਹੈ, ਇਹ ਮੈਂ ਨਹੀਂ ਦੇ ਸਕਦਾ। ਚਲੋ। ਬਾਬੇ ਕਾਲੀ ਨੇ ਛੋਟਾ ਜਿਹਾ ਟਰੰਕ ਕੱਛ ਹੇਠ ਦਬਾਉਂਦਿਆਂ ਕਿਹਾ। ਕਾਫਲਾ ਚੁੱਪਚਾਪ ਤੁਰਿਆ ਜਾ ਰਿਹਾ ਸੀ। ਕਿਸੇ ਕੋਲ ਵੀ ਤਾਂ ਕਹਿਣ ਸੁਣਨ ਨੂੰ ਕੁਛ ਨਹੀਂ ਸੀ। ਹਰ ਦਿਲ ਤੇ ਇੱਕ ਮਾਰੂ ਸਹਿਮ ਛਾਇਆ ਸੀ। ਦਿਲ ਖੁੱਸਦੇ ਸਨ, ਅੱਖਾਂ ਵਹਿੰਦੀਆਂ ਸਨ, ਪਰ ਜ਼ਬਾਨ ਬੰਦ ਸੀ। ਦੋਹਾਂ ਮੁਲਕਾਂ ਦੀ ਹੱਦ ਉੱਤੇ ਪਹੁੰਚ ਕੇ ਗੱਡ ਰੁਕ ਗਈ, ਜਿੱਥੇ ਕਾਗਜ਼ਾਂ ਤੇ ਲਕੀਰ ਖਿੱਚ ਕੇ ਰਾਜਗੱਦੀ ਦੇ ਚਾਹਵਾਨਾਂ ਨੇ ਸੱਜਰੀ ਧਰਤੀ ਦੀ ਹਿੱਕ ਚੀਰੀ ਸੀ। ਹੁਣ ਤੱਕ ਇਲਮਦੀਨ ਕਿਵੇਂ ਨਾ ਕਿਵੇਂ ਆਪਣੇ ਆਪ ਨੂੰ ਕਾਬੂ ਕੀਤੀ ਆਇਆ ਸੀ। ਆਖਰੀ ਵਾਰ ਬਾਲ ਸਖਾਈ ਦੇ ਗਲ ਮਿਲਦਿਆਂ ਉਹਦੇ ਸਬਰ ਦੇ ਬੰਨ੍ਹ ਟੁੱਟ ਗਏ। ਉੱਚੀ ਉੱਚੀ ਧਾਈ ਮਾਰ ਕੇ ਰੋ ਪਿਆ। ਓਏ ਸੱਜਣਾ, ਕੀ ਆਪਾਂ ਹੁਣ ਕਦੇ ਵੀ ਨਹੀਂ ਮਿਲਾਂਗੇ? ਆਪਾਂ ਮਰਨ ਤੋਂ ਪਹਿਲਾਂ ਹੀ ਵਿਛੜ ਗਏ। ਸਿਆਣੇ ਆਂਦੇ ਹੁੰਦੇ ਨੇ, ਲੜਨ ਰਾਤ ਹੋਵੇ ਤੇ ਵਿਛੜਨ ਰਾਤ ਨਾ ਹੋਵੇ, ਤੇ ਆਪਾਂ ਅੱਗਾਂ ਸਿਰਫ ਦੋਹਾਂ ਦੇ ਹਟਕੋਰੇ ਰਹਿ ਗਏ। ਓਏ ਕਮਲਿਓ, ਕਿਉਂ ਰੋਂਦੇ ਹੋ?
ਬਾਬੇ ਕਾਲੀ ਨੇ ਦੋਹਾਂ ਨੂੰ ਮਿੱਠੀ ਜੀ ਝਿੜਕ ਦਿੰਦਿਆਂ ਕਿਹਾ, ਮੈਦਾਨ 'ਚ ਫੱਟੜ ਹੋ ਕੇ ਸੂਰਮੇ ਰੋਇਆ ਕਰਦੇ ਨੇ। ਅਸੀਂ ਇੱਕ ਬਹੁਤ ਵੱਡੀ ਜੰਗ ਲੜੇ ਹਾਂ, ਅੰਗਰੇਜ਼ ਦੇ ਵਿਰੁੱਧ, ਆਜ਼ਾਦੀ ਦੀ ਜੰਗ, ਤੇ ਉਸ 'ਚ ਅਸੀਂ ਮਰਦਾਂ ਵਾਂਗ ਜਿੱਤੇ ਹਾਂ। ਜਾਂਦਾ ਜਾਂਦਾ ਅੰਗਰੇਜ਼ ਸਾਡੇ 'ਚ ਇਹ ਪਾਟਕ ਪਾ ਚੱਲਿਆ, ਪਰ ਇਹ ਵਿਥਾਂ ਸਦਾ ਨਹੀਂ ਰਹਿਣਗੀਆਂ। ਤੁਸੀਂ ਇੱਕੋ ਲਹੂ, ਇੱਕੋ ਕੌਮ ਹੋ, ਵੇਖ ਲੈਣਾ ਤੁਸੀਂ ਫੇਰ ਮਿਲੋਗੇ, ਹਾਂ ਫੇਰ ਮਿਲੋਗੇ। ਬਾਬੇ ਨੇ ਸ਼ਬਦਾਂ 'ਤੇ ਜ਼ੋਰ ਦਿੰਦਿਆਂ ਕਿਹਾ, ਫਿਰ ਤੁਹਾਨੂੰ ਕੋਈ ਨਹੀਂ ਨਿਖੇੜ ਸਕੇਗਾ, ਪਰ ਇਸ ਤਰ੍ਹਾਂ ਨਿਆਣਿਆਂ ਵਾਂਗ ਭੁੱਬਾ ਮਾਰ ਕੇ ਆਪਣੀ ਬਹਾਦਰੀ ਨੂੰ ਕਮਜ਼ੋਰ ਨਾ ਕਰੋ। ਅਜੇ ਤਾਂ ਤੁਸੀਂ ਇੱਕ ਹੋਰ ਲੜਾਈ ਲੜਨੀ ਹੈ, ਇਸ ਬੀਤੀ ਲੜਾਈ ਨਾਲੋਂ ਵੀ ਵੱਡੀ, ਬਹੁਤ ਵੱਡੀ। ਉਹ ਲੜਾਈ ਹੋਏਗੀ ਭੁੱਖ ਦੇ ਖਿਲਾਫ, ਗਰੀਬੀ ਦੇ ਖਿਲਾਫ, ਤੇ ਹੋਰ ਨਿੱਕੀਆਂ ਮੋਟੀਆਂ ਕੋਈ ਬਿਮਾਰੀਆਂ ਜੋ ਇੰਨੇ ਸਾਲਾਂ ਦੀ ਲੰਮੀ ਗੁਲਾਮੀ ਪਿੱਛੇ ਛੱਡ ਚੱਲੀਏ, ਉਹਨਾਂ ਸਾਰੀਆਂ ਦੇ ਖਿਲਾਫ। ਇੱਥੇ ਹੀ ਬਸ ਨਹੀਂ, ਇੰਨੀਆਂ ਕੁਰਬਾਨੀਆਂ ਦੇ ਕੇ ਜਿਹੜੀ ਆਜ਼ਾਦੀ ਹਾਸਲ ਕੀਤੀ ਹੈ, ਉਹਦੀ ਰੱਖਿਆ ਵੀ ਤੁਹਾਨੂੰ ਹੀ ਕਰਨੀ ਪਏਗੀ। ਸੋ ਮੇਰੇ ਯੋਧਿਓ, ਤਕੜੇ ਹੋਵੋ, ਬਲ ਧਾਰੋ ਤੇ ਨਵੀਂ ਆਉਣ ਵਾਲੀ ਮੁਹਿੰਮ ਲਈ ਤਿਆਰ ਹੋਵੋ। ਧੰਨਵਾਦ। ਸਮਾਪਤ।